गुड मॉर्निंग जी सारिਆਂ ਨੂੰ। गुड मॉर्निंग जी। सत श्री अकाल। सत श्री अकाल। जे किसी को बुक भी हैगी है भी ना रख लियो अज ये भी कवर हो रहा है ये भी पढ़ावे अज का जो चैप्टर पढ़ रहे हैं ना ये बुक भी अपने पास ना रख लियो। म्यूट कर दिया कितने ज्वाइन करके अप्रोक्सीमेटली 33 and 7 is in it 33 plus 77 8 34 others ये 43 अच्छा अच्छा हाँ टाइम से स्टार्ट कर दिए। हाँ जी स्टार्ट करिए जी आप पहले थोड़ा रिव्यू करांगे जो आप कल डिस्कस किया सीगा चैप्टर 2 लैंड रेवेन्यू एक्ट तो साडे कल क्लास किसी ने अटेंड नहीं की होगी शायद ते ਆਪਾਂ ਕੱਲ ਪੜਿਆ ਸੀ ਪੰਜਾਬ ਲੈਂਡ ਰੈਵਨਿਊ ਐਕਟ 1887 ਚੈਪਟਰ 2 ਕਲਾਸਿਸ ਆਫ ਦਾ ਰੈਵਨਿਊ ਆਫੀਸਰਸ ਆਪਾਂ ਥੋੜਾ ਜਿਹਾ ਇਹਨੂੰ 2-5 ਮਿੰਟ ਦੇ ਲਈ ਰਿਵਿਊ ਕਰਾਂਗੇ। ਅਸੀਂ ਕੱਲ ਕੀ ਪੜਿਆ ਸੀ ਕੱਲ ਅਸੀਂ ਪੜਿਆ ਸੀ ਕਲਾਸਿਸ ਆਫ ਦਾ ਕਲਾਸਿਸ ਐਂਡ ਪਾਵਰਸ ਆਫ ਦਾ ਰੈਵਨਿਊ ਆਫੀਸਰਸ। ਰੈਵਨਿਊ ਆਫੀਸਰਸ ਕੌਣ ਹੁੰਦੇ ਆ ਜੀ ਇਹ ਜਿਹੜਾ ਸੈਕਸ਼ਨ ਹੈਗਾ 6
सैक्शन 6 डील करता है रेवेन्यू ऑफिसर्स कौन होंगे। रेवेन्यू ऑफिसर्स सारे रेवेन्यू डिपार्टमेंट ਦੇ ਵਿੱਚ ਮਾਈਕ ਆਫ ਕਰ ਲਓ ਜੀ ਪਲੀਜ਼, ਆਪਣੇ ਲਾਈਨ ਦੇ ਵਿੱਚ ਡਿਸਟਰਬੈਂਸ ਆਉਂਦੀ ਹੈ। ਇਹ ਜਿਹੜੀਆਂ ਕਲਾਸਿਸ ਦਿੱਤੀਆਂ ਗਈਆਂ ਰੈਵਨਿਊ ਆਫਿਸਰਸ ਦੀਆਂ, ਇਹ ਕੋਡ ਪਰਪਸ ਲਈ ਦਿੱਤੀਆਂ ਗਈਆਂ ਜੀ। ਵੀ ਸਭ ਤੋਂ ਜਿਹੜੇ ਕੋਡ ਸਾਰੀਆਂ ਰੈਵਨਿਊ ਆਫਿਸਰ ਦੀ ਕਿਹੜੀ ਕਿਹੜੀ ਹੁੰਦੀਆਂ ਨੇ। ਸਭ ਤੋਂ ਪਹਿਲੀ ਜਿਹੜੀ ਕੋਡ ਹੁੰਦੀ ਹੈ ਬੇਸਿਕ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ, ਯਾਨੀ ਕਿ ਨੈਬ ਤਹਿਸੀਲਦਾਰ। ਸੈਕੰਡ ਕੋਡ ਆ ਜਾਂਦੀ ਹੈ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ, ਇਹ ਤਹਿਸੀਲਦਾਰ ਵੀ ਹੋ ਸਕਦਾ ਹੈ ਤੇ ਕਈ ਵਾਰੀ ਇਹ ਪਾਵਰ ਨੈਬ ਤਹਿਸੀਲਦਾਰ ਨੂੰ ਦਿੱਤੀਆਂ ਜਾਂਦੀਆਂ ਨੇ। ਦੈਨ ਕਲੈਕਟਰ ਜਿਹੜਾ ਜ਼ਿਲ੍ਹੇ ਦਾ ਡੀਸੀ ਹੁੰਦਾ ਉਹਨੂੰ ਡਿਪਟੀ ਕਮਿਸ਼ਨਰ ਵੀ ਕਿਹਾ ਜਾਂਦਾ ਹੈ। ਤੇ ਜੇ ਆਪਾਂ ਸੀਆਰਪੀਸੀ ਦੀ ਗੱਲ ਕਰ ਲਈਏ ਤਾਂ ਸੀਆਰਪੀਸੀ ਦੇ ਵਿੱਚ ਡਿਸਟ੍ਰਿਕਟ ਮੈਜਿਸਟ੍ਰੇਟ ਦੀਆਂ ਪਾਵਰਸ ਕਲੈਕਟਰ ਨੂੰ ਦਿੱਤੀਆਂ ਜਾਂਦੀਆਂ ਨੇ। ਇਸ ਐਕਟ ਦੇ ਵਿੱਚ ਕਲੈਕਟਰ ਕਿਹਾ ਜਾਂਦਾ ਹੈ। ਨੈਕਸਟ ਆ ਜਾਂਦਾ ਕਮਿਸ਼ਨਰ, ਆਪਣੇ ਡਿਵੀਜ਼ਨ ਦੇ ਵਿੱਚ ਪਾਵਰਸ ਕਮਿਸ਼ਨਰ ਕੋਲ ਹੁੰਦੀਆਂ ਨੇ ਇਸ ਐਕਟ ਦੇ ਤਹਿਤ। ਤੇ ਫਾਈਨਲ ਅਥਾਰਟੀ ਆਪਣੇ ਹੈਗੇ ਨੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ, ਐਕਸਟਰਾ ਅਸਿਸਟੈਂਟ ਕਮਿਸ਼ਨਰ ਵੀ ਹੁੰਦੇ ਨੇ। ਆਈਐਸ ਟ੍ਰੇਨਿੰਗ ਆਫਿਸਰਸ ਆਉਂਦੇ ਆ ਅੰਡਰ ਟ੍ਰੇਨਿੰਗ, ਉਹਨਾਂ ਨੂੰ ਸਪੈਸ਼ਲੀ ਬਾਈ ਨੋਟੀਫਿਕੇਸ਼ਨ ਗਵਰਨਮੈਂਟ ਜਿਹੜੀਆਂ ਪਾਵਰਸ ਦੇ ਦਿੰਦੀਆਂ ਨੇ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ, ਏਸੀ ਫਸਟ ਗ੍ਰੇਡ ਜਾਂ ਸੈਕੰਡ ਗ੍ਰੇਡ ਦੀਆਂ। ਤੇ ਨੈਕਸਟ ਆਇਆ ਸੀਗਾ ਫਾਈਨੈਂਸ਼ੀਅਲ ਕਮਿਸ਼ਨਰ। ਫਾਈਨੈਂਸ਼ੀਅਲ ਕਮਿਸ਼ਨਰ ਇੱਕ ਜਾਂ ਇੱਕ ਤੋਂ ਵੱਧ ਵੀ ਹੋ ਸਕਦੇ ਨੇ। ਫਾਈਨੈਂਸ਼ੀਅਲ ਕਮਿਸ਼ਨਰ ਅਪੀਲਸ ਦੇ ਬਿਨਾਂ ਸੁਣਦੇ ਨੇ। ਜੇਕਰ ਜਿਹੜਾ ਡਿਸੀਜਨ ਹੁੰਦਾ ਉਹ ਫਾਈਨਲ ਅਥਾਰਟੀ ਦਾ ਮੰਨਿਆ ਜਾਂਦਾ, ਮੈਜੋਰਟੀ ਦਾ ਫੈਸਲਾ ਮੰਨਿਆ ਜਾਂਦਾ। ਜੇ ਕਿਤੇ ਫਾਈਨੈਂਸ਼ੀਅਲ ਕਮਿਸ਼ਨਰ ਦੇ ਆਪਸੀ ਓਪੀਨੀਅਨ ਦੇ ਵਿੱਚ ਕੋਈ ਡਿਫਰੈਂਸ ਆ ਜਾਂਦਾ ਤਾਂ ਜਿਹੜਾ ਬੈਟਰ ਹੈਗਾ ਉਹ ਗਵਰਨਮੈਂਟ ਨੂੰ ਰੈਫਰ ਕਰਤਾ ਜਾਂਦਾ। ਜੋ ਗਵਰਨਮੈਂਟ ਫੈਸਲਾ ਕਰਦੀ ਹੈ ਉਹ ਦੈਟ ਵਿਲ ਬੀ ਫਾਈਨਲ। ਨੈਕਸਟ ਆ ਜਾਂਦੀ ਅਪਾਇੰਟਮੈਂਟ ਆਫ ਦਾ ਕਮਿਸ਼ਨਰ, ਡਿਪਟੀ ਕਮਿਸ਼ਨਰ, ਐਕਸਟਰਾ ਅਸਿਸਟੈਂਟ ਕਮਿਸ਼ਨਰ। ਸੈਕਸ਼ਨ 8 ਇਹ ਜਿਹੜੀਆਂ ਅਪਾਇੰਟਮੈਂਟਸ ਹੈਗੀਆਂ ਨੇ ਸੈਕਸ਼ਨ 8 ਦੇ ਤਹਿਤ ਅਸਿਸਟੈਂਟ ਕਮਿਸ਼ਨਰ, ਐਕਸਟਰਾ ਅਸਿਸਟੈਂਟ ਕਮਿਸ਼ਨਰ, ਡਿਪਟੀ ਕਮਿਸ਼ਨਰ, ਕਮਿਸ਼ਨਰ, ਫਾਈਨੈਂਸ਼ੀਅਲ ਕਮਿਸ਼ਨਰ, ਇਹ ਸਾਰੀਆਂ ਸੈਕਸ਼ਨ 8 ਦੇ ਤਹਿਤ ਗਵਰਨਮੈਂਟ ਜਿਹੜੀਆਂ ਆਰਡਰਸ ਕਰਦੀ ਹੈਗੀ ਹੈ। ਤੇ ਜਿਹੜੇ ਸਾਡੇ ਆਰਡਰਸ ਹੁੰਦੇ ਆ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ, ਉਹ ਜਿਹੜੀ ਸੈਕਸ਼ਨ 9 ਹੈਗੀ ਹੈ ਇਹ ਡੀਲ ਕਰਦੀ ਹੈ। ਇਹਦੇ ਅੰਡਰ ਸਾਨੂੰ ਜਿਹੜੀਆਂ ਪਾਵਰਸ ਇਹੀ ਦਿੱਤੀਆਂ ਜਾਂਦੀਆਂ ਨੇ। ਨੈਕਸਟ ਆ ਜਾਂਦਾ ਪਾਵਰਸ ਆਫ ਦਾ ਰੈਵਨਿਊ ਆਫਿਸਰਸ। except where the class of the revenue officers by whom any function to be, ਇਹ ਸਾਰੀਆਂ ਜਿਹੜੀਆਂ ਸਾਰੀਆਂ ਪਾਵਰਸ ਹੈਗੀਆਂ ਨੇ ਡਿਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਜਿਹਦੀ ਕੰਟਰੋਲ ਦੇ ਵਿੱਚ ਕੋਈ ਵੀ ਆਫਿਸਰ ਰੈਵਨਿਊ ਆਫਿਸਰ ਕੰਮ ਕਰਦਾ ਹੈ। ਜਿਵੇਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਕੰਮ ਕਰਦੇ ਨੇ, ਉਹਦੇ ਜਿਹੜੇ ਸਰਕਲ ਬਣਨੇ ਜਾਂਦੇ ਨੇ ਉਹ ਸਰਕਲ ਆਇਡੈਂਟੀਫਾਈ ਕੀਤੇ ਜਾਂਦੇ ਨੇ ਕਿਹੜੇ ਕਾਨੂੰਨ ਵਿੱਚ ਕਿਹੜੇ ਆਫਿਸਰ ਨੇ ਕੰਮ ਕਰਨਾ ਹੈ। ਇਹ ਜਿਹੜਾ ਬਿਜ਼ਨਸ ਹੈ ਡਿਸਟ੍ਰੀਬਿਊਟ ਕਰਤਾ ਜਾਂਦਾ ਹੈ ਤੇ ਉਹਦੇ ਅਕੋਰਡਿੰਗ ਸਾਡੇ ਰੈਵਨਿਊ ਆਫਿਸਰ ਨੇ ਕੰਮ ਕਰਨਾ ਹੁੰਦਾ ਹੈ। ਜਿਹੜਾ ਕੰਟਰੋਲ ਹੈ ਕਿ ਸੈਕਸ਼ਨ 11 ਆ ਗਿਆ, ਇਹਦੇ ਵਿੱਚ ਸਿੰਪਲ ਦੱਸਿਆ ਗਿਆ ਵੀ ਜਿਹੜਾ ਐਫਸੀਆਰ ਹੈ ਉਹਦਾ ਕੰਟਰੋਲ ਕਿੱਥੇ ਹੋਏਗਾ। ਐਫਸੀਆਰ ਦਾ ਕੰਟਰੋਲ ਪੂਰੇ ਪੰਜਾਬ ਦੇ ਜਿੰਨੇ ਰੈਵਨਿਊ ਆਫਿਸਰਸ ਹੁੰਦੇ ਨੇ ਸਾਰੇ ਉਹਨਾਂ ਦੇ ਅੰਡਰ ਕੰਮ ਕਰਦੇ ਨੇ। ਇਸੇ ਤਰੀਕੇ ਜਿਹੜੀ ਕਮਿਸ਼ਨਰ ਹੈ, ਕਮਿਸ਼ਨਰ ਦੇ ਅੰਡਰ ਉਹਦੀ ਡਿਵੀਜ਼ਨ ਦੇ ਅੰਦਰ ਜਿੰਨੇ ਵੀ ਰੈਵਨਿਊ ਆਫਿਸਰਸ ਹੁੰਦੇ ਨੇ ਉਹ ਸਾਰੇ ਕਮਿਸ਼ਨਰੀ ਦੇ ਅੰਡਰ ਕੰਮ ਕਰਦੇ ਨੇ, ਕਮਿਸ਼ਨਰ ਦੇ ਕੰਟਰੋਲ ਦੇ ਵਿੱਚ ਹੁੰਦੇ ਨੇ। ਕਲੈਕਟਰ ਦੇ ਵਿੱਚ ਕੰਟਰੋਲ ਦੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਦੇ ਵਿੱਚ ਰੈਵਨਿਊ ਆਫਿਸਰਸ ਹੁੰਦੇ ਨੇ ਉਹ ਸਾਰੇ ਹੀ ਕਲੈਕਟਰ ਦੇ ਅੰਡਰ ਕੰਮ ਕਰਦੇ ਨੇ। ਤੇ ਪਾਵਰ ਟੂ ਡਿਸਟ੍ਰੀਬਿਊਟ, ਨੈਕਸਟ ਸੈਕਸ਼ਨ 12 ਆ ਗਿਆ ਜੀ, ਪਾਵਰ ਟੂ ਡਿਸਟ੍ਰੀਬਿਊਟ ਬਿਜ਼ਨਸ ਐਂਡ ਵਿਡਰੋ ਐਨੀ ਟ੍ਰਾਂਸਫਰ ਕੇਸਸ। ਇਹ ਜਿਹੜਾ ਸੈਕਸ਼ਨ ਹੈ ਇਹ ਵੀ ਕਾਫੀ ਇੰਪੋਰਟੈਂਟ ਹੈ, 12 ਸੈਕਸ਼ਨ ਹੈਗਾ। ਇਹਦੇ ਵਿੱਚ ਸਿੰਪਲ ਇਹ ਕਿਹਾ ਗਿਆ ਹੈ ਜਿਹੜੀ ਬਿਜ਼ਨਸ ਹੈ, ਬਿਜ਼ਨਸ ਮਤਲਬ ਕੋਰਟ ਕੇਸਸ ਵਗੈਰਾ ਜਾਂ ਵਰਕਿੰਗ ਸ਼ਡਿਊਲ ਉਹ ਰੈਵਨਿਊ ਆਫਿਸਰ ਦੇ ਵਿੱਚ ਵੰਡਿਆ ਜਾਂਦਾ ਹੈ। ਜੇਕਰ ਕੋਈ ਵੀ ਰੈਵਨਿਊ ਆਫਿਸਰ ਜੇਕਰ ਕੋਈ ਪਾਰਟੀ ਅਗਰੀਵਡ ਪਾਰਟੀ ਹੋਵੇ ਜਾਂ ਕੋਈ ਪਾਰਟੀ ਇਹ ਸੋਚਦੀ ਹੋਵੇ ਵੀ ਮੇਰਾ ਜਿਹੜਾ ਫੈਸਲਾ ਹੈਗਾ ਮੇਰੇ ਹੱਕ ਦੇ ਵਿੱਚ ਹੋਏਗਾ ਨਹੀਂ, ਇਹ ਦੂਜੀ ਪਾਰਟੀ ਦਾ ਇੱਥੇ ਪ੍ਰਭਾਵ ਪੈ ਗਿਆ ਰੈਵਨਿਊ ਆਫਿਸਰ ਤੇ, ਇਸ ਕਰਕੇ ਜੇ ਕੋਈ ਪਾਰਟੀ ਦਾ ਨਹੀਂ ਚਾਹਦੀ ਹੈ ਤੇ ਵੀ ਮੇਰਾ ਜਿਹੜਾ ਇਹ ਕੇਸ ਹੈ ਫੈਸਲਾ ਕਿਤੇ ਹੋਰ ਅਧਿਕਾਰੀ ਕੋਲ ਕੀਤਾ ਜਾਵੇ ਤਾਂ ਉਹ ਆਪਣੀ ਕੰਸਰਨਡ ਹਾਇਰ ਅਥਾਰਟੀ ਕੋਲ ਐਪਲੀਕੇਸ਼ਨ ਦੇ ਸਕਦੀ ਹੈ। ਤਾਂ ਜੇਕਰ ਹਾਇਰ ਅਥਾਰਟੀ ਕਮੈਂਟਸ ਲੈ ਕੇ ਕੰਸਰਨਡ ਰੈਵਨਿਊ ਆਫਿਸਰ ਦੇ ਜਿਸ ਦੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੁੰਦਾ ਹੈ ਉਹਦੇ ਕਮੈਂਟਸ ਲੈ ਕੇ ਜੇ ਉਹ ਸੈਟੀਸਫਾਈ ਹੁੰਦੀ ਹੈ ਹਾਇਰ ਅਥਾਰਟੀ ਤਾਂ ਉਹਦਾ ਜਿਹੜਾ ਕੇਸ ਹੈ ਵਿਡਰੋ ਕਰਕੇ ਆਪਣੇ ਅਧੀਨ ਕਿਸੇ ਵੀ ਉਸ ਤਹਿਸੀਲ ਦੇ ਵਿੱਚ ਜਾਂ ਆਪਦੇ ਡਿਸਟ੍ਰਿਕਟ ਦੇ ਵਿੱਚ ਉਹ ਕੇਸ ਜਿਹੜਾ ਟ੍ਰਾਂਸਫਰ ਕੀਤਾ ਜਾ ਸਕਦਾ ਫੈਸਲੇ ਦੇ ਵਾਸਤੇ। ਅੱਗੇ ਆਪਾਂ ਪੜ੍ਹ ਰਹੇ ਸੀ ਸੈਕਸ਼ਨ 13, ਦੈਟ ਇਜ਼ ਵੈਰੀ ਇੰਪੋਰਟੈਂਟ, ਅਪੀਲ। ਇਹ ਆਪਾਂ ਕੱਲ ਪੜ੍ਹਿਆ ਸੀਗਾ ਅਪੀਲ, ਇਹਦੇ ਚੋਂ ਕੁਐਸਚਨ ਜ਼ਰੂਰ ਆਉਂਦਾ ਹੈ ਜੀ।
ये थोड़ा तुसी ध्यान नाल भी बाद विच भी बुक पढ़ लिओ। अपील सिंपल जी गल हैगी है, अपील कित्थों शुरू हुंदी है? सब तो पहले बेसिक कोर्टां हुंदियां ने, जिवें कि नैब तहसीलदार दी ते तहसीलदार जिहड़ी कोर्ट है, इन्हां दे ओरिजिनल जिहड़े ऑर्डर्स हुंदे ने, इन्हां दे अगेंस्ट जो अपील फाइल हुंदी है वो कलैक्टर दे फाइल हुंदी है। कलैक्टर तो बाद जिहड़ी अपील जांदी है वो कमिश्नर दे जांदी है, कमिश्नर तो बाद जिहड़ी अपील जांदी है FCR दे जांदी है। ठीक है जी। ਆਪਾਂ ਗੱਲ ਕਰੀ ਸੀ ओरिजिनल ਆਰਡਰ ਕੀ ਹੁੰਦਾ ਹੈ, अपीलेंट ਆਰਡਰ ਕੀ ਹੁੰਦਾ ਹੈ। ओरिजिनल ਆਰਡਰ ਜਿਹੜਾ ਪਹਿਲਾ ਆਰਡਰ ਜਦੋਂ ਪਹਿਲੀ ਵਾਰੀ ਕੇਸ ਕਿਤੇ ਸੂਟ ਫਾਈਲ ਕੀਤਾ ਜਾਂਦਾ ਹੈ, ਉਸ ਕੇਸ ਦਾ ਜਿਹੜਾ ਫੈਸਲਾ ਹੁੰਦਾ, ਆਰਡਰ ਹੁੰਦਾ, ਉਹਨੂੰ ਅਸੀਂ ओरिजिनल ਆਰਡਰ ਕਹਿੰਦੇ ਆ। ਜਦੋਂ ਉਸ ਆਰਡਰ ਦੇ ਅਗੇਂਸਟ ਕੋਈ ਅਪੀਲ ਫਾਈਲ ਹੋ ਜਾਂਦੀ ਹੈ, अपीलेंट ਅਥਾਰਟੀ ਵੱਲੋਂ ਜਿਹੜਾ ਫੈਸਲਾ ਕੀਤਾ ਜਾਂਦਾ ਉਸ ਨੂੰ ਅਸੀਂ अपीलेंट ਆਰਡਰ ਕਹਿੰਦੇ ਹਾਂ। ਅੱਗੇ ਸੈਕਸ਼ਨ 13 ਦੀ ਪ੍ਰੋਵੀਜ਼ੋ ਹੈ, ਜਿਹਨੂੰ ਅਸੀਂ ਪ੍ਰੋਵਾਈਡਡ ਕਹਿ ਦਿੰਦੇ ਹਾਂ। ਇਹ ਇੱਥੇ ਕਿਤੇ ਕਨਫਿਊਜ਼ ਨਹੀਂ ਹੋਣਾ, ਜੇ ਕਿਤੇ ਤੁਹਾਨੂੰ ਪ੍ਰੋਵੀਜ਼ੋ ਕਿਤੇ ਵਰਡ ਆ ਜਾਂਦਾ ਹੈ ਜਾਂ ਪ੍ਰੋਵਾਈਡਡ ਆ ਜਾਂਦਾ ਹੈ, ਇਹ ਕੋਈ ਗੱਲ ਹੈਗੀ ਹੈ। ਇਹ ਜਿਹੜੇ ਪ੍ਰੋਵਾਈਡਡ ਦੇ ਵਿੱਚ ਪ੍ਰੋਵੀਜ਼ੋ 1 ਵੈਨ ਐਨ ਅਪੀਲ, ਸੈਕਸ਼ਨ 13 ਦੀ ਪ੍ਰੋਵੀਜ਼ੋ 1 ਯਾਨੀ ਕਿ ਪ੍ਰੋਵਾਈਡਡ ਦੇ ਥੱਲੇ ਜਿਹੜੀ ਆਉਂਦੀ ਹੈ ਨਾ ਜੀ, ਇਹਨੂੰ ਅਸੀਂ ਪ੍ਰੋਵੀਜ਼ੋ ਕਹਿ ਦਿੰਦੇ ਹਾਂ। ਵੈਨ ਐਨ ओरिजिनल ਆਰਡਰ ਇਜ਼ ਕਨਫਰਮਡ ਔਨ ਫਸਟ ਅਪੀਲ, ਫਰਦਰ ਅਪੀਲ ਸ਼ੈਲ ਨਾਟ ਲਾਈ। ਮਤਲਬ ਜੇ ਤਹਿਸੀਲਦਾਰ ਨੇ ਫੈਸਲਾ ਕਰ ਦਿੱਤਾ ਤਾਂ ਕਲੈਕਟਰ ਨੇ ਉਸੇ ਫੈਸਲੇ ਨੂੰ ਐਜ਼ ਇਟ ਇਜ਼ ਰੱਖ ਦਿੱਤਾ, मतलब कि ओरिजिनल ऑर्डर ਨੂੰ ਕਨਫਰਮ ਕਰ ਦਿੱਤਾ, then second appeal will not lie, shall not lie। ठीक है जी। नेक्स्ट ये हैगा when any such order is modified or reversed on appeal the collector the order made by the commissioner, ਜੇਕਰ ਕਿਸੇ ओरिजिनल ऑर्डर ਨੂੰ ਮੋਡੀਫਾਈ ਕਰ ਦਿੱਤਾ ਜਾਂ ਰਿਵਰਸ ਕਰ ਦਿੱਤਾ ਕਲੈਕਟਰ ਵੱਲੋਂ, then ਉਹਦੀ ਅਪੀਲ ਪੈਗੀ ਫਾਈਨਲ ਕਮਿਸ਼ਨਰ ਦੇ, then order of the commissioner will be final। ठीक है, clear है? When any such order is modified or reversed on appeal by the collector, the order made by the commissioner on further appeal, if any, to him shall be final। ਇਹ ਕੁਝ ਨਵੀਆਂ ਅਮੈਂਡਮੈਂਟਸ ਆਪਨੇ ਰੈਵਨਿਊ ਕਮਿਸ਼ਨ ਬੈਠਾ ਸੀ ਪਿੱਛੇ ਜੇ, ਉਹਨਾਂ ਨੇ ਕਾਫੀ ਆਬਜ਼ਰਵ ਕੀਤਾ ਹੈਗਾ, ਐਕਟ ਦੇ ਜਿਹੜੀਆਂ ਤਰੁੱਟੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਨਵੀਆਂ ਅਮੈਂਡਮੈਂਟਸ ਵੀ ਇਹਦੇ ਵਿੱਚ ਕੀਤੀਆਂ ਨੇ। ਜਿਵੇਂ ਕਿ ਸੈਕਸ਼ਨ 13(1) ਦੇ ਵਿੱਚ ਕੀਤੇ ਉਹਨੇ, ਅ ਕੇਸ ਵਿਲ ਬੀ ਰਿਮਾਂਡਡ ਓਨਲੀ ਔਨ ਦਾ ਗਰਾਊਂਡ ਆਫ ਦਾ ਨੈਸੈਸਿਟੀ। ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਸਾਡੇ ਕੋਲ ਪਾਰਟੀਸ਼ਨ ਦੇ ਕੇਸ ਚੱਲ ਰਹੇ ਹੁੰਦੇ ਨੇ, ਪਾਰਟੀਸ਼ਨ ਦੇ ਕੇਸ ਬਹੁਤ ਜ਼ਿਆਦਾ ਕੇਸਿਸ ਅਸੀਂ ਦੇਖਦੇ ਹਾਂ ਵੀ ਰਿਮਾਂਡ ਹੋ ਕੇ ਕੇਸ ਵਾਪਸ ਆ ਜਾਂਦਾ, ਜਿੱਥੋਂ ਸ਼ੁਰੂ ਹੋਇਆ ਹੁੰਦਾ ਹੈ। ਮੇਰਾ ਪ੍ਰੈਕਟੀਕਲ ਤਜਰਬਾ ਹੈਗਾ, ਜਿੱਥੋਂ ਕੇਸ ਸ਼ੁਰੂ ਹੋਇਆ ਹੁੰਦਾ ਹੈ ਉਹਦੀ 10 ਸਾਲ ਤੱਕ, 15 ਸਾਲ ਤੱਕ, 12 ਸਾਲ ਤੱਕ, 8 ਸਾਲ ਤੱਕ ਅਪੀਲ ਚੱਲਦੀ ਰਹਿੰਦੀ ਹੈ। ਅਪੀਲ ਚੱਲਦੀ ਅਖੀਰ ਤੇ ਆ ਕੇ ਦੁਬਾਰਾ ਆ ਕੇ ਤੁਹਾਡੇ ਕੋਲ 8 ਸਾਲ ਬਾਅਦ, 10 ਸਾਲ ਬਾਅਦ ਫਿਰ ਕੇਸ ਵਾਪਸ ਆ ਜਾਂਦਾ ਹੈ। ਕੀ ਆਰਡਰ ਹੁੰਦਾ ਉਹਦੇ ਵਿੱਚ? ਜੇ ਮੇਰੇ ਸਾਥੀ ਕੋਈ ਸਾਡੇ ਇੱਥੇ ਕਲਾਸ 'ਚ ਰੀਡਰਸ ਹੋਣਗੇ ਤਹਿਸੀਲਦਾਰਾਂ ਦੇ ਅਥਾਰਟੀ ਕੰਮ ਕਰਦੇ, ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਹੋਏਗਾ। ਅਖੀਰ ਤੇ ਆ ਕੇ ਇਹ ਫੈਸਲਾ ਹੋ ਕੇ ਆ ਜਾਂਦਾ ਵੀ the case is remanded and decide in fresh after hearing both the parties, after giving the opportunity to all the parties। ਦੁਬਾਰਾ ਆ ਕੇ ਨਵੇਂ ਸਿਰੇ ਤੋਂ ਕਾਰਵਾਈ ਫਿਰ ਸਟਾਰਟ ਹੋ ਜਾਂਦੀ ਹੈ। 10 ਸਾਲ ਮਤਲਬ ਟਾਈਮ ਵੇਸਟ ਹੋ ਜਾਂਦਾ। ਹੁਣ ਗਵਰਨਮੈਂਟ ਨੇ ਕੀ ਡਿਸਾਈਡ ਕੀਤਾ ਹੈ? ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੈਗਾ, ਨਵੇਂ ਜਿਹੇ ਅਮੈਂਡਮੈਂਟਸ ਕੀਤੀਆਂ ਨੇ ਵੀ ਓਨਲੀ ਦੈਨ ਦ ਕੇਸ ਇਜ਼ ਰਿਮਾਂਡਡ ਬੈਕ ਇਫ ਦੇयर ਇਜ਼ ਓਪਰਚੁਨਿਟੀ ਕਿਸੇ ਨੂੰ ਨਹੀਂ ਦਿੱਤੀ ਗਈ ਸੁਣਨ ਦੀ। ਕਿਸੇ ਵੀ ਨੈਸੈਸਰੀ ਪਾਰਟੀ ਨੂੰ ਜੇਕਰ ਸੁਣਨ ਦੀ ਮੌਕਾ ਨਹੀਂ ਮਿਲਿਆ, ਮੰਨ ਲਓ ਜਾਂ ਕੇਸ ਐਕਸ ਪਾਰਟੀ ਹੋ ਗਿਆ ਜਾਂ ਕੋਈ ਆਪਣਾ ਪੱਖ ਪੇਸ਼ ਕਰ ਹੀ ਨਾ ਸਕਿਆ, ਹਾਜ਼ਰ ਨਹੀਂ ਹੋ ਸਕਿਆ, ਉਹਨੂੰ ਨੋਟਿਸ ਹੀ ਨਹੀਂ ਮਿਲਿਆ, ਦੈਨ ਇਨ ਕੇਸ ਹੀ ਤੁਸੀਂ ਮਤਲਬ ਕਿ ਹਰ ਅਥਾਰਟੀਜ਼ ਨੂੰ ਕਿਹਾ ਹੈਗਾ ਵੀ ਤੁਸੀਂ ਦੈਨ ਹੀ ਉਸੇ ਸਥਿਤੀ ਦੇ ਵਿੱਚ ਇਹ ਕੇਸ ਨੂੰ ਰਿਮਾਂਡ ਬੈਕ ਕਰਨਾ। ਨਹੀਂ ਤਾਂ ਤੁਸੀਂ ਜੇ ਤੁਹਾਡੇ ਪਾਸ ਅਪੀਲ ਗਈ ਹੈ ਤੁਸੀਂ ਉਹਦਾ ਫੈਸਲਾ ਕਰੋ, ਯੈਸ ਕਰੋ ਜਾਂ ਨੋ ਕਰੋ, ਰਿਮਾਂਡ ਬੈਕ ਨਾ ਫੈਸਲਾ ਕਰੋ। ਜੋ ਵੀ ਤੁਸੀਂ ਡਿਸੀਜਨ ਦੇਣਾ ਹੈ ਫਰਦਰ ਉਹਦੀ ਜਿਹੜੀ ਅਪੀਲ ਹੈ ਅਗਲਾ ਪਾਵੇ ਜਾਂ ਨਾ। ਇਸੇ ਤਰ੍ਹਾਂ ਹੁਣ ਜਿਹੜੇ ਇੰਟਰਮ ਆਰਡਰ ਨੇ ਪਾਰਟੀਸ਼ਨ ਦੇ, ਆਪਾਂ ਪਾਰਟੀਸ਼ਨ ਦੇ ਕਿਸ ਨੂੰ ਡੀਲ ਕਰਦੇ ਹਾਂ। ਕੁਐਸਚਨ ਆਫ ਟਾਈਟਲ ਹੈ, ਮੋਡ ਆਫ ਪਾਰਟੀਸ਼ਨ ਹੈ। ਇਹਦੀ ਸਰਕਾਰ ਨੇ ਪਹਿਲਾਂ ਫੈਸਲਾ ਕਰ ਦਿੱਤਾ ਸੀਗਾ ਵੀ ਜਿਹੜਾ ਇਹਦਾ ਅਪੀਲ ਨਹੀਂ ਹੋਏਗੀ, ਪਰ ਇੱਥੇ ਆ ਕੇ ਕੀ ਹੋਇਆ ਫਿਰ ਮਤਲਬ ਕਿ ਲੋਕਾਂ ਦੇ ਨਾਲ ਬੇਇਨਸਾਫੀ ਹੋਣੀ ਸ਼ੁਰੂ ਹੋ ਗਈ। ਇੱਕ ਵਾਰੀ ਜਿਹੜਾ ਮੋਡ ਆਫ ਪਾਰਟੀਸ਼ਨ ਪਾਸ ਹੋ ਗਿਆ ਤੇ ਉੱਥੋਂ ਕੇਸ ਸਟਾਰਟ ਹੋ ਗਿਆ ਪਾਰਟੀਸ਼ਨ ਦਾ। ਤੇ ਮੇਨ ਤਾਂ ਇਹ ਵੀ ਪਾਰਟੀ ਦਾ ਜਿਹੜਾ ਪਹਿਲਾ ਪੱਖ ਸੀ ਤਾਂ ਸੁਣਿਆ ਨਾ ਗਿਆ। ਇਹਦੇ ਵਿੱਚ ਸਰਕਾਰ ਨੇ ਫਿਰ ਦੁਬਾਰਾ ਪ੍ਰੋਵੀਜ਼ਨ ਰੱਖ ਦਿੱਤੀ ਹੈ ਵੀ ਇਹ ਅਪੀਲੇਬਲ ਨੇ। ਇਹ ਇੰਟਰਮ ਆਰਡਰ ਨਹੀਂ ਕਿਹਾ ਗਿਆ ਇਹਨਾਂ ਨੂੰ, ਇਹ ਥੋੜਾ ਧਿਆਨ ਵਾਲੀ ਗੱਲ ਹੈ। ਇਹਦੇ 'ਚ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ। ਜਿਹੜੇ ਕੁਐਸਚਨ ਆਫ ਟਾਈਟਲ ਐਂਡ ਮੋਡ ਆਫ ਪਾਰਟੀਸ਼ਨ, ਇਹਨਾਂ ਦੋਨੋਂ ਆਰਡਰਸ ਨੂੰ
ਪਹਿਲਾਂ ਅਸੀਂ ਇੰਟਰਨਲ ਆਰਡਰ ਮੰਨਦੇ ਸੀ ਵੀ ਇਹ ਇੰਟਰਨਲ ਆਰਡਰ ਨੇ, ਵੀ ਸ਼ਾਇਦ ਇਹਨਾਂ ਦੀ ਅਪੀਲ ਨਹੀਂ ਹੁੰਦੀ, ਬਟ ਥੀਸ ਆਰ ਫਾਈਨਲ ਆਰਡਰਸ ਟ੍ਰੀਟਡ। ਇਹਨਾਂ ਨੂੰ ਅਸੀਂ ਫਾਈਨਲ ਆਰਡਰ ਟ੍ਰੀਟ ਕਰਦੇ ਹੋਏ ਇਹ ਅਪੀਲੈਂਟ ਇਹਨਾਂ ਦੀ ਅਪੀਲ ਕੀਤੀ ਜਾ ਸਕਦੀ ਹੈ। ਜੀ ਜਦੋਂ ਇਹਨਾਂ ਨੂੰ ਇਸ ਤੋਂ ਪਹਿਲਾਂ ਜਿਹੜਾ ਆਰਡਰ ਅਮੈਂਡਮੈਂਟ ਹੋਈ ਸੀਗੀ ਉਹਦੇ ਵਿੱਚ ਇਹਦੀ ਅਪੀਲ ਹੀ ਖਤਮ ਕਰ ਦਿੱਤੀ ਸੀ ਕੋਡ ਆਫ ਪਾਰਟੀਸ਼ਨ ਦੀ। ਪਰ ਹੁਣ ਇਹ ਰੈਵਨਿਊ ਕਮਿਸ਼ਨ ਬੈਠਿਆ ਸੀਗਾ, ਰੈਵਨਿਊ ਕਮਿਸ਼ਨ ਨੇ ਕਾਫੀ ਅਮੈਂਡਮੈਂਟ ਸੋਚ ਵਿਚਾਰ ਕੇ ਜੋ ਥੱਲੋਂ ਵੀ ਅਸੀਂ ਲੋਕਾਂ ਨੇ ਵੀ ਐਜ਼ ਏ ਜਥੇਬੰਦੀ ਵੀ ਕਾਫੀ ਹਰ ਲੈਵਲ ਤੇ ਮੀਟਿੰਗਸ ਹੋਈਆਂ, ਡਿਸਕਸ ਹੋਇਆ ਵੀ ਇਹਦੇ ਨਾਲ ਤਾਂ ਫਿਰ ਪਾਰਟੀ ਦੇ ਲੋਕਾਂ ਨੂੰ ਪ੍ਰੋਬਲਮ ਹੈ। ਜਦੋਂ ਉਹਦਾ ਬੇਸਿਕ ਹੱਲ ਹੀ ਨਹੀਂ ਹੋਇਆ ਤੇ ਉਹਨਾਂ ਦਾ ਕੁਐਸਚਨ ਆਫ ਟਾਈਟਲ ਹੀ ਡਿਸਾਈਡ ਨਹੀਂ ਹੋਇਆ। ਮਾਲਕ ਆਲਾ ਕਹਿੰਦਾ ਮੈਂ ਤਾਂ ਜੀ ਮੇਰੇ ਤਾਂ 20 ਕਿੱਲੇ ਨਾ, ਮੇਰੀ ਤਾਂ 20 ਕਨਾਲਾਂ ਜ਼ਮੀਨ ਹੈ, ਸਾਡੇ ਰੈਵਨਿਊ ਰਿਕਾਰਡ ਦੇ 'ਚ ਉਹਦੀ 15 ਕਨਾਲਾਂ ਜ਼ਮੀਨ ਬੋਲਦੀ ਹੈ। ਠੀਕ ਹੈ ਜੀ, ਤਾਂ ਜਿਹੜਾ ਕੇਸ ਤਾਂ ਸਟਾਰਟ ਹੋਏਗਾ ਉਹਦੀ ਪ੍ਰੈਜ਼ੈਂਟ ਜਮਾਬੰਦੀ ਦੇ ਅਕੋਰਡਿੰਗ, ਪਰ ਮਾਲਕ ਕਹਿੰਦਾ ਮੇਰੀ 20 ਕਨਾਲਾਂ ਜ਼ਮੀਨ ਹੈ, ਰਿਕਾਰਡ 'ਚ 15 ਕਨਾਲਾਂ ਜ਼ਮੀਨ ਹੈ। ਜਦੋਂ ਤੱਕ ਇਹੀ ਨਹੀਂ ਡਿਸਾਈਡ ਹੋਇਆ ਵੀ ਇਹਦੀ ਜ਼ਮੀਨ 15 ਕਨਾਲਾਂ ਬਣਦੀ ਜਾਂ 20 ਕਨਾਲਾਂ ਬਣਦੀ ਹੈ, ਉਹਦਾ ਡਿਸੀਜਨ ਨਹੀਂ ਹੋ ਜਾਂਦਾ, ਉਦੋਂ ਤੱਕ ਕੇਸ ਨੂੰ ਅੱਗੇ ਪਰਸੂ ਕਰਨਾ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਦੁਬਾਰਾ ਸਰਕਾਰ ਨੇ ਇਹ ਆਪਣਾ ਡਿਸਾਈਡ ਕੀਤਾ ਹੈ ਵੀ ਕੁਐਸਚਨ ਆਫ ਟਾਈਟਲ ਸ਼ੁੱਡ ਬੀ ਡਿਸਾਈਡਡ ਐਟ ਦਾ ਅਰਲੀਐਸਟ ਐਂਡ ਮੋਡ ਆਫ ਪਾਰਟੀਸ਼ਨ। ਇਹ ਦੋਨੋਂ ਅਪੀਲੇਬਲ, ਇਹਨਾਂ ਨੂੰ ਵੀ ਟ੍ਰੀਟ ਕਰੋ ਵੀ that both are the final orders, not the interim orders। interim order ਦੀ ਅਪੀਲ ਸਰਕਾਰ ਨੇ ਕਿਹਾ ਵੀ ਨਹੀਂ ਕਰਨੀ, ਜਿਸ ਕਰਕੇ ਪਾਰਟੀਸ਼ਨ ਦੀ ਜਿਹੜੀ ਕਿਸਮ ਚੱਲਣ 'ਚ ਪ੍ਰੋਬਲਮ ਆਉਂਦੀ ਸੀਗੀ। ਇਹ ਤੱਕ ਅਸੀਂ ਕੱਲ ਪੜ੍ਹਿਆ ਸੀਗਾ ਜੀ। ਹੁਣ ਅਸੀਂ ਸਟਾਰਟ ਕਰਨ ਲੱਗੇ ਸੈਕਸ਼ਨ 14। ਸੈਕਸ਼ਨ 14 ਕੀ ਹੈ? ਲਿਮਿਟੇਸ਼ਨ ਆਫ ਅਪੀਲ। ਅਪੀਲ ਦੀ ਲਿਮਿਟੇਸ਼ਨ ਕੀ ਹੈ? ਅਪੀਲ ਕਿਹਦੀ ਹੋਏਗੀ? ਦੇਖੋ ਤਹਿਸੀਲਦਾਰ ਦੀ, ਨਾਇਬ ਤਹਿਸੀਲਦਾਰ ਦੀ ਕੋਰਟ 'ਚ ਕੋਈ ਅਪੀਲ ਨਹੀਂ ਹੁੰਦੀ, ਕਿਉਂਕਿ these courts are not the appellate courts, these are the original courts। original court ਇੱਥੇ original order ਡਿਸਾਈਡ ਹੁੰਦਾ ਹੈ, ਜਿਹੜਾ ਅਪੀਲ ਫਾਈਲ ਹੁੰਦੀ ਹੈ, ਸੌਰੀ ਕੇਸ ਸੂਟ ਫਾਈਲ ਹੁੰਦਾ ਇੱਥੇ ਆਰਡਰ ਕੇਸ ਡਿਸਾਈਡ ਹੁੰਦਾ ਹੈ। ਇਹਦੀ ਫਰਦਰ ਅਪੀਲਸ ਲਾਈ ਕਰਦੀ ਹੈ ਕਲੈਕਟਰ ਦੀ। ਕਲੈਕਟਰ ਦੀ ਜਿਹੜੀ ਅਪੀਲ ਹੁੰਦੀ ਹੈ ਇਹ ਹੁੰਦੀ ਹੈ ਜੀ 30 ਡੇਜ਼ ਦੇ ਵਿੱਚ, 30 ਦਿਨ ਦੇ ਅੰਦਰ। ਪਰ ਅੱਗੇ ਮੈਂ ਆਪਾਂ ਗੱਲ ਡਿਸਕਸ ਕਰਾਂਗੇ, ਇਹਦੇ ਵਿੱਚ ਵੀ ਸਰਕਾਰ ਨੇ ਕੁਝ ਅਮੈਂਡਮੈਂਟਸ ਕੀਤੀਆਂ ਨੇ। ਕਲੈਕਟਰ ਦੀ ਅਪੀਲ ਲਾਈ ਕਰਦੀ 30 ਦਿਨ ਦੇ ਵਿੱਚ। ਤਹਿਸੀਲਦਾਰ ਨੇ, ਨਾਇਬ ਤਹਿਸੀਲਦਾਰ ਨੇ ਕੋਈ ਫੈਸਲਾ ਸੁਣਾਤਾ, ਕੋਈ ਇੰਤਕਾਲ ਦਾ ਫੈਸਲਾ ਸੁਣਾਤਾ, ਕੋਈ ਪਾਰਟੀਸ਼ਨ ਦਾ ਫੈਸਲਾ ਸੁਣਾਤਾ, ਇਹਦੀ ਅਪੀਲ ਲਾਈ ਕਰੇਗੀ ਕਲੈਕਟਰ ਕੋਲੇ ਵਿਦਿਨ 30 ਡੇਜ਼। ਦੈਨ ਕਮਿਸ਼ਨਰ ਕਲੈਕਟਰ ਦੇ ਆਰਡਰ ਦੀ ਅਪੀਲ ਲਾਈ ਕਰੇਗੀ ਕਮਿਸ਼ਨਰ ਕੋਲੇ ਵਿਦਿਨ 60 ਡੇਜ਼। ਕਮਿਸ਼ਨਰ ਨੇ ਕੋਈ ਫੈਸਲਾ ਕੀਤਾ, ਦੈਨ ਉਹਦੀ ਅਪੀਲ ਆਈ ਕਰੇਗੀ FCR ਕੋਲੇ, FCR ਦੇ ਕੋਲੇ ਵਿਦਿਨ 90 ਡੇਜ਼। ਪਰ ਹੁਣ ਸਰਕਾਰ ਨੇ ਪਾਰਟੀ ਇਨ ਦਾ ਕੇਸ, ਸਪੈਸ਼ਲੀ ਇਨ ਦਾ ਕੇਸਿਸ ਆਫ ਪਾਰਟੀਸ਼ਨ, ਸਰਕਾਰ ਨੇ ਡਿਸਾਈਡ ਕੀਤਾ ਹੈ, ਅਮੈਂਡਮੈਂਟਸ ਕੀਤੀਆਂ। ਤੁਸੀਂ ਇਹਦੇ ਨਾਲ ਆਪਣੀ ਬੁੱਕ ਦੇ ਨਾਲ ਸਾਈਡ ਤੇ ਵੀ ਨੋਟ ਕਰ ਲਓ। ਇਹ ਜਿਹੜੇ ਦਿਨ ਨੇ ਇਹ 50% ਕਰ ਦਿੱਤੇ, ਜਿੱਥੇ 30 ਦਿਨ ਸੀ ਉੱਥੇ 15 ਦਿਨ ਕਰਤਾ। ਇਨ ਦਾ ਕੇਸ ਆਫ ਪਾਰਟੀਸ਼ਨ ਸਪੈਸ਼ਲੀ, ਹੋਰ ਕੇਸਾਂ ਲਈ ਨਹੀਂ ਕੀਤਾ, ਸਿਰਫ ਪਾਰਟੀਸ਼ਨ ਦੇ ਕੇਸਿਸ ਦੇ ਵਿੱਚ ਸਰਕਾਰ ਨੇ ਫੈਸਲਾ ਕੀਤਾ ਵੀ ਜਿੱਥੇ 30 ਦਿਨ ਨੇ ਉੱਥੇ 15 ਦਿਨ ਕਰਤੇ, ਜਿੱਥੇ 60 ਦਿਨ ਨੇ ਉੱਥੇ 30 ਦਿਨ ਕਰ ਦਿੱਤੇ। 90 ਡੇਜ਼ ਵਿੱਚ ਕੋਈ ਡਿਫਰੈਂਸ ਨਹੀਂ, ਕੋਈ ਅਮੈਂਡਮੈਂਟ ਨਹੀਂ ਹੋਈ। ਕਲੀਅਰ ਹੈ ਜੀ? ਸੈਕਸ਼ਨ 14 30 ਡੇਜ਼, 60 ਡੇਜ਼ ਤੇ 90 ਡੇਜ਼। ਬੇਸਿਕ ਲਾਅ ਇਹ ਹੈ, ਓਨਲੀ ਫਾਰ ਦਾ ਪਰਪਸ ਆਫ ਪਾਰਟੀਸ਼ਨ ਕੇਸਿਸ। ਨਿਊ ਅਮੈਂਡਮੈਂਟ ਹੋਈਆਂ ਨੇ, ਉਹਦੇ ਵਿੱਚ ਤੁਸੀਂ ਪਹਿਲਾਂ ਤਾਂ ਜਦੋਂ ਕੋਈ ਕੁਐਸਚਨ ਦਾ ਆਨਸਰ ਦੇਣਾ ਹੈ, ਪਹਿਲਾਂ ਤੁਸੀਂ ਇਹ ਬੇਸਿਕ ਲਾਅ ਹੀ ਦੇਣਾ ਹੈ ਉਹਦੇ ਵਿੱਚ, ਕਿਉਂਕਿ ਹੋ ਸਕਦਾ ਹੈ ਐਗਜ਼ਾਮੀਨਰ ਨੂੰ ਜਿਹਨੇ ਪੇਪਰ ਪਾਇਆ ਉਸਨੇ ਅਮੈਂਡਮੈਂਟਸ ਨਹੀਂ ਦੇਖੀਆਂ ਹੋਣ ਤੇ ਤੁਸੀਂ ਲਿਖ ਦਿਓ 15 ਦਿਨ ਤੇ 30 ਦਿਨ। ਠੀਕ ਹੈ ਜੀ, ਤੁਹਾਡਾ ਆਨਸਰ ਗਲਤ ਕਰ ਦੇਵੇ ਵਾਲਾ। ਤੁਸੀਂ ਬੇਸਿਕ ਲਾਅ ਪਹਿਲਾਂ ਪ੍ਰੋਵਾਈਡ ਕਰਕੇ ਦੈਨ ਥੱਲੇ ਨੋਟ ਦੇ ਦਿਓ ਤੁਸੀਂ, ਫਿਰ ਉੱਥੇ ਦੇ ਦਿਓ ਵੀ ਅਮੈਂਡਮੈਂਟਸ ਗਵਰਨਮੈਂਟ ਦੀ ਜਿਹੜੀ ਅਮੈਂਡਮੈਂਟਸ ਦਾ ਜਿਹੜਾ ਇਹ 30 ਦਿਨ ਦਾ ਹੈਗਾ ਸਮਾਂ ਹੈਗਾ, ਇਹ 15 ਦਿਨ ਦਾ ਕਰਤਾ, ਤੇ 60 ਦਿਨ ਦਾ ਜਿਹੜਾ ਸਮਾਂ ਹੈ ਇਹ 30 ਦਿਨ ਦਾ ਕਰਤਾ। ਓਨਲੀ ਫਾਰ ਦਾ ਕੇਸਿਸ ਆਫ ਪਾਰਟੀਸ਼ਨ ਓਨਲੀ। ਇੱਥੇ ਹੋਰ ਵੀ ਕੇਸਿਸ ਨੇ, ਗਰਦਾਰੀਆਂ ਹੁੰਦੀਆਂ ਨੇ, ਉਹਨਾਂ ਦਾ ਨਹੀਂ ਚੇਂਜ ਕੀਤਾ। ਗਰਦੌਰੀ ਹੈ, ਤਕਸੀਮ, ਆਪਣਾ ਹੋਰ ਕੇਸਿਸ ਬਹੁਤ ਇੰਤਕਾਲਾਂ ਦੇ ਸਮੇਂ ਨੇ, ਉਹ ਜੇ ਨਹੀਂ ਕੀਤੇ, ਸਿਰਫ ਪਾਰਟੀਸ਼ਨ ਦੇ ਕੇਸ। ਹੁਣ ਆਪਾਂ ਸੈਕਸ਼ਨ 15 ਡਿਸਕਸ ਕਰਾਂਗੇ ਜੀ, ਰਿਵਿਊ। ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਇਹਦੇ ਤੇ ਕੁਐਸਚਨ ਜ਼ਰੂਰ ਆਉਂਦਾ ਹੀ ਆਉਂਦਾ ਹੈ, ਤੇ ਆਪਾਂ ਬੜਾ ਥੋੜਾ ਜਿਹਾ ਇਸਨੂੰ ਸਲੋ ਚੱਲ ਕੇ ਹੀ ਕੰਮ ਕਰਾਂਗੇ। ਇਹਦਾ ਬਹੁਤ ਹੀ ਇੰਪੋਰਟੈਂਟ ਕੇਸ ਹੈ, ਸੈਕਸ਼ਨ ਹੈ ਇਹ, ਤੇ ਬੜਾ ਟੈਕਨੀਕਲ ਜਿਹਾ ਹੈਗਾ। ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਤੁਹਾਨੂੰ ਬਾਰ-ਬਾਰ ਤੁਹਾਨੂੰ ਆਪਣੀ ਬੁੱਕ ਵੀ ਪੜ੍ਹਨੀ ਪਏਗੀ। ਮੈਂ ਤੁਹਾਨੂੰ ਜ਼ਬਾਨੀ ਸਮਝਾਦਾ ਨਾ, ਤੇ ਪਰ ਜਦੋਂ ਇੱਕ ਵਾਰੀ ਦੁਬਾਰਾ ਥੋੜਾ ਜਿਹਾ ਤੁਸੀਂ ਰਿਪੀਟ ਵੀ ਕਰਿਓ ਇਸ ਸੈਕਸ਼ਨ ਨੂੰ ਆਪਣੇ ਪੱਧਰ ਤੇ ਪੜ੍ਹਨਾ। ਤੇ ਜੇ ਕਿਸੇ ਕੋਲੇ ਇਹ ਬੁੱਕ ਹੈਗੀ ਹੈ, ਇਹ ਵਾਲੀ,
ਤੁਸੀਂ ਇਹਦਾ ਚੈਪਟਰ ਖੋਲੋਗੇ चैप्टर 52 पेज 299 चैप्टर 52 पेज 299 जे किसी को बुक है जरा वो अपने को रख लो खोलो उसनों क्योंकि ਇਹਦੇ ਚ ਪੰਜਾਬੀ ਦੇ ਚ ਡਿਟੇਲ ਦਿੱਤੀ ਵੀ ਹੈ ਇੰਗਲਿਸ਼ ਚ ਟੈਕਨੀਕਲ ਜੀ ਭਾਸ਼ਾ ਜਿਹੜੀ ਥੋੜੀ ਸਮਝਣੀ ਔਖੀ ਹੁੰਦੀ ਹੈ ਇਹ ਪੰਜਾਬੀ ਦੇ ਵਿੱਚ ਵਧੀਆ ਤਰੀਕੇ ਨਾਲ ਡਿਟੇਲ ਦਿੱਤੀ ਵੀ ਹੈ ਪੇਜ ਚੈਪਟਰ 52 ਰਿਵਿਊ ਵੱਲੋਂ ਮਾਲ ਅਫਸਰ अब ओके जी ਇਹਦਾ ਆਥਰ ਵੀ ਮੈਂ ਹੀ ਆ ਇਹ ਮੇਰੇ ਵੱਲੋਂ ਲਿਖੀ ਗਈ ਹੈ ਹੈ ਜੀ ਇਹਦਾ ਆਥਰ ਵੀ ਮੇਰੇ ਵੱਲੋਂ ਲਿਖੀ ਗਈ ਹੈ ਇਹ ਬੁੱਕ ਇਹ ਜ਼ਮੀਨ ਦੀ ਮਿੰਤੀ ਹੈ ਜੀ ਇਹਦਾ ਪੇਜ ਹੈ 299 299 ਇਹ ਬੁੱਕ ਕਿਹੜੀ ਹੈਗੀ ਜੀ ਇਹ ਬੁੱਕ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ देखो जमीन का इंतकाल निशानदेही माल कार्ड वाली जानकारी क्लियर है आ देखो ना ये पीछे मेरी फोटो लगी हुई है ये देखो दिख रही है जी ਇਹਦਾ ਤੁਸੀਂ पेज 299 ਕੱਢੋ 299 पेज ਕੱਢੋਗੇ ਤੁਸੀਂ ਪੰਜਾਬ ਲੈਂਡ ਰੈਵਨਿਊ ਐਕਟ ਸੈਕਸ਼ਨ 15(1) ਰਿਵਿਊ ਵੱਲੋਂ ਮਾਲ ਅਫਸਰ मालधिकारी खुद या किसी संबंधित धिर की अर्जी उत्ते पंजाबी जी को मैं पंजाबी पढ़ देना मालधिकारी खुद या किसी संबंधित धिर की अर्जी उत्ते खुद पास किए गए हुक्म जी हाँ जी हाँ अलाउड है अलाउड की है जो विद बुक्स ही पेपर है लैके गए थोड़े बहुत सारे लोग पिछली बारी पेपर दे विच ये जो तुहाडा ये पहला पेपर ते काफ़ी कुछ कवर होंदा इहदे विच क्लासेस ऑफ द रेवेन्यू ऑफिसर सारियां दे विच हैगियां ने क्लासेस ऑफ द रेवेन्यू ऑफिसर्स अपील रिव्यू रिवीजन मोड ऑफ समनिंग ये सारा सिस्टम ये मतलब कवर करती है देखो जी तुहाडे कोले ज़्यादातर पंजाबी दी बुक्स है या इंग्लिश दी बुक्स पढ़ रहे हैं आपां पंजाबी का ज्यादातर ओके चलो सेक्शन 15 रिव्यू बाय रेवेन्यू ऑफिसर्स रेवेन्यू ऑफिसर्स मे आइदर ऑफ हिज ओन मोशन और ऑन द एप्लीकेशन ऑफ द पार्टी इंटरेस्टेड रिव्यू and on so reviewing modify reverse or confirm any order passed by himself or by any officer of his predecessor in office मतलब ये कह गया भी कोई भी रेवेन्यू ऑफिसर चाहे वो तहसीलदार है नैब तहसीलदार है SDM है कमिश्नर है FCR है किसी भी ऑर्डर ਨੂੰ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਹੋਵੇ ਜਾਂ ਉਹਦੇ ਪ੍ਰੀਡਿਸੈਸਰ ਵੱਲੋਂ ਕੀਤਾ ਗਿਆ ਹੋਵੇ ਉਹਨੂੰ ਸੂਮੋਟੋ ਖੁਦ ਜਾਂ on the application of any interested party ਉਹਨੂੰ ਰਿਵਿਊ ਕਰ ਸਕਦੀ ਹੈ ਰਿਵਿਊ ਕਰਕੇ ਉਸ ਆਰਡਰ ਨੂੰ ਕਨਫਰਮ ਵੀ ਕਰ ਸਕਦੀ ਹੈ ਐਜ਼ ਇਟ ਇਜ਼ ਵੀ ਠੀਕ ਹੈ ਇਹਦੇ ਵਿੱਚ ਕੋਈ ਤਬਦੀਲੀ ਦੀ ਲੋੜ ਨਹੀਂ ਹੈ ਉਹਨੂੰ ਮੋਡੀਫਾਈ ਵੀ ਕਰ ਸਕਦੀ ਹੈ ਕੋਈ ਚੇਂਜ ਕਰ ਸਕਦੀ ਹੈ ਜਾਂ ਉਸ ਆਰਡਰ ਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ ਰਿਵਿਊ ਦੇ ਵਿੱਚ ਅੱਗੇ ਦੇ ਤੇ ਕੁਝ ਕੰਡੀਸ਼ਨ ਦੱਸੀਆਂ ਨੇ ਵੀ ਜੇ ਕਰਨਾ ਕੁਝ ਤਾਂ ਤੁਸੀਂ ਕੀ ਤੁਹਾਨੂੰ ਉਦੋਂ ਪਹਿਲਾਂ ਜ਼ਰੂਰਤ ਕੀ ਹੋਏਗੀ ਠੀਕ ਹੈ ਜੀ मतलब कोई भी रेवेन्यू ऑफिसर अपने ऑर्डर नो ਜਾਂ ਆਪਣੇ प्रीडिसेसर ऑफिसर नो सुमोटो और ऑन द एप्लीकेशन ऑफ एनी इंटरेस्टेड पार्टी ਜਾਂ ਜਿਵੇਂ ਇਹ ਕਹਿੰਦੀ ਵੀ ਕੋਈ ਇੰਤਕਾਲ ਗਲਤ ਹੋ ਜਾਂਦਾ ਹੈ ਸਾਡੇ ਪਟਵਾਰੀ ਨੇ ਸਾਡੇ ਕਾਨੂੰਗੋ ਨੇ ਤਹਿਸੀਲਦਾਰ ਨੂੰ ਇਨਫੋਰਮ ਕਰਤਾ ਵੀ ਇਹ ਜੀ ਆਪਾਂ ਗਲਤ ਕਰ ਚੁੱਕੇ
then तहसीलदार ਜਾਂ ਨੈਬ ਤਹਿਸੀਲਦਾਰ ਸੁਮੋਟੋ खुद अपनी मर्जी ਦੇ ਨਾਲ ਉਸ ਆਰਡਰ ਨੂੰ ਰਿਵਿਊ ਕਰ ਸਕਦਾ ਹੈ। ਠੀਕ ਹੈ ਜੀ। ਹੁਣ ਕੰਡੀਸ਼ਨਸ ਅੱਗੇ ਕੀ ਨੇ ਇਹਦੇ ਵਿੱਚ ਆਪਾਂ 15 ਸੈਕਸ਼ਨ ਦੀ ਜਿਹੜੀ ਹੈਗੀ ਕਲੌਜ਼ A ਤੇ ਜਾਂਦੇ ਆ। ਦੇਖੋ ਜੀ ਧਿਆਨ ਨਾਲ, when commissioner or collector thinks it necessary to review any order which he has not himself passed, मतलब देखो कमिश्नर और कलैक्टर ते मतलब कि ਉਹਨੂੰ ਥੋੜੀ ਉਹ ਦਿੱਤੀ ਹੈ ਰਿਲੈਕਸੇਸ਼ਨ ਦਿੱਤੀ ਹੈ ਵੀ ਕਿਸੇ ਆਰਡਰ ਨੂੰ ਜਿਹੜਾ ਉਹਨੇ ਖੁਦ ਨਾ ਪਾਸ ਕੀਤਾ ਗਿਆ ਹੋਵੇ। ਕਮਿਸ਼ਨਰ ਔਰ ਕਲੈਕਟਰ ਦੇ ਲਈ ਸਪੈਸ਼ਲ ਹੈ ਵੀ ਜਿਹੜਾ ਆਰਡਰ ਕੋਈ ਰਿਵਿਊ ਕਰਨਾ ਚਾਹੁੰਦਾ ਹੈ ਪਰ ਉਹਨਾਂ ਵੱਲੋਂ ਆਪ ਨਾ ਪਾਸ ਕੀਤਾ ਗਿਆ ਹੋਵੇ, ਯਾਨੀ ਕਿ ਉਹਦੇ ਪ੍ਰੀਡਿਸੈਸਰ ਵੱਲੋਂ ਆਰਡਰ ਪਾਸ ਕੀਤਾ ਹੋਵੇ, ਪਹਿਲਾਂ ਕੀਤਾ ਗਿਆ ਹੋਵੇ। ਦੂਜੇ ਪਾਸੇ ਆਉਂਦਾ ਐਨੀ ਰੈਵਨਿਊ ਆਫੀਸਰ ਬਿਲੋ ਦਾ ਰੈਂਕ ਆਫ ਕਲੈਕਟਰ, ਮਤਲਬ ਉਹਦੇ ਵਿੱਚ ਕੌਣ ਆ ਜਾਂਦੇ ਨੇ? ਤਹਿਸੀਲਦਾਰ, ਨੈਬ ਤਹਿਸੀਲਦਾਰ, ਐਸਡੀਐਮ। ਉਹ ਕੋਈ ਵੀ ਆਰਡਰ ਜਿਹੜਾ ਚਾਹੇ ਉਹਨੇ ਆਪ ਪਾਸ ਕੀਤਾ ਹੋਵੇ ਜਾਂ ਉਹਦੇ ਪ੍ਰੀਡਿਸੈਸਰ ਨੇ ਪਾਸ ਕੀਤਾ ਹੋਵੇ। ਥੋੜਾ ਜਿਹਾ ਡਿਫਰੈਂਸ ਹੈ ਇਹਦੇ ਵਿੱਚ, ਮਤਲਬ ਕਲੈਕਟਰ ਤੇ ਕਮਿਸ਼ਨਰ ਲਈ ਤਾਂ ਇਹ ਕਹਿਤਾ ਵੀ ਜਿਹੜਾ ਆਰਡਰ ਉਹਨੇ ਖੁਦ ਪਾਸ ਨਾ ਕੀਤਾ ਹੋਵੇ। ਤਹਿਸੀਲਦਾਰ ਤੇ ਨੈਬ ਤਹਿਸੀਲਦਾਰ ਨੂੰ ਇਹ ਕਹਿਤਾ ਵੀ ਜਿਹੜਾ ਉਹਨੇ ਆਰਡਰ ਖੁਦ ਪਾਸ ਕੀਤਾ ਹੋਵੇ, ਚਾਹੇ ਉਹਦੇ ਕਿਸੇ ਉਸ ਤੋਂ ਪਹਿਲਾਂ ਕਿਸੇ ਅਫਸਰ ਨੇ ਪਾਸ ਕੀਤਾ ਹੋਵੇ ਜਿਹੜਾ ਉਹਦੀ ਸੀਟ ਤੇ ਕੰਮ ਕਰਕੇ ਗਿਆ ਹੋਵੇ। ਠੀਕ ਹੈ ਜੀ। ਉਸ ਆਰਡਰ ਨੂੰ ਰਿਵਿਊ ਕਰਨ ਤੋਂ ਪਹਿਲਾਂ ਉਹਦੀ ਜਿਹੜੀ ਹੈਗੀ ਹੈ ਸੈਂਕਸ਼ਨ ਲੈਣੀ ਪੈਗੀ ਆਪਣੇ ਤੋਂ, ਜਿਸ ਹਾਇਰ ਅਥਾਰਟੀ ਦੇ ਜਿਸ ਉਸ ਤੋਂ ਇੱਕ ਸਟੈਪ ਕੰਟਰੋਲਿੰਗ ਅਥਾਰਟੀ ਦੇ ਅੰਡਰ ਕੰਮ ਕਰ ਰਹੇ ਹੋਵੇ ਉਹ ਅਧਿਕਾਰੀ, ਉਸ ਕੰਟਰੋਲਿੰਗ ਅਥਾਰਟੀ ਤੋਂ ਉਹਦੀ ਪਹਿਲਾਂ ਸੈਂਕਸ਼ਨ ਲੈਣੀ ਪਏਗੀ। ਇੱਥੇ ਅੱਗੇ ਜੇ ਮੈਂ ਗੱਲ ਕਰਾਂ ਤਾਂ ਇੱਥੋਂ ਇੱਕ ਸਿੱਟਾ ਇਹ ਨਿਕਲਦਾ ਵੀ ਜੇ ਤਹਿਸੀਲਦਾਰ ਨੇ, ਨੈਬ ਤਹਿਸੀਲਦਾਰ ਨੇ ਕੋਈ ਆਰਡਰ ਪਾਸ ਕਰਨਾ ਹੋਵੇ ਜਾਂ ਕੋਈ ਆਰਡਰ ਰਿਵਿਊ ਕਰਨਾ ਹੋਵੇ, ਬੇਸ਼ੱਕ ਉਹਨੇ ਆਪ ਪਾਸ ਕੀਤਾ ਹੈ, ਬੇਸ਼ੱਕ ਉਹਦੇ ਕਿਸੇ ਪਹਿਲਾਂ ਜਿਹੜਾ ਕੋਈ ਆਫੀਸਰ ਰਿਹਾ ਉਸ ਤੋਂ ਉਹਨੇ ਪਾਸ ਕੀਤਾ ਹੈ, ਤਾਂ ਉਹਨੂੰ ਆਪਦੇ ਜਿਸ ਆਫੀਸਰ ਦੇ ਉਸ ਤੋਂ ਕੰਟਰੋਲਿੰਗ ਅਥਾਰਟੀ ਦੇ ਅੰਡਰ ਉਹ ਕੰਮ ਕਰ ਰਿਹਾ ਉਹ ਤੋਂ ਸੈਂਕਸ਼ਨ ਲੈਣੀ ਪਏਗੀ। ਕਲੈਕਟਰ ਤੇ ਕਮਿਸ਼ਨਰ ਨੂੰ ਜੇ ਤਾਂ ਉਹਨੇ ਆਰਡਰ ਆਪ ਪਾਸ ਕੀਤਾ ਹੈ then there is no need to get the sanction। ਇੱਥੇ ਸਿਰਫ ਇੰਨਾ ਹੀ ਗੱਲ ਫਰਕ ਹੈ ਥੋੜਾ ਜਿਹਾ, ਜੇ ਤਾਂ ਉਹਨੇ ਆਰਡਰ ਆਪ ਪਾਸ ਕੀਤਾ ਹੈ then there is no need to get the sanction from the higher authority। ਬਟ ਜੇਕਰ ਆਰਡਰ ਉਸ ਤੋਂ ਪਹਿਲੇ ਕਿਸੇ ਉਹਦੇ ਪ੍ਰੀਡਿਸੈਸਰ ਨੇ ਪਾਸ ਕੀਤਾ ਹੈ then ਉਸ ਨੂੰ ਹਾਇਰ ਅਥਾਰਟੀ ਤੋਂ ਸੈਂਕਸ਼ਨ ਲੈਣ ਦੀ ਲੋੜ ਹੈਗੀ ਹੈ। ਜੇ ਕਲੈਕਟਰ ਨੇ ਕੋਈ ਆਰਡਰ ਪਾਸ ਕੀਤਾ ਹੈ ਪਹਿਲੇ ਨੇ ਤਾਂ ਕਮਿਸ਼ਨਰ ਤੋਂ ਪਰਮਿਸ਼ਨ ਲੈਣੀ ਪਏਗੀ। ਜੇ ਕਮਿਸ਼ਨਰ ਨੇ ਕੋਈ ਆਰਡਰ ਪਾਸ ਕੀਤਾ ਹੈ ਪਹਿਲੇ ਨੇ ਤਾਂ ਐਫਸੀਆਰ ਤੋਂ ਪਰਮਿਸ਼ਨ ਲੈਣੀ ਪਏਗੀ। ਬਟ ਜੇਕਰ ਕਲੈਕਟਰ ਨੇ ਆਪ ਹੀ ਆਰਡਰ ਪਾਸ ਕੀਤਾ ਹੋਇਆ ਹੋਵੇ ਤਾਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਕਮਿਸ਼ਨਰ ਨੇ ਆਪ ਹੀ ਆਰਡਰ ਪਾਸ ਕੀਤਾ ਹੈ, ਉਹ ਜਿਹੜਾ ਕੰਮ ਕਰ ਰਿਹਾ ਹੈ ਇਸ ਵੇਲੇ ਮੌਕੇ ਤੇ ਐਟ ਪ੍ਰੈਜ਼ੈਂਟ ਵਰਕਿੰਗ ਦੇ ਵਿੱਚ ਹੈ, ਤਾਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਠੀਕ ਹੈ ਜੀ, ਕਲੀਅਰ ਹੈ ਗੱਲ? ਯਾਨੀ ਕਿ ਹਰ ਅਥਾਰਟੀ ਤੋਂ ਪਰਮਿਸ਼ਨ ਲੈਣੀ, ਸੈਂਕਸ਼ਨ ਲੈਣੀ ਜ਼ਰੂਰੀ ਹੈ ਜੇ ਕੋਈ ਆਰਡਰ ਅਸੀਂ ਰਿਵਿਊ ਕਰਨਾ ਹੈ ਜੀ। ਕੁਝ ਕੇਸਾਂ ਦੇ ਵਿੱਚ ਐਸਡੀਐਮ ਦੇ ਕੋਲ ਕਲੈਕਟਰ ਦੀਆਂ ਪਾਵਰਸ ਆ, ਉੱਥੇ ਉਹ ਐਸਡੀਐਮ ਨੂੰ ਪਰਮਿਸ਼ਨ ਲੈਣ ਦੀ ਲੋੜ ਹੈ ਜਾਂ ਨਹੀਂ ਹੈ? ਸਿਰਫ ਇਹਨਾਂ ਕਲੀਅਰ ਕਰੇ। ਥੈਂਕ ਯੂ। ਰਿਵਿਊ ਕਿਹਨੇ ਕਰਨਾ? ਆਰਡਰ ਤਹਿਸੀਲਦਾਰ ਨੇ ਕਰਨਾ ਹੈ। ਐਸਡੀਐਮ ਸਬ ਡਿਵੀਜ਼ਨਲ ਮੈਜਿਸਟ੍ਰੇਟ ਲੈਣੀ ਪਏਗੀ ਅਥਾਰਟੀ। ਜਦੋਂ ਕੋਈ ਆਫੀਸਰ ਜਦੋਂ ਸਰ ਪੁਆਇੰਟ ਨਾ ਸੀ ਕਿ ਕੁਝ ਕੇਸਾਂ ਦੇ ਵਿੱਚ ਉਹਨੂੰ ਕਲੈਕਟਰ ਮੰਨਿਆ ਗਿਆ, ਸਬ ਡਿਵੀਜ਼ਨਲ ਮੈਜਿਸਟ੍ਰੇਟ ਨੂੰ ਐਜ਼ ਅ ਕਲੈਕਟਰ ਮੰਨਿਆ ਗਿਆ, ਕੀ ਉਹ ਪਰਮਿਸ਼ਨ ਲਊਗਾ ਜਾਂ ਨਹੀਂ? ਜੇ ਆਰਡਰ ਉਹਨੇ ਆਪ ਪਾਸ ਕੀਤਾ ਹੋਇਆ ਫਿਰ ਲੋੜ ਨਹੀਂ। ਜੇਕਰ ਆਰਡਰ ਉਹਦੇ ਪ੍ਰੀਡਿਸੈਸਰ ਨੇ ਪਾਸ ਕੀਤਾ ਗਿਆ ਹੋਵੇ ਫਿਰ ਉਹਨੂੰ ਲੋੜ ਪਏਗੀ ਪਰਮਿਸ਼ਨ ਲੈਣ। ਠੀਕ ਹੈ ਜੀ। ਤਹਿਸੀਲਦਾਰ ਦਾ ਆਰਡਰ ਹੈ ਜੀ, ਉਹਨੂੰ ਰਿਵਿਊ ਜਿਹੜਾ ਐਸਡੀਐਮ ਨੇ ਕਰਨਾ ਜਾਂ ਡੀਸੀ ਨੇ ਕਰਨਾ? ਦੇਖੋ ਲਾਅ ਇਹ ਕਹਿੰਦਾ ਹੈ ਵੀ ਅੰਡਰ ਹੂਜ਼ ਕੰਟਰੋਲ ਹੀ ਇਜ਼ ਵਰਕਿੰਗ। ਲਾਅ ਇਹ ਕਹਿੰਦਾ ਹੈ ਅੰਡਰ ਹੂਜ਼ ਕੰਟਰੋਲ। ਅਸੀਂ ਕੰਟਰੋਲ ਤੇ ਕਿਹਦੇ ਅੰਡਰ ਕੰਮ ਕਰ ਰਹੇ ਹਾਂ? ਅਸੀਂ ਕੰਟਰੋਲ 'ਚ ਕੰਮ ਕਰ ਰਹੇ ਹਾਂ। ਸਾਡੇ ਤੋਂ ਹਾਇਰ ਅਥਾਰਟੀ ਕਿਹੜੀ ਹੈ? ਕਲੈਕਟਰ ਹੈ। ਜੇਕਰ ਪਾਵਰਸ ਕਲੈਕਟਰ ਦੀਆਂ ਐਸਡੀਐਮ ਕੋਲ ਨੇ then we have to get the permission from the collector, maybe SDM, maybe collector, maybe DC। ਜਿਹੜੇ ਆਰਡਰ ਇੱਕ ਮਿੰਟ ਸੁਣੋ, ਜਿਹੜੇ ਆਰਡਰ ਨੂੰ ਅਸੀਂ ਰਿਵਿਊ ਕਰਨਾ ਚਾਹੁੰਦੇ ਆ, ਅਸੀਂ ਸਾਡੀ ਹਾਇਰ ਅਥਾਰਟੀ, ਸਾਡੇ ਤੋਂ ਉੱਪਰ ਦੀ ਜਿਹੜੀ ਹਾਇਰ ਅਥਾਰਟੀ ਹੈ ਕਲੈਕਟਰ ਹੈ। ਸਾਡੇ ਆਰਡਰ ਦੀ ਅਪੀਲ ਕਲੈਕਟਰ ਕੋਲੇ ਜਾਂਦੀ ਹੈ। ਜਿਹੜੇ ਆਰਡਰ ਨੂੰ ਅਸੀਂ ਰਿਵਿਊ ਕਰਨਾ ਚਾਹੁੰਦੇ ਆ, ਜੇਕਰ ਉਹਦੀਆਂ ਪਾਵਰਸ ਕਲੈਕਟਰ ਦੀਆਂ ਐਸਡੀਐਮ ਕੋਲ ਨੇ then we have to get the permission from the SDM
ਜੇਕਰ ਪਾਵਰਸ ਕਲੈਕਟਰ ਦੀਆਂ ਡੀਸੀ ਕੋਲੇ ਨੇ ਤਾਂ ਸਾਨੂੰ ਪਰਮਿਸ਼ਨ ਜਿਹੜੀ ਲੈਣੀ ਪਏਗੀ ਡੀਸੀ ਕੋਲ ਲੈਣੀ ਪਏਗੀ। ਆਮ ਤੌਰ ਤੇ ਹੁੰਦਾ ਜੀ ਆਪਾਂ ਜਿਹੜੀ ਜੇ ਪਾਵਰ ਕਲੈਕਟਰ ਦੇ ਆ ਐਸਟੀਐਮ ਦੇ ਕੋਲ ਆ ਉਹ ਵੀ ਅੱਗੇ ਡਿਸਟ੍ਰਿਕਟ ਕਲੈਕਟਰ ਨੂੰ ਭੇਜ ਦਿੰਦੇ ਆ। ਨਹੀਂ ਫਿਰ ਦੇਖੋ ਉਹ ਤਾਂ ਏਦਾਂ ਤਾਂ ਹੁਣ ਬਹੁਤ ਕੁਝ ਚੱਲਦਾ ਹੈ, ਨਹੀਂ ਕਈ ਵਾਰੀ ਸਮਝ ਹੁੰਦੀ ਰਿਵਿਊ ਜਿਹੜਾ ਡਿਸਟ੍ਰਿਕਟ ਕਲੈਕਟਰ ਕੀ ਕਰਦੇ ਆ ਤੇ ਆਰਡਰ ਰਿਵਿਊ ਕਰਨ ਦੀ ਬਜਾਏ ਨਾ ਹਾਂ। ਜੇ ਕਿਸੇ ਪਟਵਾਰੀ ਦੀ ਗਲਤੀ ਹੈ ਜਾਂ ਕਿਸੇ ਤਹਿਸੀਲਦਾਰ ਦੀ ਉਹ ਸਜ਼ਾ ਦੀ ਕਾਰਵਾਈ ਸਟਾਰਟ ਕਰਨਾ। ਆਰਡਰ ਰਿਵਿਊ ਕਰਨ ਦੀ ਬਾਅਦ ਵਿੱਚ ਕਰਕੇ ਚਲੋ ਉਹ ਇੱਕ ਸੈਪਰੇਟ ਇਸ਼ੂ ਹੈਗਾ, ਪਰ ਆਪਾਂ ਜੋ ਲਾਅ ਪ੍ਰੋਵਾਈਡ ਕਰਦਾ ਹੈ, ਠੀਕ ਹੈ ਜੀ, ਲਾਅ ਪ੍ਰੋਵਾਈਡ ਕਰਦਾ ਹੈ ਰਿਵਿਊ ਉੱਥੇ ਡੀਸੀ ਨੂੰ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ ਜੇ ਪਾਵਰਾਂ ਐਸਟੀਐਮ ਕੋਲ ਹੈਗੀਆਂ ਨੇ, ਠੀਕ ਹੈ। ਉੱਥੇ ਭੇਜਣ ਦੀ ਜ਼ਰੂਰਤ ਨਹੀਂ ਹੈ। ਅਸੀਂ ਇਨ ਪ੍ਰੈਕਟਿਸ ਅਸੀਂ ਬਹੁਤ ਸਾਰੇ ਕੰਮ ਕੀਤੇ, ਜੇ ਕਿਤੇ ਗਲਤੀ ਕੋਈ ਫਲਤੀ ਕੋਈ ਹੁੰਦੀ ਹੈ ਅਸੀਂ ਐਸਟੀਐਮ ਤੋਂ ਪਰਮਿਸ਼ਨਸ ਲਈਆਂ ਨੇ ਰਿਵਿਊ ਕਰਨ ਦੇ ਲਈ ਇੰਤਕਾਲਾਂ ਨੂੰ, ਠੀਕ ਹੈ ਜੀ, ਕਿਉਂਕਿ ਐਸਡੀਐਮ ਕੋਲ ਜਦੋਂ ਕਲੈਕਟਰ ਦੇ ਪਾਵਰਸ ਹੋਣ ਤਾਂ। ਨੈਕਸਟ ਆ ਜਾਂਦਾ ਜੀ ਇਹ ਐਪਲੀਕੇਸ਼ਨ ਜਿਹੜੀ ਰਿਵਿਊ ਦੀ ਹੈ ਇਹ ਕਦੋਂ ਦਿੱਤੀ ਜਾ ਸਕਦੀ, ਇਹਦੀ ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਹੈ। ਇਹਦੀ ਜਿਹੜੀ ਲਿਮਿਟੇਸ਼ਨ ਹੈ ਇਹਦਾ ਸੈਕਸ਼ਨ 15 ਦਾ ਜਿਹੜੀ ਜਿਹੜੀ ਕਲੌਜ਼ ਹੈ B ਹੈ, ਇਹ ਵੀ ਧਿਆਨ ਨਾਲ ਦੇਖੋ। ਇਹਦੇ ਵਿੱਚ ਐਪਲੀਕੇਸ਼ਨ ਜੇ ਤਾਂ ਅਸੀਂ ਸੂਮੋਟੋ ਕਰਦੇ ਹਾਂ ਫਿਰ ਤਾਂ ਸਾਡੇ ਕੋਲੇ ਕੋਈ ਐਪਲੀਕੇਸ਼ਨ ਦੀ ਲੋੜ ਨਹੀਂ ਹੈ, ਫਿਰ ਤਾਂ ਅਸੀਂ ਕਦੋਂ ਵੀ ਕਰ ਸਕਦੇ ਹਾਂ, ਠੀਕ ਹੈ। ਪਰ ਜੇ ਕੋਈ ਪਾਰਟੀ ਇੰਟਰਸਟਡ ਪਾਰਟੀ ਹੋਵੇ ਜਿਹਨੇ ਆਪਣੇ ਕਿਸੇ ਆਰਡਰ ਨੂੰ ਰਿਵਿਊ ਕਰਵਾਉਣਾ ਹੋਵੇ, ਐਗਰੀਵਡ ਪਾਰਟੀ ਕਹ ਲਈਏ ਚਾਹੇ ਇੰਟਰਸਟਡ ਪਾਰਟੀ ਕਹ ਲਈਏ, ਜਦੋਂ ਕੋਈ ਪਾਰਟੀ ਆਰਡਰ ਰਿਵਿਊ ਕਰਾਉਣਾ ਚਾਹਦੇ ਦੈਨ देयर इज अ लिमिट ऑफ 90 डेज फ्रॉम द पासिंग ऑफ द ऑर्डर। ਜਦੋਂ ਆਰਡਰ ਪਾਸ ਹੋ ਗਿਆ ਤਾਂ ਉਸ ਆਰਡਰ ਦੇ 90 ਦਿਨਾਂ ਦੇ ਅੰਦਰ ਅੰਦਰ ਪਾਰਟੀ ਨੂੰ ਐਪਲੀਕੇਸ਼ਨ ਦੇਣੀ ਪਏਗੀ। ਜੇ ਕੋਈ ਪਾਰਟੀ ਇੱਥੇ ਵੀ ਥੋੜਾ ਰਿਲੈਕਸੇਸ਼ਨ ਦਿੱਤੀ ਗਈ ਹੈ, ਜੇ ਕੋਈ ਪਾਰਟੀ 90 ਦਿਨ ਦੇ ਅੰਦਰ ਅੰਦਰ ਐਪਲੀਕੇਸ਼ਨ ਨਹੀਂ ਦੇ ਪਾਉਂਦੀ ਕਿਸੇ ਕਾਰਨ, ਤਾਂ ਉਹਨੂੰ ਰੈਵਨਿਊ ਆਫਿਸਰ ਜਿੱਥੇ ਉਹ ਐਪਲੀਕੇਸ਼ਨ ਦੇ ਰਹੀ ਹੈ ਉਸ ਰੈਵਨਿਊ ਆਫਿਸਰ ਨੂੰ ਸੈਟੀਸਫਾਈ ਕਰਨਾ ਹੋਏਗਾ ਵੀ ਮੈਂ ਕਿਉਂ ਨਹੀਂ ਐਪਲੀਕੇਸ਼ਨ ਦੇ ਸਕੀ 90 ਦਿਨ ਦੇ ਅੰਦਰ, ਮੈਨੂੰ ਪਤਾ ਨਹੀਂ ਚੱਲਿਆ, ਜਾਂ ਕੋਈ ਜਸਟੀਫਾਈ ਰੀਜ਼ਨ ਇਹੋ ਜਿਹਾ ਹੋਵੇ ਜਿਹਦੇ ਵਿੱਚ ਰੈਵਨਿਊ ਆਫਿਸਰ ਸੈਟੀਸਫਾਈ ਹੋਵੇ, ਦੈਨ ਇਹ ਜਿਹੜੀ ਐਪਲੀਕੇਸ਼ਨ ਹੈ 90 ਡੇਜ਼ ਦੀ ਕੰਟਰੋਲ ਵੀ ਹੋ ਸਕਦੀ ਹੈ, ਠੀਕ ਹੈ ਜੀ, ਕਲੀਅਰ ਹੈ। ਤਾਂ ਸਮੇਂ ਦੀ ਜਿਹੜੀ ਮਿਆਦ ਹੈ ਜ਼ਿਆਦਾ ਵੀ ਹੋ ਸਕਦੀ ਹੈ। ਅੱਗੇ ਅਸੀਂ ਚੱਲਾਂਗੇ, ਹੈ ਜੀ ਜੀ। ਪਟਵਾਰੀ ਨੇ ਇੰਤਕਾਲ ਤੱਕ ਕੀਤਾ 2016 ਵਿੱਚ, ਜਮਾਬੰਦੀ ਬਣੀ ਹਾਂਜੀ ਜਮਾਬੰਦੀ 2018 ਵਿੱਚ ਬਣੀ ਤੇ ਕਾਨੂੰਨ ਦਾ ਪੜਤਾਲ ਦੇ ਵਿੱਚ ਨਜ਼ਰ ਕਰਨੀ ਘੱਟ ਆ ਗਈ ਇੰਤਕਾਲ ਨੂੰ। ਤੇ ਉਹਦੀ ਪਰਮਿਸ਼ਨ ਤੇ ਕਿੱਦਾਂ ਦੇਖੋ ਨਜ਼ਰਸਾਨੀ ਨੂੰ ਅਸੀਂ ਜੇ ਕਰ ਲਈਏ, ਨਜ਼ਰਸਾਨੀ ਇਜ਼ ਆਲਸੋ ਰਿਵਿਊ, ਨਜ਼ਰਸਾਨੀ ਇਜ਼ ਆਲਸੋ ਰਿਵਿਊ, ਇਹੀ ਐਕਟ ਤੇ ਲਾਗੂ ਹੁੰਦਾ ਹੈ, ਇਹੀ ਸੈਕਸ਼ਨ ਲਾਗੂ ਹੁੰਦੀ ਹੈ। ਕਾਨੂੰਗੋ ਨੇ ਨਜ਼ਰਸਾਨੀ ਚ ਕੱਢ ਦਿੱਤਾ, ਕਾਨੂੰਗੋ ਨੇ ਆਪਣੇ ਜਿਹੜੇ ਫੈਕਟਸ ਨੇ ਆਪਣੀ ਜਿਹੜੀ ਰਿਪੋਰਟ ਆ ਤਹਿਸੀਲਦਾਰ ਕੋਲੇ ਦਿੱਤੀ, ਤਹਿਸੀਲਦਾਰ ਹੁਣ ਇੱਥੇ ਸੂਮੋਟੋ ਐਕਸ਼ਨ ਲੈ ਰਹੇ ਹਨ ਤਹਿਸੀਲਦਾਰ ਔਨ ਦਾ ਰਿਪੋਰਟ ਆਫ ਦਾ ਸਬਆਰਡੀਨੇਟਸ, ਇੱਥੇ ਤਹਿਸੀਲਦਾਰ ਸੂਮੋਟੋ ਐਕਸ਼ਨ ਲਏਗੇ। ਜੇ ਉਹਨੂੰ ਲੱਗੇਗਾ ਵੀ ਹਾਂ ਇਹਨੂੰ ਰਿਵਿਊ ਕਰਨਾ ਯੋਗ ਬਣਦਾ ਹੈ ਜਾਂ ਰਿਵਿਊ ਕਰਨਾ ਯੋਗ ਨਹੀਂ ਬਣਦਾ, ਠੀਕ ਹੈ ਜੀ, ਦੈਨ ਇਹੀ ਪ੍ਰੋਸੀਜਰ ਅਡਾਪਟ ਹੋਏਗਾ। ਫਿਰ ਉਹ ਆਪਣੀ ਸੈਂਕਸ਼ਨ ਲੈਣਗੇ, ਸੈਂਕਸ਼ਨ ਲੈ ਕੇ ਉਸ ਨੂੰ ਡਿਸੀਜਨ ਕੀਤਾ ਜਾ ਸਕਦਾ ਹੈ ਰੈਵਨਿਊ ਆਫਿਸਰ ਵੱਲੋਂ। ਰਿਵਿਊ ਦਾ ਮਤਲਬ ਦੇਖੋ ਕੀ ਹੁੰਦਾ ਹੈ, ਰਿਵਿਊ ਦਾ ਮਤਲਬ ਤਾਂ ਇਹ ਹੈ ਵੀ ਰਿਵਿਊ ਕਰਕੇ ਉਸ ਤੋਂ ਬਾਅਦ ਉਹਦੀ ਪਰਮਿਸ਼ਨ ਲੈਣੀ ਹੁੰਦੀ ਹੈ। ਹੁਣ ਰਿਵਿਊ ਕਰਕੇ ਆਪਾਂ ਕਹਿੰਦੇ ਕਈ ਵਾਰੀ ਆਪਣੇ ਕੇਸ ਚਲੇ ਜਾਂਦੇ, ਐਸਕੇ ਬ੍ਰਾਂਚ ਚਲੇ ਜਾਂਦੇ, ਮੁੜ ਕੇ ਵਾਪਸ ਹੀ ਨਹੀਂ ਆਉਂਦੇ ਹੈਗੇ। ਰਿਵਿਊ ਦਾ ਮਤਲਬ ਤਾਂ ਇਹ ਹੈ ਵੀ ਰਿਵਿਊ ਕਰਨਾ, ਇਸ ਕੇਸ ਨੂੰ ਮੈਂ ਦੁਬਾਰਾ ਜਾਂਚਣਾ ਹੈ, ਦੁਬਾਰਾ ਪਰਖਣਾ ਹੈ, ਦੁਬਾਰਾ ਇਹਦਾ ਫੈਸਲਾ ਕਰਨਾ ਹੈ ਵੀ ਕੀ ਇਜਾਜ਼ਤ ਮਿਲਦੀ ਹੈ। ਜੇ ਇਜਾਜ਼ਤ ਮਿਲਦੀ ਹੈ ਦੈਨ ਵੀ ਕੈਨ ਡਿਸਾਈਡ ਇਨ ਫਰੈਸ਼, ਉਸ ਆਰਡਰ ਨੂੰ ਕਨਫਰਮ ਵੀ ਕੀਤਾ ਜਾ ਸਕਦਾ ਹੈ, ਉਸ ਆਰਡਰ ਦੇ ਵਿੱਚ ਮੋਡੀਫਿਕੇਸ਼ਨ ਵੀ ਕੀਤੀ ਜਾ ਸਕਦੀ ਹੈ, ਉਸ ਆਰਡਰ ਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ। ਸਾਡੇ ਕੋਲ ਤਿੰਨ ਤਰੀਕੇ ਹੁੰਦੇ ਆ ਰਿਵਿਊ ਦੇ ਵਿੱਚ। ਰਿਵਿਊ ਦੀ ਸੈਂਕਸ਼ਨ ਮਿਲ ਗਈ ਤਾਂ ਅਸੀਂ ਉਸ ਆਰਡਰ ਨੂੰ ਐਜ਼ ਇਟ ਇਜ਼ ਕਨਫਰਮ ਵੀ ਰੱਖ ਸਕਦੇ ਹਾਂ, ਉਸ ਆਰਡਰ ਨੂੰ ਅਸੀਂ ਮੋਡੀਫਾਈ ਵੀ ਕਰ ਸਕਦੇ ਹਾਂ, ਉਸ ਆਰਡਰ ਨੂੰ ਅਸੀਂ ਰਿਵਰਸ ਵੀ ਕਰ ਸਕਦੇ ਹਾਂ। ਬਟ ਜਦੋਂ ਇਹ ਜਿਹੜੀ ਹੁਣ ਦੇਖੋ ਕਲੌਜ਼ ਸੀ ਇਜ਼ ਵੈਰੀ ਇੰਪੋਰਟੈਂਟ। ਜੇਕਰ ਅਸੀਂ ਆਰਡਰ ਨੂੰ ਕਨਫਰਮ ਕਰ ਦਿੱਤਾ ਫਿਰ ਤਾਂ ਕੋਈ ਛੇੜਛਾੜ ਨਾ ਹੋਈ ਆਰਡਰ ਦੇ ਵਿੱਚ, ਕਿਸੇ ਵੀ ਪਾਰਟੀ ਨੂੰ ਕੋਈ ਲਾਸ ਨਾ ਹੋਇਆ, then there is no need to give the opportunity to anybody। ਬਟ ਜੇਕਰ ਅਸੀਂ ਉਸ ਆਰਡਰ ਨੂੰ ਰਿਵਿਊ ਕਰਦੇ ਹੋਏ ਉਸ ਆਰਡਰ ਨੂੰ ਅਸੀਂ ਮੋਡੀਫਾਈ ਕਰਦੇ ਹਾਂ ਜਾਂ ਰਿਵਰਸ ਕਰਦੇ ਹਾਂ ਤਾਂ ਕੀ ਹੋਣਾ ਚਾਹੀਦਾ ਹੈ। ਆਪਾਂ ਜੇ ਨੈਚੁਰਲ ਜਸਟਿਸ ਦੀ ਗੱਲ ਕਰੀਏ, ਮੰਨ ਲਓ A ਪਾਰਟੀ ਦਾ ਹੱਕ ਦੇ ਇੰਤਕਾਲ ਹੋਇਆ ਹੋਇਆ, ਹੁਣ ਅਸੀਂ B ਪਾਰਟੀ ਦੇ ਹੱਕ 'ਚ ਇੰਤਕਾਲ ਕਰ ਰਹੇ ਹਾਂ,
ए पार्टी ਨੂੰ ਸੁਣੇ ਬਗੈਰ ਤਾਂ ਨਹੀਂ ਕਰਨਾ ਚਾਹੀਦਾ। ए पार्टी ਨੂੰ ਤਾਂ ਪਤਾ ਮੇਰਾ ਇਤਕਾਲ ਮੇਰੇ ਹੱਕ 'ਚ ਹੋ ਚੁੱਕਿਆ ਜਾਂ ਫੈਸਲਾ ਮੇਰੇ ਹੱਕ 'ਚ ਹੋ ਚੁੱਕਿਆ, ਅਸੀਂ ਰਿਵਿਊ ਕਰਦੇ ਹਾਂ। ए ਪਾर्टी ਨੂੰ ਪਤਾ ਹੀ ਨਹੀਂ, B ਪਾर्टी ਨੇ ਸਾਡੇ ਕੋਲ ਐਪਲੀਕੇਸ਼ਨ ਦਿੱਤੀ, B ਪਾर्टी ਦੀ ਐਪਲੀਕੇਸ਼ਨ ਤੇ ਅਸੀਂ ਉਹਦੀ ਰਿਵਿਊ ਕਰਨ ਦੀ ਸੈਂਕਸ਼ਨ ਲੈ ਲਈ, ਤੇ ਫਿਰ ਅਸੀਂ ਉਹਦਾ ਜਦੋਂ ਫੈਸਲਾ ਕਰ ਰਹੇ ਹਾਂ, ਜੇ ਅਸੀਂ ਉਸ ਆਰਡਰ ਨੂੰ ਰਿਵਰਸ ਕਰ ਰਹੇ ਹਾਂ ਤਾਂ A ਪਾर्टी ਤੋਂ ਅਸੀਂ ਸੁਣਿਆ ਨਹੀਂ, A ਪਾर्टी ਦੇ ਹੱਕ 'ਚ ਪਹਿਲਾਂ ਇੰਤਕਾਲ ਹੋਇਆ ਹੋਇਆ ਉਹਨੂੰ ਅਸੀਂ ਸੁਣਿਆ ਨਹੀਂ, ਜਾਂ ਉਸ ਆਰਡਰ ਦੇ ਵਿੱਚ ਅਸੀਂ ਕੋਈ ਮੋਡੀਫਿਕੇਸ਼ਨ ਕਰ ਰਹੇ ਹਾਂ ਜਿਹਦਾ A ਪਾर्टी ਨੂੰ ਲਾਸ ਹੋ ਰਿਹਾ ਹੈ ਤਾਂ ਵੀ ਅਸੀਂ ਉਸਨੂੰ ਸੁਣਿਆ ਨਹੀਂ ਹੈਗਾ। ਇਸ ਕਰਕੇ ਤੇ ਪੈਟ ਲਾਅ ਇਹ ਹੈਗਾ, ਮਤਲਬ ਕਿ ਸਾਨੂੰ ਦੂਜੀ ਪਾਰਟੀ ਨੂੰ ਸੁਣਨ ਦਾ ਮੌਕਾ ਦਿੱਤਾ ਜਾਣਾ ਜ਼ਰੂਰੀ ਹੈ। We have to give the opportunity to the aggrieved party, मतलब कह लिए we have to। ਸਰ ਆਪਾਂ ਰਿਵਿਊ ਦੀ ਐਪਲੀਕੇਸ਼ਨ ਕੋਈ B ਪਾਰਟੀ ਨੇ ਦੇ ਦਿੱਤੀ, ਆਪਾਂ ਨੂੰ ਉਹਦੇ ਵਿੱਚ A ਪਾਰਟੀ ਨੂੰ ਸਬਮਿਟ ਕਰਨੀ ਚਾਹੀਦੀ ਵੀ ਤੁਹਾਡਾ ਫੈਸਲਾ ਰਿਵਿਊ ਲਈ ਜਿਹੜਾ ਕਲੈਕਟਰ ਨੂੰ ਭੇਜਿਆ ਜਾਂਦਾ ਜਾਂ ਨਹੀਂ ਭੇਜਿਆ ਜਾਂਦਾ। ਉੱਥੇ ਕੋਈ ਜ਼ਰੂਰਤ ਨਹੀਂ ਹੈਗੀ, ਜਦੋਂ ਤੁਸੀਂ ਡਿਸਾਈਡ ਕਰਨਾ ਹੈ, ਜਦੋਂ ਤੁਹਾਡੇ ਕੋਲ ਰਿਵਿਊ ਹੋ ਕੇ ਆ ਗਿਆ ਤੁਸੀਂ ਡਿਸਾਈਡ ਕਰਨਾ ਹੈ, ਦੈਨ ਤੁਸੀਂ ਜੇ ਤਾਂ ਤੁਸੀਂ ਦੇਖ ਲਿਆ ਆਰਡਰ ਦੇ ਵਿੱਚ ਕੋਈ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ ਤਾਂ ਵੀ ਕੋਈ ਲੋੜ ਨਹੀਂ ਬੁਲਾਉਣ ਦੀ ਦੂਜੀ A ਪਾਰਟੀ ਨੂੰ। ਪਰ ਜੇ ਤੁਹਾਨੂੰ ਲੱਗਦਾ ਵੀ ਮੈਂ ਇਸ ਆਰਡਰ ਦੇ ਵਿੱਚ ਮੈਂ ਕੋਈ ਚੇਂਜ ਕਰਨੀ ਹੈ ਜਾਂ ਮੋਡੀਫਿਕੇਸ਼ਨ ਕਰਨੀ ਹੈ ਜਾਂ ਰਿਵਰਸ ਕਰਨਾ ਹੈ, ਦੈਨ ਵੀ ਹੈਵ ਟੂ ਗਿਵ ਦਾ ਨੋਟਿਸ ਟੂ ਦਾ A ਪਾਰਟੀ। ਨੋਟਿਸ ਦੇ ਕੇ ਉਹਨੂੰ ਸੁਣ ਕੇ ਨਵੇਂ ਸਿਰੇ ਤੋਂ, ਜੇ ਉਹਦਾ ਪੱਖ ਹੋ ਸਕਦਾ ਹੈ ਅਸੀਂ ਗਲਤ ਸੋਚ ਰਹੇ ਹੋਈਏ ਜਾਂ B ਪਾਰਟੀ ਸਾਨੂੰ ਮਿਸਗਾਈਡ ਕਰ ਰਹੀ ਹੋਵੇ ਤੇ A ਪਾਰਟੀ ਦੇ ਕੋਲ ਕੋਈ ਹੋਰ ਆਰਡਰ ਹੋਵੇ, ਉਸ ਤੋਂ ਵੀ ਬਾਅਦ ਦਾ ਜਾਂ ਜਿਹੜਾ ਪਾਰਟੀ ਸਾਨੂੰ B ਪਾਰਟੀ ਸਾਨੂੰ ਕੋਈ ਆਰਡਰ ਦਿਖਾ ਰਹੀ ਹੈ ਵੀ ਲੇਟੈਸਟ ਆਰਡਰ ਤਾਂ ਜੀ ਇਹ ਸੀਗਾ, ਤੁਸੀਂ ਤਾਂ ਇਹ ਪਹਿਲੇ ਆਰਡਰ ਦੇ ਮੁਤਾਬਕ ਫੈਸਲਾ ਕਰ ਦਿੱਤਾ, ਮੇਬੀ there is a ਹੋਰ ਵੀ ਫਰੈਸ਼ ਆਰਡਰ ਕੋਈ ਹੋਵੇ A ਪਾਰਟੀ ਦੇ ਕੋਲ। ਇਸ ਕਰਕੇ we have to give the notice to the A party, then we have to decide। ਠੀਕ ਹੈ ਜੀ। ਅੱਗੇ D ਦੇਖੋ, D ਇਹਦਾ ਪਾਰਟ D ਹੈਗਾ, ਕਲੌਜ਼ D। ਇਹਦੇ ਜਿਹੜੇ ਇੱਕ ਕਲੌਜ਼ ਵੈਰੀ ਇੰਪੋਰਟੈਂਟ ਹੈ, ਕਈ ਵਾਰੀ ਇੱਕ ਕਲੌਜ਼ ਦੀ ਤੁਹਾਨੂੰ ਕੁਐਸਚਨ ਆਉਂਦਾ ਪਰ ਤੁਸੀਂ ਸਾਰੀਆਂ ਕਲੌਜ਼ਾਂ ਨਹੀਂ ਉੱਥੇ ਮੈਂਸ਼ਨ ਕਰਨੀਆਂ ਪੇਪਰ ਦੇ ਵਿੱਚ। ਜਿਸ ਕਲੌਜ਼ ਨਾਲ ਸੰਬੰਧਿਤ ਤੁਹਾਡੇ ਕੋਲ ਆਨਸਰ ਕੁਐਸਚਨ ਆਉਂਦਾ ਹੈ ਤੁਸੀਂ ਸਿਰਫ ਉਹੀ ਕਲੌਜ਼ ਦਾ ਆਨਸਰ ਦੇਣਾ ਹੈ, ਨਹੀਂ ਤਾਂ ਫਿਰ ਅਸੀਂ ਚੱਕ ਕੇ ਸਾਰੀਆਂ ਪੂਰਾ ਰਿਵਿਊ ਤੇ ਕੁਐਸਚਨ ਆ ਗਿਆ ਆਪਾਂ ਚੱਕ ਕੇ 15 ਸੈਕਸ਼ਨ ਨੂੰ ਪੂਰਾ ਰੀਪਰੋਡਿਊਸ ਕਰ ਦਿੰਦੇ ਆਨਸਰ ਦੇ ਵਿੱਚ, ਤੇ ਸਾਡਾ ਜਿਹੜਾ ਕੁਐਸਚਨ ਹੈ ਨਾ ਤਾਂ ਐਗਜ਼ਾਮੀਨਰ ਨੂੰ ਸਮਝ ਲੱਗਦਾ ਵੀ ਇਹ ਕੀ ਕਹਿ ਰਿਹਾ ਹੈ, ਤੇ ਨਾਲੇ ਸਾਡਾ ਜਿਹੜਾ ਟਾਈਮ ਹੈ ਉਹ 5 ਟਾਈਮਸ ਵੇਸਟ ਹੋ ਜਾਂਦਾ ਹੈ। ਠੀਕ ਹੈ ਜੀ। ਐਨ ਆਰਡਰ D ਪਾਰਟ ਦੀ ਗੱਲ ਕਰਦੇ ਹਾਂ ਜੀ। ਐਨ ਆਰਡਰ ਅਗੇਂਸਟ ਵਿਚ ਐਨ ਅਪੀਲ ਹੈਜ਼ ਬੀਨ ਪ੍ਰੈਫਰਡ ਸ਼ੈਲ ਨਾਟ ਬੀ ਰਿਵਿਊਡ। ਦੇਖੋ ਬੜਾ ਧਿਆਨ ਨਾਲ ਸੁਣੋ, ਇਹ ਗੱਲ ਹੈ, ਤਹਿਸੀਲਦਾਰ ਨੇ ਕੋਈ ਆਰਡਰ ਪਾਸ ਕਰ ਦਿੱਤਾ, ਠੀਕ ਹੈ ਜੀ, ਉਸ ਆਰਡਰ ਦੀ ਅਪੀਲ ਫਾਈਲ ਹੋ ਗਈ। ਜੇ ਅਪੀਲ ਫਾਈਲ ਹੋ ਗਈ ਤਾਂ ਫਿਰ ਰਿਵਿਊ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਅਥਾਰਟੀ ਕੋਲੇ ਹੋਗੀ, ਪਹਿਲੇ ਹੀ ਅੰਡਰ ਕੰਸੀਡਰੇਸ਼ਨ ਹੈਗਾ। ਇੱਕ ਕਈ ਵਾਰੀ ਇੱਕੋ ਹੀ ਲਾਈਨ ਦਾ ਕੁਐਸਚਨ ਆਉਂਦਾ ਹੈ ਵੀ ਜੇਕਰ ਕਿਸੇ ਆਰਡਰ ਦੇ ਖਿਲਾਫ ਅਪੀਲ ਫਾਈਲ ਹੋ ਚੁੱਕੀ ਹੋਵੇ ਕੀ ਉਸ ਆਰਡਰ ਦੀ ਰਿਵਿਊ ਹੋ ਸਕਦੀ ਹੈ ਜਾਂ ਨਹੀਂ। ਤੁਹਾਡਾ ਆਨਸਰ ਹੈ no ਲਿਖ ਕੇ ਤੁਸੀਂ ਸੈਕਸ਼ਨ ਦਾ ਹਵਾਲਾ ਦੇਣਾ ਹੈ ਵੀ ਐਨ ਆਰਡਰ ਅਗੇਂਸਟ ਵਿਚ ਐਨ ਅਪੀਲ ਹੈਜ਼ ਬੀਨ ਪ੍ਰੈਫਰਡ ਸ਼ੈਲ ਨਾਟ ਬੀ ਰਿਵਿਊਡ। ਇਹ ਆਨਸਰ ਤੁਹਾਡਾ ਹੋਏਗਾ ਐਨ ਆਟ ਪਾਸ। ਪਹਿਲਾਂ no ਲਿਖ ਦਿਓ ਉੱਪਰ, ਬਿਲਕੁਲ no appeal reviewed, the order cannot be reviewed, ਇਹ ਲਿਖ ਕੇ ਫਿਰ ਇਹਦਾ ਸੈਕਸ਼ਨ ਦਾ ਹਵਾਲਾ ਦੇ ਦਿਓ, an order against which an appeal has been preferred shall not be reviewed। ਕਲੀਅਰ ਹੈ ਜੀ। ਅੱਗੇ ਹੈਗਾ ਜੀ ਸਬਸੈਕਸ਼ਨ ਇਹਦਾ 15 ਦਾ ਸਬਸੈਕਸ਼ਨ 2। ਸਬਸੈਕਸ਼ਨ 2 ਕੀ ਕਹਿੰਦਾ ਜੀ? For the purpose of this section, the collector shall be deemed to be the successor in office। मान लो जितों से सैंक्शन लेनी है, सपोज कर लो ਅਸੀਂ ਐਸਡੀਐਮ ਤੋਂ ਸੈਂਕਸ਼ਨ ਲੈਣੀ ਹੈ ਰਿਵਿਊ ਕਰਨ ਦੇ ਲਈ। ਐਸਡੀਐਮ ਦੀ ਕੋਈ ਕੋਟ ਹੈ ਖਾਲੀ ਹੈ ਜਾਂ ਚਾਰਜ ਨਹੀਂ ਕਿਸੇ ਕੋਲੇ ਹੋ ਗਿਆ, ਟ੍ਰਾਂਸਫਰ ਹੋ ਗਈ ਮੇਬੀ, ਦੈਨ ਜਿਹੜਾ ਸਕਸੈਸਰ ਇਨ ਆਫਿਸ ਹੋਏਗਾ ਉਹ ਕਲੈਕਟਰ ਹੋਏਗਾ। ठीक है जी। मान लो एसडीएम पातना या एसडीएम समाना तो परमिशन कोई लेनी सीगी, the offices of the collector समाना या पातना is vacant, then for the purpose of review we have to get the sanction from the collector of the district। मतलब successor in office collector होएगा। then जे कोई पोस्ट जितो रिव्यू लेनी बनती है पर चांस किसी कारण खाली है, वैसे तो रहिंदा नहीं हैगा, नाल दी नाल ऑर्डर कर दिते जांदे किसी ना किसी दे एडिशन चल दिते, पर फिर भी इन केस then collector तो ਅਸੀਂ परमिशन लवा जस्ट।
ठीक है जी, ये सबसैक्शन 2 ਸੀਗਾ। ਅੱਗੇ सबसैक्शन 3 ਵੀ ਹੈ ਜੀ ਇਹਦਾ। सबसैक्शन 3 ਕੀ ਕਹਿੰਦਾ ਹੈ, ਇਹ ਵੈਰੀ ਇੰਪੋਰਟੈਂਟ ਹੈ, ਇਹਦੇ ਤੇ ਪਾਰਟਿਕੂਲਰ ਕੱਲੇ सबसैक्शन 3 ਦੇ ਹੀ ਕੁਐਸਚਨ ਆਉਂਦੇ ਆ। सबसैक्शन 3 ਦੇ ਕੱਲੇ ਦੇ ਹੀ ਕੁਐਸਚਨ ਆ ਜਾਂਦਾ ਹੈਗਾ। ਇਹ ਹੈਗਾ an appeal shall not lie from an order refusing to review or confirming on review a previous order। देखो रिव्यू की एप्लीकेशन आ गई ਤੁਹਾਡੇ पास, तहसीलदार ਦੇ ਕੋਲੇ ਜਾਂ ਨੈਬਸੀਲਦਾਰ ਦੇ ਕੋਲੇ ਰਿਵਿਊ ਦੀ ਐਪਲੀਕੇਸ਼ਨ ਆ ਗਈ, ਤੁਸੀਂ ਉਸ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤਾ ਵੀ ਨੋ ਦ ਆਰਡਰ ਕੈਨ ਨਾਟ ਬੀ ਰਿਵਿਊਡ, ਦੈਨ ਇਸ ਤੁਹਾਡੇ ਆਰਡਰ ਦੀ ਕੋਈ ਅਪੀਲ ਨਹੀਂ ਲਾਈ ਕਰੇਗੀ, ਤੁਹਾਡੇ ਰਿਫਿਊਜ਼ਲ ਆਰਡਰ ਦੀ ਕੋਈ ਅਪੀਲ ਲਾਈ ਨਹੀਂ ਕਰੇਗੀ। ਠੀਕ ਹੈ ਜੀ। ਦੂਜਾ ਪੁਆਇੰਟ ਕੀ ਇਹਦੇ ਵਿੱਚ, ਇਹ ਜੋ 2 ਪੁਆਇੰਟ ਨੇ ਅਲੱਗ-ਅਲੱਗ ਨੇ ਦੋਨੋਂ। ਇਹ ਜਿਹੜਾ सबसैक्शन 3 ਹੈ ਇਹ 2 ਪੁਆਇੰਟਾਂ ਡੀਲ ਕਰਦਾ ਹੈ। ਇੱਕ ਤਾਂ ਜਦੋਂ ਕੋਈ ਐਪਲੀਕੇਸ਼ਨ ਦਿੰਦਾ ਹੈ, ਤੁਸੀਂ ਐਪਲੀਕੇਸ਼ਨ ਨੂੰ ਡਿਨਾਈ ਕਰਦੇ ਹੋ, ਰਿਫਿਊਜ਼ ਕਰਦੇ ਹੋ, ਤੁਹਾਡੇ ਉਸ ਆਰਡਰ ਦੀ ਰਿਫਿਊਜ਼ਲ ਆਰਡਰ ਦੀ ਕੋਈ ਅਪੀਲ ਆਈ ਨਹੀਂ ਕਰੇਗੀ ਫਰਦਰ ਕਲੈਕਟਰ ਕੋਲੇ। ਫਿਰ ਫਰਦਰ ਨੈਕਸਟ ਕੀ ਹੈ, ਤੁਹਾਡੇ ਕੋਲੇ ਕੋਈ ਐਪਲੀਕੇਸ਼ਨ ਆਈ, ਤੁਸੀਂ ਸੈਂਕਸ਼ਨ ਲਈ, ਸੈਂਕਸ਼ਨ ਲੈਣ ਤੋਂ ਬਾਅਦ ਤੁਸੀਂ ਦੁਬਾਰਾ ਸੁਣਿਆ ਪਾਰਟੀਆਂ ਨੂੰ ਸੁਣ ਕੇ ਤੁਸੀਂ ਆਰਡਰ ਨੂੰ ਕਨਫਰਮ ਕਰਤਾ ਵੀ there is no need to change the original order, कोई मॉडिफिकेशन की लोड़ नहीं है, कोई रिवर्स करने की लोड़ नहीं है, ਤੁਸੀਂ ਉਸ ਆਰਡਰ ਨੂੰ ਕਨਫਰਮ ਕਰ ਦਿੱਤਾ। ਉਸ ਕਨਫਰਮੇਸ਼ਨ ਜਿਹੜਾ ਤੁਹਾਡਾ ਆਰਡਰ ਹੈ ਦੈਨ ਉਹਦੀ ਅਪੀਲ ਵੀ ਲਾਈ ਨਹੀਂ ਕਰੇਗੀ। ਕਲੀਅਰ ਹੈ ਜੀ। ਦੁਬਾਰਾ ਦੱਸਾਂ ਇੱਕ ਵਾਰੀ, ਤੁਸੀਂ ਕੋਈ ਐਪਲੀਕੇਸ਼ਨ ਆਈ, ਤੁਸੀਂ ਰਿਫਿਊਜ਼ ਕਰ ਦਿੱਤੀ, ਤੁਹਾਡੇ ਰਿਫਿਊਜ਼ਲ ਆਰਡਰ ਦੀ ਕੋਈ ਅਪੀਲ ਨਹੀਂ। ਤੁਸੀਂ ਕੋਈ ਐਪਲੀਕੇਸ਼ਨ ਤੁਹਾਡੇ ਪਾਸ ਆਈ, ਤੁਸੀਂ ਉਹਦੀ ਸੈਂਕਸ਼ਨ ਲਈ, ਸੈਂਕਸ਼ਨ ਲੈਣ ਤੋਂ ਬਾਅਦ ਤੁਸੀਂ ਉਸ ਆਰਡਰ ਨੂੰ ਕਨਫਰਮ ਕਰ ਦਿੱਤਾ, ਤਾਂ ਵੀ ਉਹਦੀ ਕੋਈ ਅਪੀਲ ਲਾਈ ਨਹੀਂ ਕਰੇਗੀ। ਤੁਹਾਡੇ ਕਨਫਰਮੇਸ਼ਨ ਆਰਡਰ ਦੀ ਮਤਲਬ ਇਹ ਕਹਿ ਲਈ ਵੀ ਤੁਹਾਡੇ ਕਨਫਰਮੇਸ਼ਨ ਆਰਡਰ ਦੀ ਕੋਈ ਅਪੀਲ ਲਾਈ ਫਰਦਰ ਨਹੀਂ ਕਰੇਗੀ। ਠੀਕ ਹੈ ਜੀ। ਇਹ ਚ ਸਰਕਾਰ ਨੇ ਇੱਕ ਨਵਾਂ ਸੈਕਸ਼ਨ ਐਡ ਕੀਤਾ, ਇਹਦੇ ਵਿੱਚ 15A ਤੁਸੀਂ ਨੋਟ ਕਰ ਲਓ, ਸ਼ਾਇਦ ਤੁਹਾਡੇ ਕੋਲੇ ਬੁੱਕਸ ਚ ਮੇਰੇ ਖਿਆਲ ਨਹੀਂ ਹੋਏਗਾ। ਇਹ ਬੁੱਕਸ ਦੇ 15A ਨੋਟ ਕਰ ਲਓ, ਤੁਹਾਡੇ ਕੋਲ ਇਹ ਅਮੈਂਡਮੈਂਟ ਦੇ ਵਿੱਚ ਆਇਆ ਹੈਗਾ ਨਵਾਂ ਸੈਕਸ਼ਨ 15A, ਇਹ ਐਡ ਕਰ ਲਓ। ਜੇਕਰ ਸਾਡੀ ਕੋਈ ਆਰਡਰ ਦੇ ਵਿੱਚ ਕਲੈਰੀਕਲ ਜਾਂ ਅਰਥਮੈਟਿਕਲ ਕੋਈ ਮਿਸਟੇਕ ਰਹਿ ਜਾਂਦੀ ਹੈ, ਕਲੈਰੀਕਲ ਜਾਂ ਅਰਥਮੈਟਿਕਲ ਕੋਈ ਮਿਸਟੇਕ ਰਹਿ ਜਾਂਦੀ ਹੈ, ਦੈਨ ਉਹਦੀ ਜਿਹੜੀ ਕਰੈਕਸ਼ਨ ਇਜ਼ ਅਲਾਉਡ ਅੰਡਰ ਸੈਕਸ਼ਨ 15A। ਨੋਟ ਕਰ ਲਿਆ ਜੀ। ਸੈਕਸ਼ਨ 15A ਨਵਾਂ ਇੱਥੇ ਸੈਕਸ਼ਨ ਲਗਾਇਆ ਗਿਆ 15A ਵੀ ਇਫ ਦੇयर इज एनी ਕਲੈਰੀਕਲ ਔਰ ਅਰਥਮੈਟਿਕਲ ਮਿਸਟੇਕ ਦੈਨ ਉਸ ਦੀ ਜਿਹੜੀ ਕਰੈਕਸ਼ਨ ਹੈ ਉਹ ਅਲਾਉ ਹੈਗੀ ਹੈ, ਕਰੈਕਸ਼ਨ ਅਸੀਂ ਕਰ ਸਕਦੇ। ਨੈਕਸਟ ਆ ਜਾਂਦਾ ਜੀ ਸੈਕਸ਼ਨ 16। 15A ਥੋੜੀ ਰਿਪੀਟ ਕਰਿਓ। ਹਾਂ, ਇਫ ਦੇयर इज एनी ਜਵਾਨੀ ਆਪਾਂ ਗੱਲ ਕਰਦੇ ਵੀ ਜੇ ਸਾਡੇ ਕਿਸੇ ਆਰਡਰ ਦੇ ਵਿੱਚ ਜਿਵੇਂ ਪਾਰਟੀਸ਼ਨ ਦੀ ਗੱਲ ਕਰ ਲਈਏ ਜਾਂ ਕੋਈ ਹੋਰ ਗੱਲ ਕਰ ਲਈਏ, ਕੋਈ ਤਕਸੀਮ ਦੇ ਵਿੱਚ ਕੇਸ ਦੇ ਵਿੱਚ ਜਾਂ ਕੋਈ ਇੰਤਕਾਲ ਦੇ ਕੇਸ ਕੋਈ ਕਰੈਕਸ਼ਨ ਕੋਈ ਕਲੈਰੀਕਲ ਮਿਸਟੇਕ ਰਹਿ ਜਾਂਦੀ ਹੈ, ਕਲੈਰੀਕਲ ਮਿਸਟੇਕ ਨੂੰ ਅਸੀਂ ਕਰੈਕਟ ਕਰ ਸਕਦੇ ਹਾਂ ਸੈਕਸ਼ਨ 15A ਦੇ ਤਹਿਤ। ਇਹ ਪਹਿਲਾਂ ਸਾਡੇ ਕੋਲ ਹੈ ਨਹੀਂ ਸੀ ਕਿਤੇ ਲੱਗਿਆ ਹੋਇਆ। ਜਿਹੜੀ ਸਰ ਕਲੈਰੀਕਲ ਮਿਸਟੇਕ ਆਪ ਹੀ ਆਪਾਂ ਕਰ ਸਕਦੇ ਹਾਂ? ਠੀਕ, ਬਿਲਕੁਲ ਕਰ ਸਕਦੇ ਹਾਂ। ਕਲੈਰੀਕਲ ਮਿਸਟੇਕ ਹੈ, ਕਲੈਰੀਕਲ ਮਿਸਟੇਕ ਨਾਲ ਤਾਂ ਕਿਸੇ ਨੂੰ ਕੋਈ ਲਾਭ ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ, ਉਹ ਹੁੰਦਾ ਕਿ ਕਿਸੇ ਨਾਮ ਦੀ ਗਲਤੀ ਪੈ ਗਈ ਜਾਂ ਹਾਂ, ਇਹ ਸੈਕਸ਼ਨ 15A ਨਵਾਂ ਇਨਸਰਟ ਕੀਤਾ, ਇਹਦੇ ਵਿੱਚ ਸੈਕਸ਼ਨ 15A ਨਵਾਂ ਇਨਸਰਟ ਕੀਤਾ ਹੈ। ਇਹਦੇ ਵਿੱਚ ਅਸੀਂ ਕਲੈਰੀਕਲ ਮਿਸਟੇਕ ਨੂੰ ਇਹ ਪ੍ਰੋਬਲਮ ਆਉਂਦੀਆਂ ਸੀਗੀਆਂ, ਇਸ ਕਰਕੇ ਇਹ ਨਵਾਂ ਇਨਸਰਸ਼ਨ ਹੋਈ ਹੈ ਇਸ ਉਹਦੀ। ਠੀਕ ਹੈ ਹਾਂਜੀ, ਸਿਵਲ ਲਾਅ ਕੋਲ ਪਹਿਲਾਂ ਪਾਵਰ ਸੀਗੇ ਸਰ, ਹੈ ਨਾ? ਹਾਂ ਸਾਡੇ ਰੈਵਨਿਊ ਅਥਾਰਟੀਜ਼ ਕੋਲ ਨਹੀਂ ਸੀ। ਨਹੀਂ ਹੈਗੀਆਂ ਸੀਗੀਆਂ। ਹਾਂਜੀ, ਇਹ ਬਹੁਤ ਵੱਡੀ ਸਮੱਸਿਆ ਸੀ। ਇਹ ਵੱਡੇ ਪੱਧਰ ਤੇ ਜਦੋਂ ਸਾਡੀ ਮੀਟਿੰਗਸ ਵਗੈਰਾ ਵੀ ਹੁੰਦੀਆਂ ਸੀਗੀਆਂ, ਉਹ ਇਹ ਹਾਈ ਲੈਵਲ ਤੇ ਮਸਲੇ ਡਿਸਕਸ ਹੁੰਦੇ ਸੀਗੇ, ਉਹਦੇ ਅਕੋਰਡਿੰਗ ਫਿਰ ਰੈਵਨਿਊ ਕਮਿਸ਼ਨ ਹੈਗਾ, ਉਹਦੇ ਧਿਆਨ ਚ ਆਇਆ ਰੈਵਨਿਊ ਕਮਿਸ਼ਨ ਨੇ ਇਹ ਗੱਲਾਂ, ਜਿਹਦੇ ਵਿੱਚ ਸਾਡੇ ਕੁਝ ਮਤਲਬ ਰਿਟਾਇਰਡ ਰੈਵਨਿਊ ਆਫੀਸਰਸ ਜਿਹੜੇ ਪਹਿਲਾਂ ਉੱਚ ਅਹੁਦਿਆਂ ਤੇ ਕੰਮ ਕੀਤਾ ਹੈ, ਜੇ ਤਹਿਸੀਲਦਾਰ ਵੀ ਕੰਮ ਕੀਤਾ ਹੈ, ਜੇ ਮਤਲਬ ਕਿ DRO ਵੀ ਕੰਮ ਕੀਤਾ ਹੈ, ਜੇ SDM ਵੀ ਕੰਮ ਕੀਤਾ ਹੈ, ਉਹ ਰੈਵਨਿਊ ਕਮਿਸ਼ਨ ਦੇ ਵਿੱਚ ਜਿਹੜੇ ਮੈਂਬਰ ਹੈਗੇ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਸਮਝਦੇ ਹੋਏ ਉਹਨਾਂ ਨੇ ਫਿਰ ਇਹ ਕੁਝ ਜਿਹੜੇ ਅਮੈਂਡਮੈਂਟਸ ਕੀਤੀਆਂ ਨੇ ਤੇ ਜਿਹੜਾ ਇਹ ਨਵਾਂ ਜਿਹੜਾ ਸੈਕਸ਼ਨ ਹੈ 15A ਇਨਸਰਟ ਕੀਤਾ ਹੈ, ਕਲੈਰੀਕਲ ਮਿਸਟੇਕਸ ਨੂੰ ਅਸੀਂ ਰਿਮੂਵ ਕਰ ਸਕਦੇ ਹਾਂ ਬਾਈ ਦਿਸ ਸੈਕਸ਼ਨ। ਠੀਕ ਹੈ ਜੀ।
ਨੈਕਸਟ ਹੈ ਜੀ ਸੈਕਸ਼ਨ 16। ਸੈਕਸ਼ਨ 16 ਰਿਵੀਜ਼ਨ। ਸੈਂਡ ਕਰ ਦੂੰਗੇ ਜਿੰਨਾ ਕਿ ਅਮੈਂਡਡ ਹੋਇਆ। ਹਾਂ ਮੈਂ ਸੈਂਡ ਕਰ ਲਾਂਗਾ ਤੁਹਾਨੂੰ ਇਹ 15 ਹੈ ਠੀਕ। ਸੈਕਸ਼ਨ 15 ਹੈ। ਤੁਸੀਂ ਬਸ ਇੱਕੋ ਲਾਈਨ ਲਿਖੋ ਤੁਸੀਂ ਜੀ ਇੱਥੇ ਆਪਣੇ ਬੁੱਕ ਤੇ ਨਾਲ ਹੀ ਲਿਖ ਲਓ 15 ਹੈ, ਤੁਸੀਂ ਕੁਝ ਨਹੀਂ ਲਿਖਣਾ ਹੋਰ। ਕਲੈਰੀਕਲ ਮਿਸਟੇਕ, ਕਰੈਕਸ਼ਨ ਆਫ ਕਲੈਰੀਕਲ ਮਿਸਟੇਕ ਇਜ਼ ਅਲਾਉਡ। ਕਲੈਰੀਕਲ ਔਰ ਅਰਥਮੈਟਿਕਲ, ਬਸ 3 ਲੈਣਾ, ਜ਼ਿਆਦਾ ਨਾ ਉਲਝੋ ਇਹਦੇ ਵਿੱਚ। ਲਿਖਣ ਤਾਂ ਬਹੁਤ ਲੰਮਾ ਚੌੜਾ ਲਿਖਿਆ ਹੁੰਦਾ, ਵੱਡਾ ਸਾਰਾ ਪਹਿਲਾਂ ਦਿੱਤਾ ਹੁੰਦਾ, ਪਹਿਲਾਂ ਕਿਉਂ ਕੀਤਾ ਗਿਆ, ਕਿਵੇਂ ਕੀਤਾ ਗਿਆ। Arithmetic ਦੇ ਵਿੱਚ ਕੀ ਹੈਗਾ? ਅਰਥਮੈਟਿਕਲ ਹਿਸਾਬ ਕਿਤਾਬ ਦੀ ਗਲਤੀ। ਠੀਕ ਹਾਂ। ਨਾ ਯਾਰ ਨੰਬਰ ਦੱਸੇ ਗਲਤ ਹੋ ਜਾਣਾ ਉਹਨੂੰ, ਹੈ ਠੀਕ ਜੀ, ਹਾਂ ਹਿਸਾਬ ਕਿਤਾਬ ਦੀ ਕੋਈ ਗਲਤੀ, ਕਲੈਰੀਕਲ ਅਰਥਮੈਟਿਕਲ ਕਲੈਰੀਕਲ ਮਿਸਟੇਕਸ ਨੂੰ ਅਸੀਂ ਕਰੈਕਟ ਕਰ ਸਕਦੇ ਹਾਂ। ਨੈਕਸਟ ਆ ਗਿਆ ਜੀ ਸੈਕਸ਼ਨ 16। ਮੈਂ ਥੋੜਾ ਸਲੋ ਚੱਲ ਰਿਹਾ ਜੀ ਕਿਉਂਕਿ ਇਹ ਮੈਂ ਉਹ ਫਟਾਫਟ ਕੱਢਦਾ ਵਾਂ ਨਾ, ਇਹਨਾਂ ਤੇ ਕੁਐਸਚਨ ਆਉਂਦੇ ਆ ਸੈਕਸ਼ਨਾਂ ਤੇ, ਇਸ ਕਰਕੇ ਤੁਸੀਂ ਇਹਨਾਂ ਕਹੋ ਵੀ ਟਾਈਮ ਜ਼ਿਆਦਾ ਲੱਗ ਰਿਹਾ ਹੈ। ਸੈਕਸ਼ਨ 16 ਹੈਗਾ ਜੀ ਰਿਵੀਜ਼ਨ। ਰਿਵੀਜ਼ਨ ਤੇ ਰਿਵਿਊ 'ਚ ਕੀ ਫਰਕ ਹੈ ਜੀ, ਪਹਿਲਾਂ ਤਾਂ ਇਹ ਦੱਸੋ, ਪਤਾ ਹੈ ਕਿਸੇ ਨੂੰ? ਰਿਵਿਊ ਤੇ ਰਿਵੀਜ਼ਨ 'ਚ ਫਰਕ ਕੀ ਹੈ, ਡਿਫਰੈਂਸ ਕੀ ਹੈ? ਸੈਕਸ਼ਨ 15 ਇਹ ਰਿਵਿਊ ਦੀ ਹੈ, ਸੈਕਸ਼ਨ 16 ਰਿਵੀਜ਼ਨ ਹੈ। ਰਿਵੀਜ਼ਨ ਹੁੰਦਾ ਹੈ ਜੇ ਆਪਣੇ ਜਿੱਦਾਂ ਇੰਟਰਮ ਆਰਡਰ ਦੇ ਅਗੇਂਸਟ ਕੋਈ ਆਪਾਂ ਨੂੰ ਜੇ ਅਪੀਲ ਟਾਈਪ ਫਾਈਲ ਕਰਨਾ ਹੋਵੇ। ਮਤਲਬ ਕਿ ਇਹ ਕਹਿ ਲਈਏ ਅਸੀਂ ਵੀ ਜਿਹੜੀ ਰਿਵਿਊ ਸੌਰੀ ਜਿਹੜੀ ਅਪੀਲ ਹੈ, ਅਪੀਲ ਤਾਂ ਕਿਸੇ ਫਾਈਨਲ ਆਰਡਰ ਦੇ ਕਿਸੇ ਆਪਾਂ ਆਪਣੇ ਕੋਲੋਂ ਲਿਖ ਕੇ ਪਾਵਰ ਆਪਣੇ ਹਾਇਰ ਅਥਾਰਟੀ ਤੋਂ ਲੈਣਾ ਹੋਵੇ। ਸੁਣੋ ਮਤਲਬ ਸੁਣੋ, ਰਿਵਿਊ ਸੁਮੋਟੋ ਲੈ ਸਕਦੇ ਆ, ਰਿਵੀਜ਼ਨ ਸੁਮੋਟੋ ਨਹੀਂ ਲੈ ਸਕਦੇ, ਕੀ ਠੀਕ ਹੈ? ਠੀਕ ਹੈ, ਰਿਵੀਜ਼ਨ ਆਫ ਸਮੂਟ ਵੀ ਲੈ ਸਕਦੇ ਆ, ਨਵੀਂ ਅਮੈਂਡਮੈਂਟ 'ਚ ਆ ਗਿਆ। ਨਵੀਂ ਅਮੈਂਡ ਆਪਾਂ ਡਿਸਕਸ ਕਰਦੇ ਹਾਂ, ਜਦੋਂ ਕੇਸ ਨੂੰ ਡਿਸਕਸ ਕਰਾਂਗੇ। ਪਹਿਲਾਂ ਤਾਂ ਮੈਂ ਇਹ ਪਤਾ ਨਾ ਆਪਾਂ ਨੂੰ ਬੰਦਿਆਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਵੀ ਰਿਵੀਜ਼ਨ ਤੇ ਰਿਵਿਊ 'ਚ ਫਰਕ ਕੀ ਹੈ। ਦੇਖੋ ਸਿੰਪਲ ਜਿਹਾ ਗੱਲ ਹੈ, ਰਿਵਿਊ ਕੀ ਹੈ, ਕਿਸੇ ਫਾਈਨਲ ਆਰਡਰ ਦੇ ਅਗੇਂਸਟ ਰਿਵਿਊ ਕਰ ਸਕਦੇ ਆ ਜਿਹੜਾ ਆਰਡਰ ਫਾਈਨਲ ਹੋ ਚੁੱਕਿਆ। ਰਿਵੀਜ਼ਨ ਕੀ ਹੈ, ਕੋਈ ਕੇਸ ਚੱਲ ਰਿਹਾ ਹੈ ਸਾਡੇ ਕੋਲ, ਚੱਲਦਾ ਪਿਆ ਕੇਸ, ਅਜੇ ਫਾਈਨਲ ਡਿਸੀਜਨ ਨਹੀਂ ਹੋਇਆ, ਚੱਲਦਾ ਪਿਆ ਕੇਸ ਹੈ, ਇੰਟਰਮ ਆਰਡਰ ਬੇਸ਼ੱਕ ਹੋ ਗਿਆ ਹੋਵੇ ਕੋਈ ਵਿੱਚ ਉਹਦੇ, ਪਰ ਕੇਸ ਚੱਲ ਰਿਹਾ ਹੈ। ਚੱਲਦੇ ਕੇਸ ਦੇ ਵਿੱਚ ਜਦੋਂ ਕੋਈ ਕਿਸੇ ਇੰਟਰਮ ਆਰਡਰ ਦੀ ਕੋਈ ਮਤਲਬ ਕਿਸੇ ਹਾਇਰ ਅਥਾਰਟੀ ਕੋਲ ਚਲਾ ਜਾਂਦੀ, ਕੋਈ ਐਪਲੀਕੇਸ਼ਨ ਚਲੀ ਜਾਂਦੀ ਜੀ, ਉਹ ਤਾਂ ਕੇਸ ਗਲਤ ਕਰ ਰਹੇ ਹੈ ਜੀ, ਠੀਕ ਕਰ ਰਹੇ ਹੈ ਜੀ, ਔਰ ਉਹਨੂੰ ਅਸੀਂ ਰਿਵੀਜ਼ਨ ਕਹਿੰਦੇ ਆ। ਹਾਇਰ ਅਥਾਰਟੀ ਆਪਣੇ ਪਾਸ ਮੰਗਵਾ ਕੇ ਕੋਈ ਕੇਸ ਨੂੰ ਦੇਖ ਸਕਦੀ ਹੈ, ਉਹਦੇ ਸਬਆਰਡੀਨੇਟਸ ਦੇ ਕੋਲ ਕੋਈ ਅਪੀਲ ਕੋਈ ਕੇਸ ਚੱਲ ਰਿਹਾ ਹੈਗਾ ਅੰਡਰ ਜਿਹੜੇ ਕੰਟਰੋਲਿੰਗ ਅਥਾਰਟੀ ਆਪਣੇ ਅਧੀਨ ਕੰਮ ਕਰ ਰਹੇ ਰੈਵਨਿਊ ਆਫਿਸਰਸ ਦੀ ਕੋਰਟ ਤੋਂ ਕੋਈ ਕੇਸ ਚਾਹੇ ਡਿਸਾਈਡ ਹੋ ਚੁੱਕਿਆ ਹੋਵੇ, ਡਿਸਾਈਡ ਮਤਲਬ ਕਿ ਇੰਟਰਮ ਆਰਡਰ ਡਿਸਾਈਡ ਹੋ ਚੁੱਕਿਆ ਹੋਵੇ ਜਾਂ ਕੇਸ ਚੱਲ ਰਿਹਾ ਹੋਵੇ, ਉਸ ਕੇਸ ਨੂੰ ਆਪਣੇ ਪਾਸ ਮੰਗਵਾ ਕੇ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਅਮੈਂਡਮੈਂਟ ਹੋਈ ਹੈ, ਪਹਿਲਾਂ ਐਸਾ ਕੁਝ ਨਹੀਂ ਸੀਗਾ ਵੀ ਸਿੰਪਲ ਲਾਅ ਇਹ ਕਹਿੰਦਾ ਸੀਗਾ, ਤੁਸੀਂ ਸਬਸੈਕਸ਼ਨ ਪੜੋਗੇ 16 ਦੀ 1 ਪੜੋਗੇ ਪਹਿਲਾਂ, ਫਾਈਨੈਂਸ਼ੀਅਲ ਕਮਿਸ਼ਨਰ may at any time call for the record of any case pending before or disposed by the revenue officer subordinate to him। ਪਹਿਲਾਂ 3 ਲੈਣਾ ਸੀਗੀਆਂ ਲਿਖੀਆਂ ਵੀਆਂ ਵੀ ਫਾਈਨੈਂਸ਼ੀਅਲ ਕਮਿਸ਼ਨਰ ਆਪਣੇ ਅਧੀਨ ਕੰਮ ਕਰ ਰਹੇ ਕਿਸੇ ਵੀ ਰੈਵਨਿਊ ਆਫਿਸਰ ਦਾ ਰਿਕਾਰਡ ਮੰਗਵਾ ਕੇ ਦੇਖ ਸਕਦੇ ਨੇ, ਡਿਸਪੋਜ਼ ਚਾਹੇ ਉਹ ਡਿਸਪੋਜ਼ ਹੋ ਚੁੱਕਿਆ ਹੋਵੇ ਚਾਹੇ ਪੈਂਡਿੰਗ ਹੋਵੇ। ਠੀਕ ਹੈ ਜੀ, ਪਰ ਹੁਣ ਇੱਥੇ ਨਵੀਂ ਅਮੈਂਡਮੈਂਟ ਦੇ ਵਿੱਚ ਥੋੜੀ ਜਿਹੀ ਇਹਦੇ ਵਿੱਚ ਅਮੈਂਡਮੈਂਟ ਹੋਈ ਹੈ। ਜਿੱਥੇ ਇੱਥੇ ਲਿਖਿਆ ਸੀ FCR ਮੇ, ਇੱਥੇ ਨਾਲ ਆ ਗਿਆ FCR ਮੇ ਐਟ ਐਨੀ ਟਾਈਮ on his own motion or an application or on application made by the aggrieved party within 90 days। ਇਹ 'ਚ ਨਵੀਂ ਐਡੀਸ਼ਨ ਤੁਸੀਂ ਲਿਖ ਲਓ ਜੀ, ਇੱਥੇ ਤੁਹਾਡੀ ਬੁੱਕਸ ਦੇ ਵਿੱਚ ਨਹੀਂ ਹੋਏਗੀ, ਅਲੱਗ ਤੌਰ ਤੇ ਵਿੱਚ ਲਿਖ ਲਓ। ਇੱਥੇ ਇਹ 'ਚ ਕਿਹਾ ਹੈ ਵੀ FCR on his own motion or on the application of the aggrieved party within 90 days ਆਪਣੇ ਅਧੀਨ ਕੰਮ ਕਰ ਰਹੇ ਆਫਿਸਰਸ ਦੀ ਕੋਰਟ ਦੇ ਵਿੱਚੋਂ ਕੋਈ ਕੇਸ ਚਾਹੇ ਉਹ ਫੈਸਲਾ ਹੋ ਚੁੱਕਿਆ ਹੋਵੇ ਚਾਹੇ ਜੇ ਪੈਂਡਿੰਗ ਹੋਵੇ, ਉਹ ਮੰਗਵਾ ਕੇ ਦੇਖ ਸਕਦੇ ਆ, ਫਰਦਰ ਆਰਡਰ ਵੀ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਕਲੀਅਰ ਹੈ ਪਹਿਲਾ। ਦੂਸਰਾ ਆ ਗਿਆ सबसेक्शन 2, a commissioner or collector may call for the record of any case pending before or disposed of by any revenue officer under his control। ਪਹਿਲਾਂ FCR ਦੀ ਗੱਲ ਕਰੀ ਸੀ, ਹੁਣ ਕਲੈਕਟਰ ਤੇ ਕਮਿਸ਼ਨਰ ਦੀ ਗੱਲ ਕਰਤੀ सबसेक्शन 2 ਦੇ ਵਿੱਚ। ਤੀਜਾ ਆ ਗਿਆ ਜੀ, if any case in which collector has called, ਜੇਕਰ ਕੋਈ ਕੇਸ ਕਲੈਕਟਰ ਨੇ
कॉल कर लिया, call for the record and he is of the opinion that the proceedings taken or order made should be modified or reversed। ਜੇਕਰ ਡੀਸੀ ਨੇ ਕੋਈ ਕੇਸ ਮੰਗਾ ਲਿਆ ਕਿਸੇ ਆਪਦੀ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚੋਂ ਤੇ ਡੀਸੀ ਨੇ ਇਹ ਮਤਲਬ ਕਿ ਆਬਜ਼ਰਵ ਕੀਤਾ ਹੈ ਵੀ ਇਸ ਕੇਸ ਦੇ ਵਿੱਚ ਜੋ ਪ੍ਰੋਸੀਡਿੰਗ ਚੱਲ ਰਹੀ ਹੈ ਜਾਂ ਕੋਈ ਇੰਟਰਮ ਆਰਡਰ ਹੋਇਆ ਹੈ ਇਹਦੇ ਵਿੱਚ ਮੋਡੀਫਾਈ ਦੀ ਲੋੜ ਹੈ ਜਾਂ ਇਹਨੂੰ ਰਿਵਰਸ ਕਰਨ ਦੀ ਲੋੜ ਹੈ, then he will give his opinion, ਰਿਪੋਰਟਿੰਗ ਦੇਗਾ ਆਪਣੀ ਉਸ ਦੇ ਰਿਗਾਰਡਿੰਗ ਤੇ ਆਪਣੇ ਹਾਇਰ ਅਥਾਰਟੀ ਨੂੰ ਕਮਿਸ਼ਨ ਨੂੰ ਭੇਜਣਗੇ, ਕਮਿਸ਼ਨ ਦਾ ਫੈਸਲਾ that will be the final। ठीक है जी। if in any case in which a collector has called for a record and he is of the opinion that the proceedings taken or order made should be modified or reversed, he shall report the case within his opinion thereof for orders of the commissioner whose decision shall be final। देखो ਕਲੀਅਰ ਕਰਦੇ ਜੀ ਆਪਾਂ ਇਹਦੇ ਵਿੱਚ ਪ੍ਰੋਸੀਡਿੰਗ ਸਟੇ ਕਰ ਦੇਣੀ ਆ ਜਾਂ ਨਹੀਂ ਕਰ नहीं ਕਾਰਵਾਈ ਨਹੀਂ ਕੋਈ ਕਰਨਾ ना जो थोड़े तो केस ही चला गया फिर तुम की कार्रवाई करोगे? ਪ੍ਰੋਸੀਡਿੰਗ ਸਟੇ ਨਹੀਂ ਕਰਨਾ जो थोड़े तो केस ही मंगा लिया ਹਾਂ, ਕਈ ਵਾਰੀ ਉਹ ਤੁਹਾਡੇ ਕੋਲ ਕੇਸ ਦੀ ਡੇਟ ਪਾਉਂਗੇ ਉਹਦੀ? ਨਹੀਂ ਨਹੀਂ ਕਈ ਵਾਰ ਇਹ ਹੁੰਦਾ ਆ ਕੇਸ ਟ੍ਰਾਂਸਫਰ ਲਈ ਐਪਲੀਕੇਸ਼ਨ ਜਾਂਦੀ ਆ ਤੇ ਉਹ ਕਮੈਂਟਸ ਮੰਗ ਲੈਂਦੇ ਆ, ਏਦਾਂ ਦੀ ਕੋਈ ਆ ਜਾਂਦੀ ਆ। जो केस ट्रांसफर की एप्लीकेशन चली गई थोड़े तो कमेंट्स मांग ले, then you will continue the case ਜਦੋਂ ਤੱਕ ਤੁਹਾਨੂੰ ਕਮਿਸ਼ਨ ਨੇ ਕਿਸੇ ਹਾਇਰ ਅਥਾਰਟੀ ਨੇ ਰੋਕਿਆ ਹੀ ਨਹੀਂ ਹੈਗਾ ਤੁਸੀਂ ਕੇਸ ਨੂੰ ਸਟੇ ਨਹੀਂ ਕਰ ਸਕਦੇ। ਇਹ ਵੱਖਰੀ ਗੱਲ ਹੈਗੀ ਹੈ ਇਨ ਪ੍ਰੈਕਟਿਸ ਵੀ ਤੁਸੀਂ ਦੀ ਡੇਟ ਲੰਮੀ ਪਾ ਸਕਦੇ ਹੋ, ਵੇਟ ਕਰ ਲਓ ਆਰਡਰ ਦੀ ਵੀ ਤੁਹਾਡੇ ਤੁਹਾਨੂੰ ਕੀ ਜਲਦੀ ਹੈ। ਠੀਕ ਹੈ ਜੀ, ਸਾਨੂੰ ਅਸੀਂ ਕਿਉਂ ਜਲਦਬਾਜ਼ੀ 'ਚ ਫੈਸਲਾ ਕਰੀਏ? ਜੇ ਅਸੀਂ ਕੋਈ ਜਲਦਬਾਜ਼ੀ 'ਚ ਫੈਸਲਾ ਕਰਨਾ ਦੈਨ ਦੇਅਰ ਸਾਡੀ ਅਟੈਂਸ਼ਨ ਵੀ ਗਲਤ ਹੋ ਸਕਦੀ ਹੈ। ਦੇਖੋ ਇਹ ਚੈਪਟਰ 53 ਹੈਗਾ ਰਿਵੀਜ਼ਨ ਦਾ, ਇਹ ਪੰਜਾਬੀ ਦੇ ਬਿਲਕੁਲ ਕਲੀਅਰ ਹੈਗਾ ਇਹਦੇ ਵਿੱਚ। ਚੈਪਟਰ 53 ਰਿਵੀਜ਼ਨ ਬਾਰੇ ਸੈਕਸ਼ਨ 16 ਬਾਰੇ, ਚੈਪਟਰ 53 ਰਿਵੀਜ਼ਨ ਬਾਰੇ ਮੈਂ ਇੱਥੋਂ ਪੜਾਂਗਾ ਦਾ ਪਾਵਰ ਟੂ ਕਾਲ ਐਂਡ ਐਗਜ਼ਾਮਿਨ ਦਾ ਐਂਡ ਰਿਵਰਸ। ਵਿੱਤੀ ਕਮਿਸ਼ਨਰ ਤੇ ਆਪਣੇ ਅਧੀਨ ਕੰਮ ਕਰਦੇ ਕਿਸੇ ਵੀ ਮਾਲ ਅਧਿਕਾਰੀ ਦੀ ਅਦਾਲਤ ਵਿੱਚ ਚੱਲਦੇ ਜਾਂ ਫੈਸਲਾ ਹੋ ਚੁੱਕੇ ਕੇਸ ਦਾ ਰਿਕਾਰਡ ਮੰਗਵਾ ਸਕਦਾ ਹੈ। ਹੁਣ ਇਹ 'ਚ ਆਪਾਂ ਐਡੀਸ਼ਨ ਕਰ ਦਿੱਤੀ, ਇਹ ਨਵੀਂ ਅਮੈਂਡਮੈਂਟ ਹੈ, ਇਸ ਬੁੱਕ ਦੇ ਵਿੱਚ ਵੀ ਨਹੀਂ ਆਈ ਹੈਗੀ ਵੀ ਔਨ ਹਿਸ ਓਨ ਮੋਸ਼ਨ ਔਰ ਔਨ ਦਾ ਐਪਲੀਕੇਸ਼ਨ ਆਫ ਦਾ ਅਗਰੀਡ ਪਾਰਟੀ ਵਿਦਿਨ 90 ਡੇਜ਼। ਫਿਰ ਸਬਸੈਕਸ਼ਨ 2 ਹੈਗੀ ਹੈ ਕਮਿਸ਼ਨਰ ਜਾਂ ਕਲੈਕਟਰ ਵੀ ਆਪਣੇ ਅਧੀਨ ਕੰਮ ਕਰਦੇ ਮਾਲ ਅਧਿਕਾਰੀ ਪਾਸ ਚੱਲਦੇ ਜਾਂ ਫੈਸਲਾ ਹੋ ਚੁੱਕੇ ਕੇਸ ਦਾ ਰਿਕਾਰਡ ਮੰਗਵਾ ਸਕਦਾ ਹੈ। ਸਬਸੈਕਸ਼ਨ 3 ਜੇਕਰ ਕਲੈਕਟਰ ਵੱਲੋਂ ਆਪਣੇ ਅਧੀਨ ਕੰਮ ਕਰਦੇ ਮਾਲ ਅਧਿਕਾਰੀ ਪਾਸ ਚੱਲਦੇ ਕੇਸ ਦਾ ਰਿਕਾਰਡ ਮੰਗਵਾਇਆ ਗਿਆ ਹੋਵੇ ਅਤੇ ਕਲੈਕਟਰ ਦੇ ਵਿਚਾਰ ਅਨੁਸਾਰ ਕੀਤੀ ਗਈ ਕਾਰਵਾਈ ਜਾਂ ਹੁਕਮ ਨੂੰ ਰਿਵਰਸ ਕੀਤਾ ਜਾਣਾ ਚਾਹੀਦਾ ਹੈ ਤਾਂ ਆਪਣੀ ਰਿਪੋਰਟ ਲਿਖ ਕੇ ਕੇਸ ਕਮਿਸ਼ਨਰ ਨੂੰ ਭੇਜਿਆ ਜਾਵੇਗਾ, ਕਮਿਸ਼ਨਰ ਦਾ ਫੈਸਲਾ ਅੰਤਮ ਹੋਵੇਗਾ। ਠੀਕ ਹੈ ਜੀ। ਅੱਗੇ ਇਹਦੀ ਸਬਸੈਕਸ਼ਨ 4 ਹੈਗੀ ਹੈ ਸਬ ਧਾਰਾ 1 ਵਿੱਤੀ ਕਮਿਸ਼ਨਰ ਅਤੇ ਸਬ ਧਾਰਾ 2 ਅਧੀਨ ਕਮਿਸ਼ਨਰ ਵੱਲੋਂ ਖੁਦ ਮੰਗਵਾਏ ਗਏ ਕੇਸਾਂ ਦੇ ਵਿੱਚ ਜੋ ਠੀਕ ਸਮਝੇ ਹੁਕਮ ਪਾਸ ਕੀਤਾ ਜਾਵੇਗਾ ਬਸ਼ਰਤੇ ਕਿ ਅਜਿਹੇ ਕੇਸਾਂ ਵਿੱਚ ਧਿਰਾਂ ਨੂੰ ਸੁਣਨ ਦਾ ਮੌਕਾ ਦਿੱਤੇ ਬਿਨਾਂ ਕਾਰਵਾਈ ਜਾਂ ਹੁਕਮ ਵਿੱਚ ਤਬਦੀਲੀ ਜਾਂ ਉਲਟਾ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਸੈਕਸ਼ਨ 4 ਇਹ ਕਹਿੰਦੀ ਹੈ ਵੀ ਵਿੱਤ ਕਮਿਸ਼ਨਰ ਜਾਂ ਕਮਿਸ਼ਨਰ ਅਜਿਹੇ ਕੇਸਾਂ ਵਿੱਚ ਜੋ ਵੀ ਯੋਗ ਸਮਝਣਗੇ ਫੈਸਲਾ ਕਰ ਸਕਦੇ ਨੇ, ਪਰ ਜੇਕਰ ਉਸ ਰਿਵੀਜ਼ਨ ਆਰਡਰ ਨੂੰ ਕੋਈ ਮੋਡੀਫਿਕੇਸ਼ਨ ਕਰਨਾ ਹੈ ਜਾਂ ਰਿਵਰਸ ਕਰਨਾ ਹੈ then there is a necessity to listen the parties, ਨੋਟਿਸ ਜਾਰੀ ਕੀਤਾ ਜਾਵੇਗਾ ਕਮਿਸ਼ਨਰ ਵੱਲੋਂ ਚਾਹੇ ਵਿੱਤੀ ਕਮਿਸ਼ਨਰ ਵੱਲੋਂ, ਜਿਹਦੇ ਵੱਲੋਂ ਵੀ ਉਸ ਆਰਡਰ ਦੇ ਵਿੱਚ ਕੋਈ ਮੋਡੀਫਿਕੇਸ਼ਨ ਕੀਤੀ ਜਾ ਰਹੀ ਹੈ ਜਾਂ ਆਰਡਰ ਨੂੰ ਰਿਵਰਸ ਕੀਤਾ ਜਾ ਰਿਹਾ ਹੈ then notice is necessary। ਦੂਜੀ ਪਾਰਟੀ ਨੂੰ ਮੌਕਾ ਦਿੱਤੇ ਬਗੈਰ ਅਸੀਂ ਉਸ ਆਰਡਰ ਨੂੰ ਜੋ ਰਿਵੀਜ਼ਨ ਦੇ ਵਿੱਚ ਗਿਆ ਹੈ ਅਸੀਂ ਨਾ ਰਿਵਰਸ ਕਰ ਸਕਦੇ ਹਾਂ ਤੇ ਨਾ ਹੀ ਉਸ ਵਿੱਚ ਕੋਈ ਮੋਡੀਫਿਕੇਸ਼ਨ ਕਰ ਸਕਦੇ ਹਾਂ ਦੂਜੀ ਪਾਰਟੀ ਨੂੰ ਸੁਣੇ ਬਗੈਰ। ਕਲੀਅਰ ਹੈ ਜੀ। ਸਰ ਜਿਹੜਾ ਉਹਦਾ ਅਪੀਲ ਲੈਵਲ ਹੈ ਉਹਦੇ ਵਿੱਚ ਤਾਂ ਨਹੀਂ ਰਿਵੀਜ਼ਨ ਫਾਈਲ ਹੋ ਸਕਦੀ? ਇਹ ਕਿਹੜਾ ਫਾਈਨਲ ਹੋ ਗਿਆ? ਇਹ ਕਿਹੜਾ ਆਰਡਰ ਫਾਈਨਲ ਹੋ ਗਿਆ? ਜਦੋਂ ਅਪੀਲੇਬਲ ਆਰਡਰ ਉਦੋਂ ਹੋਏਗਾ ਜਦੋਂ ਆਰਡਰ ਫਾਈਨਲ ਹੋ ਜਾਏਗਾ। ਠੀਕ ਹੈ ਨਾ, ਜਦੋਂ ਆਰਡਰ ਫਾਈਨਲ ਹੋ ਗਿਆ ਫਿਰ ਤਾਂ ਉਹਦੀ ਅਪੀਲੇਬਲ ਹੈ।
ਪਰ ਜਦੋਂ ਅਜੇ ਆਰਡਰ ਕੇਸ ਚੱਲ ਰਿਹਾ ਹੈ, ਪੈਂਡਿੰਗ ਹੈ, ਠੀਕ ਹੈ, ਦੈਨ ਇਟ ਇਜ਼ ਨਾਟ ਅਵੇਲੇਬਲ। ਚੱਲਦੇ ਕੇਸ ਤਾਂ ਅਸੀਂ ਰਿਵੀਜ਼ਨ ਨਹੀਂ ਕਰ ਸਕਦੇ ਹਾਂ, ਚੱਲਦੇ ਕੇਸ 'ਚ ਅਪੀਲ ਨਹੀਂ ਕਰ ਸਕਦੇ, ਠੀਕ ਹੈ ਜੀ। ਕਮਿਸ਼ਨਰ ਅਤੇ ਕਲੈਕਟਰ ਵੱਲੋਂ ਇਹ ਚਾਰ ਦਾ ਹੀ ਪਾਰਟ ਹੈਗਾ। ਸਬਸੈਕਸ਼ਨ 4 ਕਮਿਸ਼ਨਰ ਅਤੇ ਕਲੈਕਟਰ ਵੱਲੋਂ ਸਬ ਧਾਰਾ 1 ਅਤੇ ਸਬ ਧਾਰਾ 2 ਦੀ ਮੰਗਵਾਏ ਗਏ ਕੇਸ ਪੰਜਾਬ ਲੈਂਡ ਰੈਵਨਿਊ ਐਕਟ ਅਮੈਂਡਮੈਂਟ ਐਕਟ 2012 shall be decided by them heretofore। ਇਹ ਠੀਕ ਹੈ ਜੀ, ਇਹ ਮੌਕਾ ਦਿੱਤਾ ਜਾਣਾ ਜ਼ਰੂਰੀ ਹੈ ਜੇ ਰਿਵੀਜ਼ਨ ਦੇ ਵਿੱਚ ਕੋਈ ਆਰਡਰ ਦੀ ਅਮੈਂਡਮੈਂਟ ਹੁੰਦੀ ਹੈ ਜਾਂ ਮੋਡੀਫਿਕੇਸ਼ਨ ਹੁੰਦੀ ਹੈ। ਦੈਨ ਇੱਕ ਪ੍ਰੋਵੀਜ਼ਨ ਨਵੀਂ ਜੋੜੀ ਹੈ ਸਰਕਾਰ ਨੇ, ਇੱਥੇ ਤੁਸੀਂ ਐਡ ਕਰ ਲਓ, ਜਿੱਥੇ ਪ੍ਰੋਵਾਈਡਡ ਲਿਖ ਕੇ ਲਿਖਿਆ ਨਾ, ਤੁਹਾਡੇ 2 ਪੈਰੇ ਬਣਾਏ ਹੋਏ ਹੈ। ਫਸਟ ਪੈਰਾ ਇਜ਼ ਨੋਟਿਸ ਦੇਣ ਵਾਲਾ ਹੈਗਾ, ਸੈਕੰਡ ਪੈਰੇ ਦੀ ਕੋਈ ਖਾਸ ਗੱਲ ਨਹੀਂ, ਸੈਕੰਡ ਪੈਰਾ ਛੱਡ ਦਿਓ, ਚਾਹੇ ਤੁਸੀਂ ਥਰਡ ਪੈਰੇ ਤੇ ਆ ਜਾਓ। ਥਰਡ ਪੈਰਾ ਦਿੱਤਾ ਤਾਂ ਨਹੀਂ ਹੋਇਆ, ਪਰ ਤੁਸੀਂ ਨੋਟ ਕਰ ਲਓ ਇੱਥੇ ਪ੍ਰੋਵੀਜ਼ੋ 3, ਥਰਡ ਪੈਰਾ ਨੋਟ ਕਰ ਲਓ, ਪ੍ਰੋਵੀਜ਼ੋ 3। ਸੈਕਸ਼ਨ 16 ਦੇ ਵਿੱਚ ਜੀ ਇੱਕ ਨਵੀਂ ਐਡੀਸ਼ਨ ਹੋਈ ਹੈ, ਜਿੱਥੇ ਪ੍ਰੋਵਾਈਡਡ ਕਰਕੇ ਲਿਖਿਆ ਨਾ ਸਬਸੈਕਸ਼ਨ 4 ਤੋਂ ਬਾਅਦ ਪ੍ਰੋਵਾਈਡਡ, ਇਹ ਪ੍ਰੋਵੀਜ਼ੋ 1 ਹੈ, ਪ੍ਰੋਵਾਈਡਡ ਦੂਜਾ ਪੈਰਾ, ਇਹ ਪ੍ਰੋਵੀਜ਼ੋ 2 ਹੈ, ਪ੍ਰੋਵਾਈਡਡ ਥੱਲੇ ਫਿਰ ਤੀਜਾ ਪੈਰਾ ਪ੍ਰੋਵੀਜ਼ੋ ਨਵੀਂ ਐਡ ਕੀਤੀ ਹੈ, ਇਹ ਲਿਖ ਲਓ ਤੁਸੀਂ। ਪ੍ਰੋਵੀਜ਼ਨ ਇਨ ਪਾਰਟੀਸ਼ਨ ਕੇਸ ਕੈਨ ਬੀ ਫਾਈਲਡ ਵਿਦਿਨ 60 ਡੇਜ਼। ਰਿਵੀਜ਼ਨ ਇਨ ਪਾਰਟੀਸ਼ਨ ਕੇਸ ਕੈਨ ਬੀ ਫਾਈਲਡ ਵਿਦਿਨ 60 ਡੇਜ਼ and decided within 120 days। ਇਹ ਨੋਟ ਕਰ ਲਓ ਜੀ, ਜੇ ਰਿਵੀਜ਼ਨ ਪਾਰਟੀਸ਼ਨ ਦੇ ਕੇਸਾਂ 'ਚ ਕਿਸੇ ਐਪਲੀਕੇਸ਼ਨ 'ਚ ਕਿਸੇ ਆਰਡਰ ਦੇ ਅਗੇਂਸਟ ਰਿਵੀਜ਼ਨ ਫਾਈਲ ਕੀਤੀ ਜਾਣੀ ਹੈ ਤਾਂ ਉਹਦਾ ਜਿਹੜਾ ਟਾਈਮ ਹੈਗਾ 60 ਦਿਨ ਦਾ ਹੈ, ਤੇ ਉਸ ਰਿਵੀਜ਼ਨ ਦੇ ਜਿਹੜਾ ਫੈਸਲਾ ਹੈਗਾ ਉਹ ਵੀ 120 ਦਿਨ ਦੇ ਅੰਦਰ ਅੰਦਰ ਉਹਦਾ ਫੈਸਲਾ ਕਰਨਾ ਜ਼ਰੂਰੀ ਹੈ। In the partition cases, the revision can be filed only against complete orders, not against interim orders। ਇਹ ਛੱਡ ਦਿਓ ਤੁਸੀਂ, ਨੈਕਸਟ ਆ ਜਾਓ। ਇਹਦੇ ਵਿੱਚ ਇੱਕ ਸੈਕਸ਼ਨ ਹੋਰ ਲਿਖ ਲਓ 16.5। 16.5 ਦੀ ਐਡੀਸ਼ਨ ਹੈ ਜੀ, ਇਹ ਵੀ ਨਵੀਂ ਹੈ ਤੁਹਾਡੇ ਕੋਲੇ, ਕਈ ਵਾਰੀ ਕੁਐਸਚਨ ਆ ਜਾਂਦਾ ਪਰ ਤੁਹਾਡੀ ਬੁੱਕ ਦੇ ਵਿੱਚ ਨਹੀਂ ਹੋਏਗਾ, ਇਹ ਨੋਟ ਕਰ ਲਓ 16.5। 16.5 revision pending before FCR will be decided in accordance with the amended provisions। ਹੁਣ ਜਿਹੜੀਆਂ ਇਹ ਪ੍ਰੋਵੀਜ਼ਨਾਂ ਅਮੈਂਡ ਹੋ ਗਈਆਂ, ਠੀਕ ਹੈ ਜੀ, ਜੇ FCR ਦੇ ਆਰਡਰ ਕੋਈ ਜਾਂਦਾ ਹੈ ਤਾਂ ਉਹ ਨਵੀਂ ਅਮੈਂਡਮੈਂਟ ਦੇ ਅਕੋਰਡਿੰਗ ਫੈਸਲਾ ਹੋਏਗਾ। ਹੈਲੋ ਹਾਂਜੀ, ਸਾਰੇ ਤੁਹਾਡੇ ਨਵੇਂ ਬੁੱਕ ਦੇ ਸਾਰੀਆਂ ਦੇ ਲਿਖਿਆ ਕਿ ਇਹ ਸਾਰਾ ਆਪਸ਼ਨ ਨਵੀਂ ਬੁੱਕ 'ਚ ਹੈਗਾ ਜੀ। ਤੁਹਾਡੀ ਜਿਹੜੀ ਤੁਸੀਂ ਆਪ ਲਿਖੀ ਹੈ? ਹਾਂਜੀ ਠੀਕ ਹੈ ਸਰ। ਹਾਂ, ਇਹਦੇ ਵਿੱਚ ਪੰਜਾਬੀ 'ਚ ਡਿਟੇਲ ਤੁਸੀਂ ਪੰਜਾਬੀ ਚੱਕ ਕੇ ਚਾਹੇ ਇੱਥੋਂ ਹੀ ਕਾਪੀ ਕਰ ਸਕਦੇ ਹੋ। ਇਹ ਜਿਹੜਾ ਰੈਵਨਿਊ ਆਫਿਸਰ ਦਾ ਜਿਹੜਾ ਚੈਪਟਰ ਹੈ ਸਾਰਾ, ਅਪੀਲ, ਰਿਵਿਊ, ਰਿਵੀਜ਼ਨ, ਸੈਕਸ਼ਨ 6 ਤੋਂ ਇਹ ਸਾਰਾ ਇਹਦੇ ਵਿੱਚ ਹੈਗਾ ਜੀ। ਇਹ ਮਾਲ ਅਧਿਕਾਰੀ ਤੋਂ ਸੈਕਸ਼ਨ 49 ਪੇਪਰ ਆ ਦੇਖੋ ਨਾ, ਚੈਪਟਰ 49 ਤੋਂ ਸ਼ੁਰੂ ਹੋ ਜਾਂਦਾ ਹੈ। ਦੇਖੋ ਠੀਕ ਹੈ ਚੈਪਟਰ 49 ਤੋਂ ਕੀ ਹੈਗਾ, ਇਹ ਮਾਲ ਅਧਿਕਾਰੀ, ਅਪੀਲਾਂ ਦੀ ਮਿਆਦ, ਰਿਵਿਊ, ਰਿਵੀਜ਼ਨ, ਇਹ ਸਾਰਾ ਕਵਰ ਹੁੰਦਾ ਹੈ। ਤੁਸੀਂ ਜ਼ਿਆਦਾ ਰਿਵੀਜ਼ਨ ਦੀ ਲੋੜ ਨਹੀਂ, ਜਾ ਕੇ ਇਹਦੇ ਜੋ ਲਿਖ ਦਿਓ, ਇਹ ਸੌਖੀ ਭਾਸ਼ਾ 'ਚ ਤੁਸੀਂ ਲਿਖ ਸਕੋਗੇ ਔਰ ਸਮਝ ਵੀ ਸਕੋਗੇ। ਠੀਕ ਹੈ। ਅੱਗੇ ਇਹ ਸੈਕਸ਼ਨ 16 ਖਤਮ ਹੁੰਦਾ ਜੀ, ਆਪਾਂ ਹੁਣ ਸ਼ੁਰੂ ਕਰਾਂਗੇ ਸੈਕਸ਼ਨ 17, ਪਾਵਰ ਟੂ ਮੇਕ ਰੂਲਸ ਐਸ ਟੂ ਦਾ ਪ੍ਰੋਸੀਜਰ। ਹੁਣ ਆਪਣਾ ਐਕਟ ਬਣ ਗਿਆ, ਐਕਟ ਦੇ ਵਿੱਚ ਕੁਝ ਐਦਾਂ ਹੁੰਦਾ ਵੀ ਅੱਗੇ ਫਰਦਰ ਕੰਮ ਕਿਵੇਂ ਕਰਨਾ ਹੈ। ਕੋਈ ਵੀ ਐਕਟ ਬਣਿਆ, ਆਪਾਂ ਪੇਪਰ ਦੇ ਰਹੇ ਹਾਂ NAFCR ਦੇ, ਆਪਾਂ ਦੇਖਦੇ ਹਾਂ ਵੀ ਐਕਟ ਮਤਲਬ ਕਿ ਲੈਜਿਸਲੇਚਰ ਵੱਲੋਂ ਬਣਾਏ ਜਾਂਦੇ ਨੇ, ਠੀਕ ਹੈ ਜੀ, ਐਕਟ ਬਣਾਏ ਜਾਂਦੇ ਲੈਜਿਸਲੇਚਰ ਵੱਲੋਂ, ਵਿਧਾਨ ਸਭਾ ਵੱਲੋਂ, ਪਰ ਐਕਟ ਨੂੰ ਲਾਗੂ ਕਿਵੇਂ ਕਰਨਾ ਹੈ ਉਹਦੇ ਲਈ ਬਣਾਏ ਜਾਂਦੇ ਨੇ ਰੂਲਸ। ਰੂਲ ਸਟੇਟ ਗਵਰਨਮੈਂਟ ਬਣਾਉਂਦੀ ਹੈ।
ਐਕਟ ਦੇ ਵਿੱਚ ਤੇ ਰੂਲਾਂ 'ਚ ਫਰਕ ਹੈ ਜੀ। ਕੋਈ ਐਕਟ ਸਰਕਾਰ ਵੱਲੋਂ ਜਦੋਂ ਲੈਜਿਸਲੇਚਰ ਵੱਲੋਂ ਜਾਂ ਵਿਧਾਨ ਸਭਾ ਵੱਲੋਂ ਕੋਈ ਐਕਟ ਬਣਾਇਆ ਜਾਂਦਾ ਹੈ, ਉਸ ਐਕਟ ਨੂੰ ਲਾਗੂ ਸਰਕਾਰ ਨੇ ਕਿਵੇਂ ਕਰਨਾ ਹੈ, ਉਸ ਐਕਟ ਦੇ ਵਿੱਚ ਜੇ ਕੋਈ ਗੱਲ ਕਵਰ ਹੋਣ ਤੋਂ ਰਹਿ ਜਾਂਦੀ ਹੈ ਤਾਂ ਰੂਲਾਂ 'ਚ ਕਵਰ ਕੀਤੀ ਜਾਂਦੀ ਹੈ। ਇਸ ਕਰਕੇ ਇੱਥੇ ਰੂਲ ਸਰਕਾਰ ਬਣਾਉਂਦੀ ਹੈ ਆਪਣੇ ਪੱਧਰ ਤੇ, ਐਕਟ ਬਣਾਉਂਦੀ ਹੈ ਵਿਧਾਨ ਸਭਾ। ਐਕਟ ਬਣ ਗਿਆ ਲੈਂਡ ਰੈਵਨਿਊ ਐਕਟ। ਹੁਣ ਆਪਾਂ ਦੇਖਿਆ ਹੋਊਗਾ ਤੁਸੀਂ ਲੈਂਡ ਰੈਵਨਿਊ ਐਕਟ ਦੇ ਨਾਲ ਲੈਂਡ ਰੈਵਨਿਊ ਰੂਲਸ ਬਣੇ ਹੋਏ ਨੇ, ਸ਼ਾਇਦ ਕਿਸੇ ਦੀ ਬੁੱਕ 'ਚ ਹੁੰਦੇ ਆ, ਕਿਸੇ 'ਚ ਨਹੀਂ ਹੁੰਦੇ, ਪਰ ਲੈਂਡ ਰੈਵਨਿਊ ਐਕਟ ਦੇ ਨਾਲ ਲੈਂਡ ਰੈਵਨਿਊ ਰੂਲਸ ਬਣੇ ਹੋਏ ਨੇ। ਰੂਲਸ ਬਣਾਏ ਨੇ ਗਵਰਨਮੈਂਟ ਨੇ। ਰੂਲਸ ਬਣਾਉਣ ਦਾ ਮਤਲਬ ਇਹ ਹੈ ਵੀ ਇਸ ਐਕਟ ਦੀਆਂ ਜਿੰਨੀਆਂ ਵੀ ਧਾਰਾਵਾਂ ਹੈਗੀਆਂ ਨੇ ਉਹਨੂੰ ਤੁਸੀਂ ਲਾਗੂ ਕਿਵੇਂ ਕਰਨਾ ਹੈ, ਕਿਉਂ ਐਕਟ ਦੇ ਵਿੱਚ ਸ਼ਾਰਟ ਦਿੱਤਾ ਹੁੰਦਾ ਵੀ ਐਂ ਕਰਨਾ ਹੈ, ਪਰ ਉਹਦਾ ਪ੍ਰੋਸੀਜਰ ਨਹੀਂ ਡਿਸਕ੍ਰਾਈਬ ਕੀਤਾ ਹੋਇਆ ਹੁੰਦਾ ਕਿਤੇ ਵੀ ਐਕਟ ਦੇ ਵਿੱਚ। ਕਿਸੇ ਜਗ੍ਹਾ ਤੇ ਦੱਸਿਆ ਹੋਵੇ ਤੁਸੀਂ ਆਹ ਕਰਨਾ ਹੈ, ਏਦਾਂ ਕਰਨਾ ਹੈ, ਪਰ ਉਹਦਾ ਪਰਫਾਰਮਾ ਕੀ ਹੋਏਗਾ, ਪ੍ਰੋਸੀਜਰ ਕੀ ਹੋਏਗਾ, ਉਹ ਸਾਰਾ ਤੁਹਾਨੂੰ ਰੂਲਾਂ ਦੇ ਵਿੱਚ ਪ੍ਰਸਕ੍ਰਾਈਬ ਕੀਤਾ ਗਿਆ ਹੋਏਗਾ। ਹੁਣ ਇੱਥੇ ਸੈਕਸ਼ਨ 17 'ਚ ਗੱਲ ਕੀਤੀ ਗਈ ਹੈ ਪਾਵਰ ਟੂ ਮੇਕ ਰੂਲਸ ਐਜ਼ ਟੂ ਪ੍ਰੋਸੀਜਰ। ਇੱਥੇ ਗਵਰਨਮੈਂਟ ਨੂੰ ਪਾਵਰ ਦਿੱਤੀ ਗਈ ਹੈ, ਇਹਦੇ ਵਿੱਚ ਐਕਟ ਦੇ ਵਿੱਚ ਹੀ ਲਿਖਿਆ ਗਿਆ ਹੈ, ਐਕਟ ਦੇ ਵਿੱਚ ਹੀ ਪਾਵਰ ਦਿੱਤੀ ਹੈ ਸਰਕਾਰ ਨੂੰ ਵੀ ਤੁਸੀਂ ਇਸ ਐਕਟ ਨੂੰ ਲਾਗੂ ਕਰਨ ਦੇ ਲਈ ਰੂਲਸ ਬਣਾ ਸਕਦੇ ਹੋ। 17 ਸੈਕਸ਼ਨ 17 ਦੀ 1, ਦ ਸਟੇਟ ਗਵਰਨਮੈਂਟ may make rules consistent with the act for the regulating the procedure of the revenue officers under this act in cases in which a procedure is not prescribed by this act। ਜੇਕਰ ਕਿਤੇ ਇਸ ਐਕਟ ਦੇ ਵਿੱਚ ਕੋਈ ਪ੍ਰੋਸੀਜਰ ਨਹੀਂ ਦੱਸਿਆ ਗਿਆ, ਮੇਬੀ ਪ੍ਰੋਸੀਜਰ ਦੱਸਿਆ ਗਿਆ ਪਰ ਕਿਤੇ ਇਸ ਐਕਟ ਦੇ ਵਿੱਚ ਕਿਸੇ ਕੰਮ ਦੇ ਸੰਬੰਧੀ ਕੋਈ ਪ੍ਰੋਸੀਜਰ ਨਹੀਂ ਦੱਸਿਆ ਗਿਆ, ਤਾਂ ਜਿਹੜੀ ਸਰਕਾਰ ਹੈਗੀ ਹੈ ਉਹ ਕੰਮ ਨੂੰ ਕਰਨਾ ਕਿਵੇਂ ਹੈ, ਉਸ ਐਕਟ ਨੂੰ ਲਾਗੂ ਕਿਵੇਂ ਕਰਨਾ ਹੈ, ਉਸ ਸੈਕਸ਼ਨ ਨੂੰ ਕਿਵੇਂ ਲਾਗੂ ਕਰਨਾ ਹੈ, ਉਹਦਾ ਕੋਈ ਜਿਹੜਾ ਹੈਗਾ ਰੂਲ ਬਣਾ ਸਕਦੀ ਹੈ। Subsection 2, the rules may provide among other matters for the mode of enforcing orders of the adjustment। ਜਿਵੇਂ ਕਿ ਕਿਵੇਂ ਆਰਡਰ, ਕਿਹੜੇ ਆਰਡਰ ਵੀ ਕਿਵੇਂ ਐਡਜਸਟਮੈਂਟ ਹੋਣੀ ਹੈ, ਕਿਵੇਂ ਵਾਰੰਟ ਕਬਜ਼ੇ ਦੀ ਕਾਰਵਾਈ ਕਿਸ ਤਰ੍ਹਾਂ ਹੋਣੀ ਹੈ, ਆਕਸ਼ਨ ਕਿਵੇਂ ਹੋਣੀ ਹੈ, ਹਾਂਜੀ, ਇਮੂਵਲ ਪ੍ਰੋਪਰਟੀ ਨੂੰ ਅਟੈਚ ਕਿਵੇਂ ਕਰਨਾ ਹੈ, ਇਹ ਸਾਰੇ ਇਦਾਂ ਦੇ ਜਿਹੜੇ ਰੂਲ ਨੇ ਉਹ ਸਰਕਾਰ ਬਣਾ ਸਕਦੀ ਹੈ। ਹੁਣ ਇਸ ਐਕਟ ਤੱਕ ਕਿਤੇ ਦੱਸਿਆ ਨਹੀਂ ਹੋਇਆ ਵੀ ਤੁਸੀਂ ਕਬਜ਼ਾ ਕਾਰਵਾਈ ਕਿਵੇਂ ਕਰਨੀ ਹੈ, ਬੋਲੀ ਕਿਵੇਂ ਕਰਨੀ ਹੈ, ਜੀ ਐਡਜਸਟਮੈਂਟ ਕਿਵੇਂ ਕਰਨੀ ਹੈ, ਡਿਲੀਵਰੀ ਆਫ ਪੋਜੈਸ਼ਨ ਕਿਵੇਂ ਕਰਨੀ ਹੈ, ਮੂਵਲ ਪ੍ਰੋਪਰਟੀ ਐਂਡ ਰੂਲਸ ਪ੍ਰੋਵਾਈਡਿੰਗ ਫॉर ਦੋਜ਼ ਮੈਟਰਸ ਕਨਫਰ ਰੈਵਨਿਊ ਆਫਿਸਰਸ। ਮਤਲਬ ਇਹ ਦੱਸਿਆ ਵੀ ਤੁਸੀਂ ਜਿਹੜੀ ਵੀ ਕੋਈ ਕਾਰਵਾਈ ਕਰਨੀ ਹੈ ਉਹਦੇ ਸੰਬੰਧੀ ਰੂਲ ਜੇ ਤੁਹਾਡੇ ਕੋਲ ਹੈਗੇ ਆ ਰੂਲਾਂ 'ਚ ਤਾਂ ਠੀਕ ਹੈ, ਨਹੀਂ ਤੁਸੀਂ ਰੂਲ ਨਵੇਂ ਬਣਾ ਸਕਦੇ। ਜੇ ਗਵਰਨਮੈਂਟ ਨੂੰ ਅਥਾਰਟੀ ਦਿੱਤੀ ਗਈ ਇਹਦੇ ਵਿੱਚ। Subsection 3 ਕੀ ਕਹਿੰਦਾ ਜੀ, subject to the rules made under this section, ਰੂਲਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਰੈਵਨਿਊ ਆਫਿਸਰ may refer any case which he is empowered to dispose। ਬੇਸ਼ੱਕ ਰੂਲਾਂ ਦੇ ਮੁਤਾਬਕ ਕੋਈ ਰੈਵਨਿਊ ਆਫਿਸਰ ਕਿਸੇ ਕੇਸ ਨੂੰ ਡਿਸਾਈਡ ਕਰ ਸਕਦਾ ਹੈ, but any case which he is empowered to dispose under this act to another revenue officer for the investigation। ਮੰਨ ਲਓ ਹੁਣ ਐਸਡੀਐਮ ਦੀ ਕੋਰਟ 'ਚ ਕੋਈ ਕੇਸ ਚੱਲ ਰਿਹਾ ਹੈ, ਐਸਡੀਐਮ ਨੇ ਕੋਈ ਕੇਸ ਡਿਸਾਈਡ ਕਰਨਾ ਹੈ, ਉਸ ਕੇਸ ਦੇ ਵਿੱਚ ਐਸਡੀਐਮ ਰਿਪੋਰਟਿੰਗ ਦੇ ਲਈ, ਮੌਕਾ ਦੇਖਣ ਦੇ ਲਈ ਜਾਂ ਮੌਕੇ ਤੇ ਜਾ ਕੇ ਕੋਈ ਰਿਪੋਰਟ ਕਰਨੀ ਹੈ, ਤਹਿਸੀਲਦਾਰ ਨੂੰ, ਨਾਇਬ ਤਹਿਸੀਲਦਾਰ ਨੂੰ ਅਥੋਰਾਈਜ਼ ਕਰ ਸਕਦਾ ਹੈ, ਆਰਡਰ ਕਰ ਸਕਦਾ ਹੈ ਕਿ ਤੁਸੀਂ ਜਾ ਕੇ ਇਸ ਵਿਸ਼ੇ ਤੇ, ਇਸ ਪਾਰਟੀਕੂਲਰ ਸਬਜੈਕਟ ਤੇ ਮੈਨੂੰ ਮੌਕਾ ਦੇ ਕੇ ਜਾਂ ਧਿਰਾਂ ਨੂੰ ਸੁਣ ਕੇ ਜਾਂ ਪਿੰਡ 'ਚ ਜਾ ਕੇ ਜਾਂ ਖੇਤਾਂ 'ਚ ਜਾ ਕੇ ਤੁਸੀਂ ਮੈਨੂੰ ਰਿਪੋਰਟਿੰਗ ਕਰੋਗੇ, ਠੀਕ ਹੈ ਜੀ। ਡੀਸੀ ਵੀ ਆਰਡਰ ਕਰ ਸਕਦਾ ਹੈ ਸਾਨੂੰ ਕੇਸ, ਡੀਸੀ ਦੀ ਆਰਡਰ 'ਚ ਕੋਈ ਡੀਸੀ ਦੀ ਕੋਰਟ 'ਚ ਕੋਈ ਕੇਸ ਚੱਲ ਰਿਹਾ ਹੈ ਤਾਂ ਡੀਸੀ ਨੇ ਕੇਸ ਡਿਸਾਈਡ ਕਰਨਾ ਹੈ, ਪਰ ਕਿਸੇ ਪਾਰਟੀਕੂਲਰ ਵਿਸ਼ੇ ਤੇ ਉਹਨੂੰ ਜਾਣਕਾਰੀ ਚਾਹੀਦੀ ਹੈ ਤਾਂ ਉਹ ਆਪਣੀ ਜਾਣਕਾਰੀ ਦੇ ਲਈ ਆਪਣੀ ਰਿਪੋਰਟਿੰਗ ਵਾਸਤੇ ਕਿਸੇ ਵੀ ਰੈਵਨਿਊ ਆਫਿਸਰ ਦੀ ਡਿਊਟੀ ਲਗਾ ਸਕਦੇ ਹਨ ਤਾਂ ਕਿ ਉਹ ਮੌਕਾ ਦੇਖ ਕੇ ਉਹਦੀ ਜਿਹੜੀ ਰਿਪੋਰਟਿੰਗ ਹੈ ਜੋ ਵੀ ਕਿਸੇ ਵੀ ਸਬਜੈਕਟ ਮੈਟਰ ਤੇ ਉਹਨਾਂ ਨੂੰ ਰਿਪੋਰਟ ਚਾਹੀਦੀ ਹੈ ਤਾਂ ਉਹ ਰਿਪੋਰਟ ਥੱਲੋਂ ਲੈ ਸਕਦੇ ਆ। ਯਾਨੀ ਕਿ ਇਹ ਜਿਹੜੀ ਸੈਕਸ਼ਨ ਹੈਗੀ ਹੈ 3 ਸਬਸੈਕਸ਼ਨ 3 ਇਹ 'ਚ ਇਹ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਅਸੀਂ ਹਾਇਰ ਅਥਾਰਟੀ ਨੇ ਫੈਸਲਾ ਦਾ, ਹਾਇਰ ਅਥਾਰਟੀ ਨੇ ਕਰਨਾ, ਥੱਲੋਂ ਰਿਪੋਰਟ ਕਿਉਂ ਮੰਗ ਰਹੇ ਨੇ ਜੀ, ਉਹ ਇਸ ਸੈਕਸ਼ਨ ਦੇ ਤਹਿਤ ਰਿਪੋਰਟ ਲੈ ਸਕਦੇ ਆ, ਠੀਕ ਹੈ ਜੀ। ਫਿਰ ਉਸ ਰਿਪੋਰਟ ਦੇ ਅਕੋਰਡਿੰਗ ਹੀ ਉਹ ਰਿਪੋਰਟ ਦਾ ਹਵਾਲਾ ਦੇ ਕੇ ਆਪਣੇ ਕੇਸ ਦੇ ਵਿੱਚ, ਆਪਣੇ ਆਰਡਰ ਦੇ ਵਿੱਚ ਡਿਸੀਜ਼ਨ ਵੀ ਕਰ ਸਕਦੇ ਨੇ, ਠੀਕ ਹੈ ਜੀ। ਦੈਨ ਆ ਗਿਆ ਸੈਕਸ਼ਨ 18। ਸੈਕਸ਼ਨ 18 ਇੰਪੋਰਟੈਂਟ ਹੈ ਜੀ। ਤੁਸੀਂ ਰੈਵਨਿਊ ਆਫਿਸਰ ਹੋ, ਕਿਸੇ ਵਿਅਕਤੀ ਨੂੰ ਸੰਮਨ ਕਰਦੇ ਹੋ,
ਕਿਸੇ ਵਿਅਕਤੀ ਨੂੰ ਸਮਨ ਕਰਦੇ ਹੋ, ਤੁਹਾਡੇ ਕੋਲ ਕੋਈ ਕੇਸ ਚੱਲਦਾ ਹੈ, ਉਸ ਕੇਸ ਦੇ ਵਿੱਚ ਤੁਹਾਨੂੰ ਕਿਸੇ ਬੰਦੇ ਦੇ ਪਰਸਨਲ ਅਪੀਅਰੈਂਸ ਦੀ ਲੋੜ ਹੈ ਜਾਂ ਉਸਦੇ ਕਿਸੇ ਉਹਦੀ ਰਿਟਰਨ ਅਪਲਾਈ ਤੁਹਾਨੂੰ ਚਾਹੀਦੀ ਹੈ, ਸਟੇਟਮੈਂਟ ਚਾਹੀਦੀ ਹੈ, ਉਹਦੇ ਬਿਆਨ ਚਾਹੀਦੇ ਨੇ, ਤਾਂ ਤੁਸੀਂ ਸਮਨ ਕਰਦੇ ਹੋ, ਤਾਂ ਤੁਸੀਂ ਸੈਕਸ਼ਨ 18 ਦੇ ਤਹਿਤ ਸਮਨ ਕਰਦੇ ਹੋ ਕਿਸੇ ਵੀ ਵਿਅਕਤੀ ਨੂੰ। Persons by whom appearance and application may be made before and to revenue officers, ਕੌਣ ਵਿਅਕਤੀ ਹੈ ਜਿਹੜਾ ਤੁਹਾਨੂੰ ਅਰਜੀ ਦੇ ਸਕਦਾ ਹੈ? by the parties themselves, ਤੁਹਾਡੀ ਕੋਰਟ ਦੇ ਵਿੱਚ ਆ ਕੇ ਅਰਜੀ ਕੌਣ ਦੇ ਸਕਦਾ ਹੈ? ਜਾਂ ਤਾਂ ਖੁਦ ਸੰਬੰਧਿਤ ਪਾਰਟੀਆਂ ਅਰਜੀ ਦੇ ਸਕਦੀਆਂ ਨੇ, ਜਾਂ ਉਹਨਾਂ ਦਾ ਲੀਗਲ ਅਥਾਰਟੀ, ਵਕੀਲ, ਲੀਗਲ ਪ੍ਰੈਕਟੀਸ਼ਨਰ, ਕੋਈ ਵੀ ਜਿਹੜਾ ਜਿਸ ਨੂੰ ਵੀ ਉਸ ਵਿਅਕਤੀ ਨੇ ਅਥੋਰਾਈਜ਼ ਕੀਤਾ ਹੋਵੇ, ਉਹ ਤੁਹਾਡੀ ਕੋਰਟ 'ਚ ਆ ਕੇ ਅਰਜੀ ਦੇ ਸਕਦਾ ਹੈ। ਰਿਕੋਗਨਾਈਜ਼ਡ 18 ਪੜ੍ਹ ਰਹੇ ਜੀ ਆਪਾਂ। 18 appearances before a revenue officers and applications to and acts to be done before him under this act may be made or done, ਵੀ ਤੁਹਾਡੀ ਕੋਰਟ ਦੇ ਵਿੱਚ ਕੌਣ ਹਾਜ਼ਰ ਹੋ ਸਕਦਾ ਹੈ? ਕੌਣ ਹੋ ਸਕਦਾ ਹੈ? ਆ ਦੋ ਬੰਦੇ ਦੱਸੇ ਨੇ ਇਹਨੇ, ਜਾਂ ਪਾਰਟੀਆਂ ਖੁਦ ਜਾਂ ਫਿਰ ਉਹਦਾ ਲੀਗਲ ਪ੍ਰੈਕਟੀਸ਼ਨਰ। ਸ਼ਰਤ ਅੱਗੇ ਲਗਾਈ ਹੈ, ਅੱਗੇ ਸ਼ਰਤ ਲਗਾਈ ਹੈ ਪ੍ਰੋਵਾਈਡਡ, ਇਹਨੂੰ ਕੋਈ ਪ੍ਰੋਵੀਜ਼ਨ ਕਹਿੰਦੇ ਆ। ਮਤਲਬ ਇਹ ਨਹੀਂ ਜੇ ਕਿਸੇ ਬੰਦੇ ਨੇ ਲੀਗਲ ਪ੍ਰੈਕਟੀਸ਼ਨਰ ਨਿਯੁਕਤ ਕਰ ਦਿੱਤਾ ਜਾਂ ਵਕੀਲ ਕਰ ਲਿਆ, ਪਰ ਕੇਸ ਦੇ ਵਿੱਚ ਜੇ ਤੁਹਾਨੂੰ ਜ਼ਰੂਰਤ ਹੈ ਵੀ ਉਹ ਬੰਦਾ ਖੁਦ ਹਾਜ਼ਰ ਹੋਣਾ ਚਾਹੀਦਾ ਹੈ, then you can make the summon, send the summon for the personal appearance of the concerned party। ਤੁਸੀਂ ਉਸ ਵਿਅਕਤੀ ਦੀ ਪਰਸਨਲ ਅਪੀਅਰੈਂਸ ਜੇ ਤੁਸੀਂ ਮੰਗ ਸਕਦੇ ਹੋ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕਹਿੰਦਾ ਵਕੀਲ ਦੀ ਕਹਿੰਦਾ ਵੀ ਮੈਂ ਤਾਂ ਜੀ ਮੈਨੂੰ ਅਥਾਰਟੀ ਮਿਲੀ ਵੀ ਹੈ ਤੇ ਤੁਸੀਂ ਪਰਸਨ ਬੁਲਾ ਨਹੀਂ ਸਕਦੇ, but you have the authority to ask the person to appear in person। ਜਿਵੇਂ ਕਈ ਵਾਰੀ ਕੋਰਟਾਂ ਤੁਸੀਂ ਦੇਖਦੇ ਹੋ, ਸਿਵਲ ਕੋਰਟਾਂ ਤੁਹਾਨੂੰ ਤਹਿਸੀਲਦਾਰ ਨੂੰ ਕਹਿੰਦੇ ਨੇ ਵੀ ਅਪੀਅਰ ਇਨ ਪਰਸਨ, ਕਿਸੇ ਵੀ ਕੇਸ 'ਚ, ਕੋਈ ਰਿਕਵਰੀ ਦਾ ਕੇਸ ਹੈ, ਕੋਈ ਕਬਜ਼ੇ ਦਾ ਕੇਸ ਹੈ, ਉੱਥੇ ਤੁਹਾਡੇ ਕੋਲ ਸਮਨ ਆ ਜਾਂਦਾ, ਉੱਥੇ ਲਿਖਿਆ ਜਾਂਦਾ ਤਹਿਸੀਲਦਾਰ ਅਪੀਅਰ ਇਨ ਪਰਸਨ। ਇਸ ਕਰਕੇ ਰੈਵਨਿਊ ਕੋਰਟਾਂ ਕੋਲ ਵੀ ਇਹ ਅਥਾਰਟੀ ਹੈਗੀ ਹੈ, ਤੁਸੀਂ ਅਪੀਅਰ ਇਨ ਪਰਸਨ ਦਾ ਜਿਹੜਾ ਸਮਨ ਹੈ, ਸਮਨ ਦੀ ਸਪੈਸ਼ਲੀ ਤੌਰ ਤੇ ਲਿਖ ਵੀ ਸਕਦੇ ਹੋ ਵੀ ਪਰਸਨ ਕੰਸਰਨਡ ਅਪੀਅਰ ਇਨ ਪਰਸਨ ਟੂ ਗਿਵ ਦਾ ਸਟੇਟਮੈਂਟ ਸੱਚ ਐਂਡ ਸੱਚ ਇਸ਼ੂ। ਠੀਕ ਹੈ ਜੀ। ਤੁਸੀਂ ਇਸ ਸੈਕਸ਼ਨ 18 ਦੇ ਤਹਿਤ ਤੁਸੀਂ ਕਿਸੇ ਵੀ ਪਾਰਟੀ ਨੂੰ ਪਰਸਨਲੀ ਵੀ ਕਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਕੇਸ ਚੱਲ ਰਿਹਾ ਹੋਵੇ ਤਾਂ ਉਹਦੇ ਕੰਸਰਨ ਹੈ, ਬਿਨਾਂ ਤੋਂ ਤਾਂ ਨਹੀਂ ਅਸੀਂ ਬੁਲਾ ਸਕਦੇ, ਕਿਸੇ ਕੇਸ ਦੇ ਸੰਬੰਧ ਵਿੱਚ ਅਸੀਂ ਬੁਲਾ ਸਕਦੇ ਹਾਂ, ਪਰਸਨਲ ਵੀ ਬੁਲਾ ਸਕਦੇ ਹਾਂ। ਨੰਬਰ ਹੈਗਾ ਅੱਗੇ 18 ਦਾ 2, ਫਾਰ ਦਾ ਪਰਪਸ ਆਫ ਸਬਸੈਕਸ਼ਨ 1, ਰਿਕੋਗਨਾਈਜ਼ਡ ਏਜੰਟ ਸ਼ੈਲ ਬੀ ਸਚ ਪਰਸਨ ਐਜ਼ ਦ ਸਟੇਟ ਗਵਰਨਮੈਂਟ ਮੇਨ ਬਾਈ ਨੋਟੀਫਿਕੇਸ਼ਨ ਡਿਕਲੇਅਰ। ਸੋ ਰਿਕੋਗਨਾਈਜ਼ਡ ਏਜੰਟ ਕੌਣ ਹੋ ਸਕਦਾ? ਜਿਵੇਂ ਸਰਕਾਰ ਜਿਹਨੂੰ ਅਥਾਰਟੀ ਦਿੰਦੀ ਹੈ, ਉਹ ਵਕੀਲ ਵੀ ਹੋ ਸਕਦਾ, ਜਾਂ ਕਿਸੇ ਹੋਰ ਪਾਰਟੀ ਨੂੰ, ਕਿਸੇ ਹੋਰ ਆਫਿਸਰ ਨੂੰ ਕੋਈ ਅਥਾਰਟੀ ਦਿੱਤੀ ਗਈ ਹੋਵੇ, ਜਿਵੇਂ ਲੀਗਲ ਪ੍ਰੈਕਟੀਸ਼ਨਰ ਐਕਟ ਹੈਗਾ, ਉਸ ਐਕਟ ਦੇ ਤਹਿਤ ਕਈ ਵੱਖਰੇ ਹੋਰ ਬੰਦਿਆਂ ਨੂੰ ਵੀ, ਕੋਈ ਰਿਟਾਇਰ ਪਰਸਨਸ ਨੂੰ ਵੀ ਜਿਹੜੇ ਉਸ ਸਬਜੈਕਟ ਮੈਟਰ ਦੇ ਉੱਪਰ ਨੌਲੇਜ ਰੱਖਦੇ ਹੋਣ, ਉਹਨਾਂ ਨੂੰ ਵੀ ਸਰਕਾਰ ਨੇ ਕੁਝ ਪਾਵਰਸ ਦਿੱਤੀਆਂ ਹੋਈਆਂ ਨੇ, ਉਹ ਵੀ ਪੇਸ਼ ਹੋ ਸਕਦੇ ਨੇ। ਅੱਗੇ ਕੀ ਹੈ? ਸਬਸੈਕਸ਼ਨ 3 ਹੈਗਾ। ਸਬਸੈਕਸ਼ਨ 3 'ਚ ਫੀਸ ਦੀ ਗੱਲ ਕਰਦੇ ਨੇ ਵੀ ਲੀਗਲ ਪ੍ਰੈਕਟੀਸ਼ਨਰ ਦੀ ਜਿਹੜੀ ਫੀਸ ਹੈ, ਕਾਸਟ ਹੁੰਦੀ ਹੈ। ਕਾਸਟ, ਕੋਈ ਕੇਸ ਹੋਇਆ ਕੋਰਟ ਨੇ, ਸਿਵਲ ਕੋਰਟ ਦਾ ਕੇਸ ਹੁੰਦੀ ਹੈ, ਉਹਦੀ ਆਪਾਂ ਥੱਲੇ ਨੀਚੇ ਲਾਸਟ ਵਿੱਚ ਦੇਖਦੇ ਹਾਂ ਅਸੀਂ ਕਾਸਟ ਪਾਈ ਗਈ ਹੈ ਵੀ ਇਸ ਕੇਸ ਦੇ ਵਿੱਚ ਕਿੰਨੀ ਕਾਸਟ, ਟੋਟਲ ਕਾਸਟ ਕਿੰਨੀ ਹੋਗੀ। ਉਹਦੇ ਵਿੱਚ ਜਿਹੜੀ ਲੀਗਲ ਪ੍ਰੈਕਟੀਸ਼ਨਰ ਦੀ ਜਿਹੜੀ ਕਾਸਟ ਹੈ ਉਹ ਮਤਲਬ ਸ਼ਾਮਲ ਨਹੀਂ ਹੁੰਦੀ। ਜਦੋਂ ਅਸੀਂ ਰੈਵਨਿਊ ਆਫਿਸਰ ਕੋਈ ਕੇਸ ਡਿਸਾਈਡ ਕਰਦਾ ਹੈ, ਲੀਗਲ ਪ੍ਰੈਕਟੀਸ਼ਨਰ ਦੀ ਜਿਹੜੀ ਕਾਸਟ ਹੈ ਉਹ ਸ਼ਾਮਲ ਨਹੀਂ ਹੁੰਦੀ। ਪਰ ਜੇਕਰ ਰੈਵਨਿਊ ਆਫਿਸਰ ਚਾਹੇ ਵੀ ਨਹੀਂ, ਇਹ ਜਿਹੜੀ ਦੂਜੀ ਪਾਰਟੀ ਨਾਲ ਕੋਈ ਬੇਇਨਸਾਫੀ ਹੋਈ ਹੈ, ਇਹ ਸਮਝਦੇ ਹੋਏ ਜੇਕਰ ਰੈਵਨਿਊ ਆਫਿਸਰ ਚਾਹੇ ਤਾਂ ਜਿਹੜੀ ਉਹਦੀ ਲੀਗਲ ਪ੍ਰੈਕਟਿਸ ਦੀ ਜਿਹੜੀ ਕਾਸਟ ਹੈ ਉਹ ਵੀ ਕੇਸ ਦੇ ਵਿੱਚ ਸ਼ਾਮਲ ਕਰ ਸਕਦਾ, ਤਾਂ ਕਿ ਜਿਹੜੀ ਦੂਜੀ ਪਾਰਟੀ ਅਦਾ ਕਰੇ। ਨੈਕਸਟ ਆ ਗਈ ਸੈਕਸ਼ਨ 19। ਸੈਕਸ਼ਨ 19 ਕੀ ਹੈ ਜੀ? ਪਾਵਰ ਆਫ ਰੈਵਨਿਊ ਆਫਿਸਰ ਟੂ ਸਮਨ ਦ ਪਰਸਨਸ। ਇਹ ਰੈਵਨਿਊ ਆਫਿਸਰਸ may summon any person whose attendance he considers necessary for the purpose of any business before him as a revenue officer। ਇਹ ਪਹਿਲਾਂ ਵੀ ਉੱਪਰ ਆ ਚੁੱਕਿਆ, ਇਹ 19 ਸੈਕਸ਼ਨ 'ਚ ਇਹਨੇ ਫੇਰ ਦੁਬਾਰਾ ਰਿਵਾਈਜ਼ ਹੋ ਗਿਆ ਵੀ ਰੈਵਨਿਊ ਆਫਿਸਰਸ ਕਿਸੇ ਵੀ ਵਿਅਕਤੀ ਨੂੰ ਜਿਹਦੀ ਉਹਦੇ ਕੋਲ ਜ਼ਰੂਰਤ ਹੋਵੇ ਵੀ ਹਾਜ਼ਰ ਹੋਣਾ ਜ਼ਰੂਰੀ ਹੈ ਕਿਸੇ ਕੇਸ ਦੇ ਸੰਬੰਧ ਵਿੱਚ, ਤਾਂ ਉਸ ਨੂੰ ਕਾਲ ਕਰ ਸਕਦੇ ਆ। ਤੇ ਸਬਸੈਕਸ਼ਨ 2 'ਚ ਕੀ ਹੈ? ਉਹ ਜਿਹੜਾ ਪਰਸਨ ਹੈ ਜਿਹਨੂੰ ਸਮਨ ਭੇਜਿਆ ਗਿਆ ਹੈ, he is bound to appear in the court of revenue officer। ਸੰਬੰਧ ਵਿੱਚ ਜੋ ਵੀ ਸਮਾਂ ਦਿੱਤਾ ਗਿਆ ਹੋਵੇ, ਜੋ ਪਲੇਸ ਦਿੱਤਾ ਗਿਆ ਹੋਵੇ, ਉਸ ਸਮੇਂ ਦੇ ਅਕੋਰਡਿੰਗ, ਉਸ ਡੇਟ ਦੇ ਅਕੋਰਡਿੰਗ, ਉਸ ਜਗ੍ਹਾ ਦੇ ਉੱਪਰ ਉਹ ਪਰਸਨ ਬਾਉਂਡ ਹੈ ਅਪੀਅਰ ਹੋਣਾ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ। A person so summoned shall be bound to appear at the time and place mentioned in the summon in person, or if the summon so allowed,
ਜੇਕਰ ਸਮਨ ਤੁਸੀਂ ਲਿਖਿਆ ਵੀ ਉਹ ਬੰਦਾ ਲੀਗਲ ਪ੍ਰੈਕਟੀਸ਼ਨਰ ਵੀ ਭੇਜ ਸਕਦਾ ਹੈ, ਵਕੀਲ ਵੀ ਭੇਜ ਸਕਦਾ ਹੈ, ਤਾਂ ਉਹ ਵਕੀਲ ਭੇਜ ਸਕਦਾ ਹੈ। ਜੇ ਤੁਸੀਂ ਲਿਖਿਆ ਵੀ ਉਹ ਅਪੀਅਰ ਖੁਦ ਪਰਸਨ ਹੋਵੇ ਤਾਂ ਉਸਨੂੰ ਉਹ ਬਾਉਂਡ ਹੈਗਾ ਇਨ ਪਰਸਨ ਪੇਸ਼ ਹੋਣ ਦੇ। Then ਹੈ ਜੀ ਹਾਂ, ਫਿਰ ਆਪਾਂ ਇਸ ਨੂੰ ਚਲੋ ਇਹਦੀ ਇਸੇ ਦੀ ਇੱਕ ਸਬਸੈਕਸ਼ਨ ਹੈ, ਮੈਂ ਉਹ ਕਲੀਅਰ ਕਰਦਾ ਹਾਂ ਸਟੇਟ, ਤਾਂ ਉਹ ਪਰਸਨ ਸਬਸੈਕਸ਼ਨ 3 ਦੇ ਤਹਿਤ ਉਹ ਬੰਦਾ ਆ ਕੇ ਉਹ ਬਾਉਂਡ ਹੈਗਾ ਵੀ ਆਪਦੀ ਜਿਹੜੀ ਸਟੇਟਮੈਂਟ ਹੈ ਜੋ ਉਸਨੂੰ ਚਾਹੀਦੀ ਹੈ ਰੈਵਨਿਊ ਆਫਿਸਰ ਨੂੰ, ਉਹ ਜਿਹੜੀ ਸਟੇਟਮੈਂਟ ਹੈ ਉਹ ਮਤਲਬ ਕਿ ਸਹੁੰ ਖਾ ਕੇ ਆਪਦੀ ਜਿਹੜੀ ਸਟੇਟਮੈਂਟ ਹੈ ਉਹ ਸੱਚ ਬੋਲੇ ਤੇ ਆਪਦੀ ਸਟੇਟਮੈਂਟ ਦੇਵੇ। ਤੇ ਜੇ ਕੋਈ ਰੈਵਨਿਊ ਆਫਿਸਰ ਨੂੰ ਕੋਈ ਡਾਕੂਮੈਂਟ ਚਾਹੀਦਾ ਉਹਦੇ ਸੰਬੰਧ ਵਿੱਚ ਤਾਂ ਉਹ ਆਪਦਾ ਡਾਕੂਮੈਂਟ ਪੇਸ਼ ਕਰੇ। ਠੀਕ ਹੈ ਜੀ, ਇੱਥੇ ਆਪਾਂ ਇਹ ਲੈਂਡ ਰੈਵਨਿਊ ਐਕਟ ਖਤਮ ਕਰਨ ਲੱਗੇ ਹਾਂ। ਕੱਲ ਤੋਂ ਅਸੀਂ ਸਟਾਰਟ ਕਰਾਂਗੇ ਮੋਡ ਆਫ ਪਾਰਟੀਸ਼ਨ, ਸੌਰੀ ਮੋਡ ਆਫ ਸਮਨ ਆਫ ਸਰਵਿਸ ਸੈਕਸ਼ਨ 20 ਤੋਂ। ਲੈਂਡ ਰੈਵਨਿਊ ਬੰਦ ਕਰ ਲਓ ਜੀ। ਹੁਣ ਆਪਾਂ ਥੋੜਾ 10 ਮਿੰਟ ਉਹਦੇ ਤੇ ਲਾ ਲਈਏ ਉਰਦੂ ਤੇ।